ਪੰਜਾਬ ਨਗਾਰਾ ਦੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਮੁਖ ਸਿੰਘ ਬਾਰੀਆ ਸਰਬੱਤ ਦੇ ਭਲੇ ਦੀ ਉਮੀਦ ਨਾਲ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਵਿਰਾਸਤੀ ਮਹੀਨਾ ਕੈਨੇਡਾ ਦੇ ਵਿੱਚ ਜੋ ਮਨਾਇਆ ਜਾ ਰਿਹਾ, ਉਸ ਦੇ ਤਹਿਤ ਹੀ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਕੱਲ ਟੋਰਾਂਟੋ ਦੇ ਵਿੱਚ। ਇਸ ਨੂੰ ਸਮਰਪਿਤ ਅਸੀਂ ਅੱਜ ਪੰਜਾਬ ਨਗਾਰਾ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਕੱਲ ਸਾਰਾ ਦਿਨ ਅਸੀਂ ਉੱਥੇ ਸੰਗਤਾਂ ਦੇ ਨਾਲ ਪੰਜਾਬ ਨਗਾਰਾ ਵੱਲੋਂ ਜੁੜੇ ਰਹੇ। ਬਹੁਤ ਹੀ ਖਾਲਸਾਈ ਜਾਹੋ ਜਲਾਲ ਦੇ ਨਾਲ ਇਹ ਸਾਜਨਾ ਦਿਵਸ ਮਨਾਇਆ ਗਿਆ। ਵੱਡਾ ਜਿਹੜਾ ਇੱਕ ਉਤਸ਼ਾਹ ਸੀਗਾ ਸੰਗਤਾਂ 'ਚ ਦੇਖਣ ਨੂੰ ਮਿਲਿਆ, ਕਿਉਂਕਿ ਕਰੋਨਾ ਦੇ ਮਹਾਮਾਰੀ ਦੇ ਕਾਰਨ 2 ਸਾਲ ਬਾਅਦ ਇਹ ਜਿਹੜਾ ਸੀ ਖਾਲਸਾ ਸਾਜਨਾ ਦਿਵਸ, ਇਸ ਨੂੰ ਮਨਾਉਣ ਦੀ ਇਜਾਜ਼ਤ ਸਰਕਾਰ ਵੱਲੋਂ ਬਕਾਇਦਾ ਪਬਲਿਕ ਤੌਰ ਤੇ ਮਿਲੀ ਸੀਗੀ। ਸੋ ਕੱਲ ਜੋ ਜਾਹੋ ਜਲਾਲ ਖਾਲਸਾਈ ਜੋ ਦਿਸ ਰਹੇ ਸਨ, ਉਹਨਾਂ ਦਾ ਆਪਣਾ ਹੀ ਇੱਕ ਅਲੌਕਿਕ ਨਜ਼ਾਰਾ ਸੀਗਾ। ਸਟੇਜ ਦੇ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸਨ। ਸੰਗਤਾਂ ਵੱਡੀ ਪੱਧਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਰਹੀਆਂ ਸਨ। ਇਸ ਤੋਂ ਇਲਾਵਾ ਸਾਡੇ 5 ਪਿਆਰੇ ਸਾਹਿਬਾਨ ਵੀ ਉੱਥੇ ਸਟੇਜ ਤੇ ਬਿਰਾਜਮਾਨ ਸਨ। ਇਸ ਦੇ ਨਾਲ ਹੀ ਸਟੇਜ ਦੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਜਿਹੜੇ ਸਿਆਸੀ ਆਗੂ ਸਨ, ਉਹਨਾਂ ਨੂੰ ਵੀ ਉੱਥੇ ਸਮਾਂ ਦਿੱਤਾ ਗਿਆ। ਉਹਨਾਂ ਵੱਲੋਂ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਖਾਲਸਾਈ ਜਾਹੋ ਜਲਾਲ ਨੂੰ ਸਮਰਪਿਤ ਆਪਣੇ ਵਿਚਾਰ ਰੱਖੇ ਗਏ। हर सच्चे तक तर जाया सत संगत मेला, सच्चे तक तर जाया सत संगत मेला। बाबा गोबिंद सिंह आपे गुर चेला, बाबा गोबिंद सिंह आपे गुर चेला, बाबा गोबिंद सिंह आपे ਸਾਰੀਆਂ ਸੰਗਤਾਂ ਨੂੰ, ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਪੰਜਾਬ ਨਗਾਰਾ ਵੱਲੋਂ ਮੈਂ ਗੁਰਮੁਖ ਸਿੰਘ ਬਾਰੀਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਾਜ਼ਰ ਹਾਂ ਅੱਜ ਕੈਨੇਡਾ ਦੇ ਸ਼ਹਿਰ ਟੋਰਾਂਟੋ, ਜਿੱਥੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖਾਲਸਾ ਡੇ, ਰੈਵੋਲੂਸ਼ਨ ਆਫ ਖਾਲਸਾ ਡੇ ਮਨਾਇਆ ਜਾ ਰਿਹਾ ਹੈ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਥੋਂ ਅਸੀਂ ਲਾਈਵ ਕਵਰੇਜ ਲੈ ਕੇ ਹਾਜ਼ਰ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਨੇਡਾ ਦੇ ਵਿੱਚ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਆ। ਬਕਾਇਦਾ ਸਾਰਾ ਮਹੀਨਾ ਹੀ ਗੌਰਮੈਂਟ ਵੱਲੋਂ ਅਪਰੂਵਡ ਤੌਰ 'ਤੇ ਜਿਹੜਾ ਖਾਲਸਾ ਵਿਰਾਸਤੀ ਮੰਥ ਵਜੋਂ ਮਨਾਇਆ ਜਾਂਦਾ ਹੈ। ਸੋ ਅੱਜ ਟੋਰਾਂਟੋ ਦੇ ਸਿਟੀ ਹਾਲ ਵਿਖੇ ਬਕਾਇਦਾ ਇੱਕ ਸਾਜਨਾ ਦਿਵਸ ਸਮਾਗਮ ਜਿਹੜਾ ਹੈਗਾ ਆਯੋਜਿਤ ਕੀਤਾ ਜਾ ਰਿਹਾ ਆ। ਅੰਟਾਰੀਓ ਖਾਲਸਾ ਦਰਬਾਰ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਮਿਲ ਕੇ ਸਾਂਝੇ ਉਪਰਾਲੇ ਦੇ ਨਾਲ ਜੋ ਇਹ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਆ। ਤੁਸੀਂ ਦੇਖ ਸਕਦੇ ਹੋ ਕਿ ਬਕਾਇਦਾ ਜਿਹੜਾ ਪਾਲਕੀ ਸਾਹਿਬ ਆ ਗੁਰੂ ਮਹਾਰਾਜ ਦਾ, ਉਹ ਸੁਸ਼ੋਭਿਤ ਕੀਤਾ ਗਿਆ ਹੈਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੈਗੇ ਨੇ, ਸੰਗਤਾਂ ਨਮਸਕਾਰ ਕਰ ਰਹੀਆਂ ਨੇ। 5 ਪਿਆਰੇ ਸਾਹਿਬਾਨ ਵੀ ਜਿਹੜਾ ਹੈਗਾ ਸਟੇਜ 'ਤੇ ਬਿਰਾਜਮਾਨ ਨੇ। ਇਸ ਤੋਂ ਇਲਾਵਾ ਰਾਗੀ ਸਿੰਘਾਂ ਦਾ ਜਥਾ ਜੋ ਹੈ ਉਹ ਕੀਰਤਨ ਰਸ ਭਿੰਨਾ ਕੀਰਤਨ ਕਰ ਰਿਹਾ। ਬਹੁਤ ਸਾਰੀਆਂ ਸੰਗਤਾਂ ਜੋ ਕੀਰਤਨ ਦਾ ਆਨੰਦ ਮਾਣ ਰਹੀਆਂ ਹਨ। ਸੋ ਇਸ ਖਾਲਸਾ ਸਾਜਨਾ ਦਿਵਸ ਦੇ ਉੱਪਰ ਜੇ ਮੈਂ ਤੁਹਾਨੂੰ ਕੋਈ ਬਰੀਫ ਕਰਨਾ ਚਾਹਾਂ ਕਿ ਕੀਰਤਨ ਸਮਾਗਮ ਦੇ ਨਾਲ ਨਾਲ ਢਾਡੀ ਜਵਾਨ ਜਿਹੜੇ ਸਜਾਏ ਜਾਂਦੇ ਆ, ਇਸ ਦੇ ਨਾਲ ਹੀ ਅਸੀਂ ਤੁਹਾਨੂੰ ਹੁਣ ਇਹ ਵੀ ਦਿਖਾਵਾਂਗੇ ਕਿ ਵੱਖ-ਵੱਖ ਤੌਰ ਦੇ ਉੱਤੇ ਸੰਗਤਾਂ ਜੋ ਹੈ ਉਹਨਾਂ ਵੱਲੋਂ ਸਟਾਲ ਵੀ ਬਕਾਇਦਾ ਲਗਾਏ ਜਾਂਦੇ ਆ, ਲੰਗਰ ਲਗਾਏ ਜਾਂਦੇ ਆ। ਇੰਨੀ ਸ਼ਰਧਾ ਹੈ ਸਿੱਖ ਕੌਮ ਦੇ ਵਿੱਚ, ਸਮੁੱਚੇ ਸਿੱਖ ਭਾਈਚਾਰੇ ਵਿੱਚ, ਕਿ ਹਰ ਤਰ੍ਹਾਂ ਦਾ ਇੱਥੇ ਲੰਗਰ ਜਿਹੜਾ ਹੈਗਾ ਉਹ ਤਿਆਰ ਕੀਤਾ ਜਾਂਦਾ ਆ। ਕਰੋਨਾ ਮਹਾਮਾਰੀ ਦੇ ਦਰਮਿਆਨ ਜੋ ਇੱਥੇ ਹੁਣ ਥੋੜ੍ਹਾ ਪਾਬੰਦੀਆਂ ਲੱਗੀਆਂ ਸੀਗੀਆਂ, ਵਰਲਡ ਭਰ ਦੇ ਵਿੱਚ ਸਮੁੱਚੇ ਜਿਹੜੇ ਪਬਲਿਕ ਸਮਾਗਮ ਨਹੀਂ ਹੋ ਸਕੇ। ਇਸੇ ਕਰਕੇ ਹੀ
ਜਿਹੜਾ ਖਾਲਸਾ ਸਾਜਨਾ ਦਿਵਸ ਹੈਗਾ ਆ ਉਹ ਆਯੋਜਿਤ ਪਿਛਲੇ 2 ਸਾਲਾਂ ਤੋਂ ਨਹੀਂ ਸੀ ਕੀਤਾ ਜਾ ਸਕਿਆ। ਸੰਗਤਾਂ ਦੇ ਵਿੱਚ ਜਿਹੜਾ ਸੀਗਾ ਭਾਰੀ ਉਤਸ਼ਾਹ ਸੀਗਾ, ਲੇਕਿਨ ਅਸੀਂ ਕਹਿ ਸਕਦੇ ਹਾਂ ਕਿ ਸੰਗਤਾਂ ਨੂੰ ਇਹ ਸੀਗਾ ਕਿ ਸਾਡਾ ਖਾਲਸਾ ਸਾਜਨਾ ਦਿਵਸ 2 ਵਾਰ ਜਿਹੜਾ ਹੈਗਾ ਅਸੀਂ ਮਿਸ ਕਰ ਚੁੱਕੇ ਹਾਂ। ਸੋ ਇਸ ਵਾਰ ਥੋੜ੍ਹਾ ਲਿਮਟਿਡ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਕਿ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੇ ਆ ਇਹ ਸਮਾਗਮ ਕਰਾਉਣ ਦੀ ਇਜਾਜ਼ਤ ਮਿਲੀ ਹੈਗੀ ਆ। ਸੋ ਅਜੇ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਪੂਰੀਆਂ ਰੌਣਕਾਂ ਨਹੀਂ ਲੱਗੀਆਂ, ਲੇਕਿਨ ਸੰਗਤ ਅਜੇ ਸਵੇਰ ਦਾ ਟਾਈਮ ਹੈਗਾ, ਅਰਾਊਂਡ ਕੋਈ 11 ਵਜੇ ਆ। ਇਸ ਤੋਂ ਬਾਅਦ ਦੁਪਹਿਰ ਦੇ ਵਕਤ ਪੂਰਾ ਜਿਹੜਾ ਸਿਟੀ ਹਾਲ ਆ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ, ਸਾਰਾ ਜਿਹੜਾ ਹੈਗਾ ਆ ਇਹ ਭਰ ਜਾਂਦਾ ਹੈਗਾ ਆ। ਸੰਗਤਾਂ ਦੂਰ ਦੂਰ ਤੋਂ ਚੱਲ ਕੇ ਜਿੰਨੇ ਟਾਊਨ ਹੈਗੇ ਆ ਟੋਰਾਂਟੋ ਦੇ ਨੇੜੇ ਪੈਂਦੇ ਆ ਉਹ ਸਾਰੇ ਪਹੁੰਚਦੇ ਹੈਗੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜੁੜੇ ਰਹਿਣਾ ਅੱਜ ਸਾਡੇ ਪੰਜਾਬ ਨਗਾਰਾ ਟੀਵੀ ਦੇ ਨਾਲ। ਅਸੀਂ ਤੁਹਾਨੂੰ ਸਾਰੀ ਅਪਡੇਟ ਦਿਖਾਵਾਂਗੇ, ਲਾਈਵ ਕਵਰੇਜ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਸੰਗਤਾਂ ਵੱਲੋਂ ਲੰਗਰ ਲਗਾਏ ਜਾਂਦੇ ਆ। ਇੱਥੇ ਮੋਟਰਸਾਈਕਲ ਕਲੱਬ ਵੱਲੋਂ ਬਕਾਇਦਾ ਖਾਲਸਾ ਮੋਟਰਸਾਈਕਲ ਜਿਹੜਾ ਉਹ ਵੀ ਕੱਢਿਆ ਗਿਆ ਹੈਗਾ ਆ। ਸੋ ਇਸ ਤੋਂ ਇਲਾਵਾ ਸਟਾਲ ਜਿਹੜੇ ਅਲੱਗ-ਅਲੱਗ ਲੱਗੇ ਹੈਗੇ ਆ ਤੁਹਾਨੂੰ ਉਹ ਵੀ ਦਿਖਾਵਾਂਗੇ। ਇਸ ਦੇ ਇਲਾਵਾ ਜੇ ਮੈਂ ਗੱਲ ਕਰਾਂ ਕਿ ਸਮੁੱਚੇ ਈਵੈਂਟ ਜਿਹੜਾ ਸੀਗਾ ਉਸ ਦੇ ਵਿੱਚ ਅਲੱਗ-ਅਲੱਗ ਜਿਹੜੇ ਈਵੈਂਟ ਅਸੀਂ ਪੰਜਾਬ ਨਗਾਰਾ ਵੱਲੋਂ ਜੋ ਕਵਰ ਕੀਤੇ ਗਏ, ਉਸ ਦੇ ਵਿੱਚ ਜਿਹੜਾ ਸਾਡਾ ਵਿਰਾਸਤੀ ਗੱਤਕਾ ਜਿਹੜਾ ਖੇਡਿਆ ਜਾਂਦਾ ਵਾ ਸੰਗਤਾਂ ਵੱਲੋਂ ਖਾਲਸਾਈ ਜਾਹੋ ਜਲਾਲ ਦੇ ਨਾਲ, ਉਸ ਦਾ ਈਵੈਂਟ ਵੀ ਜਿਹੜਾ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਹੀ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇੱਕ ਅਲੌਕਿਕ ਜਿਹੜਾ ਸੀਗਾ ਮੋਟਰਸਾਈਕਲ ਸ਼ੋਅ ਵੀ ਜਿਹੜਾ ਆਯੋਜਿਤ ਕੀਤਾ ਗਿਆ। ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇਸ ਮੌਕੇ ਦਸਤਾਰ ਸਜਾਉਣ ਦੇ ਜੋ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਦੇ ਤਹਿਤ ਵੱਖ-ਵੱਖ ਨੌਜਵਾਨਾਂ ਨੂੰ ਜਿਹੜੀਆਂ ਦਸਤਾਰਾਂ ਸਜਾਈਆਂ ਗਈਆਂ। ਇਸ ਦੇ ਨਾਲ ਹੀ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਵੀ ਇੱਕ ਅਵੇਅਰਨੈਸ ਕੈਂਪ ਜਿਹੜਾ ਲਗਾਇਆ ਗਿਆ, ਪੀਪਲ ਅੰਗੇਜ ਕੈਂਪ ਜਿਹੜਾ ਉਸ ਦੇ ਵਿੱਚ ਲਗਾਇਆ ਗਿਆ। ਡਰੱਗ ਅਵੇਅਰਨੈਸ ਸੁਸਾਇਟੀ ਵੱਲੋਂ ਇੱਕ ਨਸ਼ੇ ਦੇ ਖਿਲਾਫ, ਨਸ਼ਿਆਂ ਦੀ ਵਰਤੋਂ ਦੇ ਖਿਲਾਫ, ਨਸ਼ਾ ਮੁਕਤੀ ਦੀ ਜਾਗਰੂਕਤਾ ਵਾਸਤੇ ਵੀ ਇੱਕ ਅਵੇਅਰਨੈਸ ਕੈਂਪ ਲਗਾਇਆ ਗਿਆ। ਸਿੱਖ ਨੇਸ਼ਨ ਵੱਲੋਂ ਬਲੱਡ ਡੋਨੇਸ਼ਨ ਕੈਂਪ ਦੇ ਅਵੇਅਰਨੈਸ ਵਾਸਤੇ ਵੀ ਇੱਕ ਬੂਥ ਜਿਹੜਾ ਬਕਾਇਦਾ ਲਗਾਇਆ ਗਿਆ। ਪੰਜਾਬ ਨਗਾਰਾ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ। ਬਲੱਡ ਡੋਨੇਸ਼ਨ ਸਿੱਖ ਨੇਸ਼ਨ ਵੱਲੋਂ ਜੋ ਬਲੱਡ ਡੋਨੇਸ਼ਨ ਜਿਹੜਾ ਲਗਾਇਆ ਗਿਆ ਹੈ, ਬਲੱਡ ਡੋਨੇਸ਼ਨ ਕੈਂਪ ਜਿਹੜਾ ਲਗਾਇਆ ਗਿਆ, ਇੱਥੇ ਇਨੀਸ਼ੀਏਟਿਵ ਲਿਆ ਗਿਆ ਹੈਗਾ। ਅਸੀਂ ਇਹ ਗੱਲ ਕਰਾਂਗੇ ਕਿ ਸਿੱਖ ਨੇਸ਼ਨ ਕਿੰਨੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈਗਾ ਇਸ ਫੀਲਡ ਦੇ ਵਿੱਚ, ਅਤੇ ਅੱਜ ਜਿਹੜਾ ਇਹ ਕੈਂਪ ਲਗਾਇਆ ਹੈਗਾ ਉਹਦਾ ਕੀ ਮਕਸਦ ਹੈਗਾ ਆ। ਤੇ ਸਾਡੇ ਨਾਲ ਨੇ ਰਣਜੀਤ ਸਿੰਘ ਪਨੇਸਰ, ਉਹਨਾਂ ਨਾਲ 2 ਮਿੰਟ ਗੱਲ ਕਰਾਂਗੇ। ਰਣਜੀਤ ਸਿੰਘ ਪਨੇਸਰ ਜੀ, ਮੈਨੂੰ ਦੱਸੋਗੇ ਕਿ ਇਹ ਜਿਹੜਾ ਕੈਂਪ ਹੈਗਾ ਆ, ਪਹਿਲਾਂ ਵੀ ਸੰਸਥਾ ਬਾਰੇ ਜੇ ਤੁਸੀਂ ਦੱਸਣਾ ਚਾਹੋ ਕਿ ਸੰਸਥਾ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਆ ਤੇ ਅਲੱਗ ਜਿਹੜੇ ਕੈਂਪ ਲਗਾਈ, ਕੀ ਮਕਸਦ ਕੀ ਹੈ ਸੰਸਥਾ ਦਾ? ਇਹ ਜਿਹੜੀ ਤੁਸੀਂ ਕੈਂਪ ਕਹਿ ਰਹੇ ਹੋ, ਅਸਲ 'ਚ ਵਿੱਚ ਕੈਂਪ ਨਹੀਂ ਹੈ। ਅਸੀਂ ਇੱਥੇ ਅੱਜ ਬਲੱਡ ਡੋਨੇਸ਼ਨ ਨਹੀਂ ਲੈ ਰਹੇ, ਅਸੀਂ ਸਿਰਫ ਲੋਕਾਂ ਦੇ ਨਾਮ ਨੰਬਰ ਲੈਂਦੇ ਹਾਂ, ਕਿਉਂਕਿ ਜਿਹੜੀ ਕੈਂਪੇਨ ਆ ਇਹ ਅਸੀਂ ਇੱਕ ਕੈਂਪੇਨ ਦੇ ਅੰਡਰ ਬਲੱਡ ਡੋਨੇਸ਼ਨ ਕਰਾਉਂਦੇ ਹਾਂ। ਸੋ ਇਸ ਦਾ ਕੈਂਪੇਨ ਦਾ ਨਾਮ ਹੈ ਕੈਂਪੇਨ ਅਗੇਂਸਟ ਜੈਨੋਸਾਈਡ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ। ਸਿੱਖ ਕੌਮ ਵੱਲੋਂ ਖੂਨਦਾਨ ਕੀਤਾ ਜਾਂਦਾ ਹਰ ਸਾਲ ਨਵੰਬਰ ਦੇ ਵਿੱਚ, ਕਿਉਂਕਿ ਨਵੰਬਰ 1984 ਦੇ ਵਿੱਚ ਜੋ ਘਾਣ ਆਪਣੀ ਕੌਮ ਦਾ ਇੰਡੀਆ ਦੇ ਵਿੱਚ ਹੋਇਆ ਸੀ, ਜਿਹੜੀਆਂ ਜਾਨਾਂ ਗਈਆਂ ਉਹਨਾਂ ਨੂੰ ਯਾਦ ਰੱਖਦੇ ਹੋਏ ਇੱਥੇ ਜਾਨਾਂ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ। ਸੋ ਇਹ ਜਿਹੜੀ ਕੈਂਪੇਨ ਹੈ 1999 ਤੋਂ ਚੱਲ ਰਹੀ ਹੈ। 1999 ਤੋਂ ਲੈ ਕੇ ਵੈਨਕੂਵਰ ਤੋਂ ਸ਼ੁਰੂਆਤ ਹੋਈ ਹੋਈ ਕੈਂਪੇਨ ਦੀ। ਇਸ ਵੇਲੇ ਪੂਰੇ ਕੈਨੇਡਾ ਦੇ ਵਿੱਚ ਹਰ ਨਵੰਬਰ ਦੇ ਵਿੱਚ ਹਰੇਕ ਜਿਹੜਾ ਵੀ ਸਿੱਖ ਭਾਈ ਭੈਣਾਂ ਨੇ, ਸਾਰੇ ਜਣੇ ਇਹ ਆਪਣਾ ਖੂਨਦਾਨ ਕਰਦੇ ਨੇ ਤਾਂ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ। ਕੈਨੇਡਾ ਦੇ ਵਿੱਚ ਇਸ ਟਾਈਮ 'ਤੇ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਦੀ ਜਿਹੜੀ ਕੈਂਪੇਨ ਹੈ, ਇਸ ਟਾਈਮ ਸਾਰਿਆਂ ਨਾਲੋਂ ਵੱਡਾ ਡੋਨਰ ਗਰੁੱਪ ਜਿਹੜਾ ਉਹ ਆਪਣਾ ਸਿੱਖ ਨੇਸ਼ਨ ਦਾ ਹੈ। ਸੋ ਅਸੀਂ ਐਜ਼ ਏ ਵਲੰਟੀਅਰ ਇਹਦੇ ਨਾਲ ਉਦੋਂ ਦੇ ਜੁੜੇ ਹੋਏ ਹਾਂ। ਸਾਨੂੰ 12 ਸਾਲ ਹੋ ਗਏ ਨੇ ਇੱਥੇ ਓਨਟਾਰੀਓ ਦੇ ਵਿੱਚ, 11 ਸਾਲ ਹੋ ਗਏ। 12ਵੀਂ ਕੈਂਪੇਨ ਐਤਕੀ ਨਵੰਬਰ 'ਚ ਆਉਣੀ ਹੈ। ਸੋ ਐਤਕੀ ਨਵੰਬਰ ਦੇ ਵਿੱਚ ਫਿਰ ਵੱਧ ਤੋਂ ਵੱਧ ਅਸੀਂ ਬੇਨਤੀ ਕਰਾਂਗੇ ਸਾਰਿਆਂ ਨੂੰ ਕਿ ਤੁਸੀਂ ਆਪਣਾ ਖੂਨਦਾਨ ਕਰਕੇ ਕਿਸੇ ਦੀ ਜਾਨ ਬਚਾਓ। ਔਰ ਇਹ ਜਿਹੜਾ ਕੈਂਪ ਲੱਗਦੇ ਨਵੰਬਰ ਦੇ ਵਿੱਚ ਓਨਟਾਰੀਓ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਲੱਗਦੇ ਆ। ਟੋਰਾਂਟੋ 'ਚ ਵੀ ਹੁੰਦਾ ਹੈ, ਬਰੈਂਪਟਨ 'ਚ ਵੀ, ਮਿਸੀਸਾਗਾ 'ਚ ਵੀ, ਅਤੇ ਓਟਵਾ ਤੱਕ, ਵਿੰਡਜ਼ਰ ਤੱਕ ਵੀ ਹਰ 7 ਸਾਲ ਜਾ ਕੇ ਅਸੀਂ ਇਹਨਾਂ ਦੇ ਜਿਹੜੇ ਕੈਂਪੇਨ ਦਾ ਇੰਤਜ਼ਾਮ ਕਰਦੇ ਹਾਂ। ਬੇਨਤੀ ਕਰਦੇ ਹਾਂ ਸਾਰੇ ਤੁਹਾਡੇ ਦਰਸ਼ਕਾਂ ਨੂੰ ਕਿ ਤੁਸੀਂ ਵੀ ਇਸ ਦੇ ਨਾਲ ਜੁੜੋ। ਆਨਲਾਈਨ ਤੁਸੀਂ ਜਾ ਸਕਦੇ ਹੋ, ਫੇਸਬੁੱਕ 'ਤੇ ਸਾਡਾ ਪੇਜ ਹੈ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਓਨਟਾਰੀਓ ਦਾ, ਕਿਉਂਕਿ ਉਸ ਤਰ੍ਹਾਂ ਦੇ ਜਿਹੜੇ ਗਰੁੱਪ ਨੇ ਉਹ ਵੈਨਕੂਵਰ 'ਚ ਵੀ ਹੈਗੇ ਨੇ। ਸਾਡਾ ਓਨਟਾਰੀਓ ਦਾ ਪੇਜ ਹੈ, ਤੁਸੀਂ ਉੱਥੋਂ ਲਾਈਕ ਕਰਕੇ ਸਾਰੀ ਦੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਉਹਨਾਂ ਨੇ ਇੱਕ ਬੜੀ ਅਹਿਮ ਗੱਲ ਕੀਤੀ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਗੱਲ ਕਰਨੀ ਚਾਹੂੰਗਾ ਕਿ 84 ਦੇ ਕਤਲੇਆਮ ਦੇ ਸੰਬੰਧ ਵਿੱਚ
ਇੱਕ ਮੈਸੇਜ ਦੇਣ ਵਾਸਤੇ ਦੁਨੀਆ ਭਰ ਨੂੰ ਇਹ ਮੈਸੇਜ ਦੇਣ ਵਾਸਤੇ ਕਿ ਸਿੱਖ ਇਹਨੂੰ ਆਪਣੇ ਹਿਰਦਿਆਂ ਦੇ ਉੱਪਰ ਕਿਸ ਤਰ੍ਹਾਂ ਫੀਲ ਕਰਦੇ ਹੈਗੇ ਆ। ਤੇ ਇਹਦਾ ਇੱਕ ਜਿਹੜਾ ਅਲੌਕਿਕ ਤਰੀਕਾ ਹੈਗਾ ਆ, ਇਸ ਸੰਸਥਾ ਵੱਲੋਂ ਅਪਣਾਇਆ ਗਿਆ ਹੈਗਾ ਆ ਕਿ ਬਲੱਡ ਡੋਨੇਸ਼ਨ ਕਰਕੇ ਕਿ ਅਸੀਂ ਸਿੱਖ ਇੱਕ ਸਾਡਾ ਇਹ ਵੀ ਤਰੀਕਾ ਹੈਗਾ ਰੋਸ ਪ੍ਰਗਟ ਕਰਨ ਦਾ ਵੀ, ਤੇ ਸਮੁੱਚੀ ਜਿਹੜੀ ਵਰਲਡ ਭਰ ਦੇ ਵਿੱਚ ਜਿਹੜੀ ਹਿਊਮੈਨਿਟੀ ਹੈਗੀ ਉਹਨੂੰ ਦੱਸਣ ਵਾਸਤੇ ਕਿ 84 ਦੇ ਵਿੱਚ ਸਾਡੇ ਨਾਲ ਜਿਹੜਾ ਜੈਨੋਸਾਈਡ ਹੋਇਆ ਸੀਗਾ, ਅਸੀਂ ਉਹਨੂੰ ਜੈਨੋਸਾਈਡ ਮੰਨਦੇ ਹੈਗੇ ਆ ਅਤੇ ਉਹਨੂੰ ਅਸੀਂ ਇੱਕ ਕਿਸਮ ਦੇ ਨਾਲ ਕਿਸ ਤਰ੍ਹਾਂ ਯਾਦ ਕਰਦੇ ਹਾਂ ਕਿ ਅਸੀਂ ਇਹ ਦੱਸਣਾ ਚਾਹੁੰਦੇ ਹੈਗੇ ਆ ਕਿ ਬਲੱਡ ਡੋਨੇਸ਼ਨ ਕਰਕੇ ਅਸੀਂ ਸਮੁੱਚੀ ਮਾਨਵਤਾ ਦਾ ਭਲਾ ਚਾਹੁੰਦੇ ਹਾਂ। ਸਿੱਖ ਕੌਮ ਹਮੇਸ਼ਾ ਹੀ ਸਮੁੱਚੀ ਮਾਨਵਤਾ ਦਾ ਭਲਾ ਚਾਹੁੰਦੀ ਹੈਗੀ ਆ। ਜੇ ਸਾਡੇ ਨਾਲ ਉਸ ਟਾਈਮ ਤੇ ਇਹ ਜੈਨੋਸਾਈਡ ਹੋਇਆ ਸੀ ਲੇਕਿਨ ਫਿਰ ਵੀ ਅਸੀਂ ਇੰਨਾ ਵਿਸ਼ਾਲ ਵਿਰਦਾ ਰੱਖਦੇ ਹੈਗੇ ਆ ਕਿ ਅਸੀਂ ਸਮੁੱਚੀ ਮਾਨਵਤਾ ਦਾ ਭਲਾ ਚਾਹੁੰਦੇ ਹਾਂ, ਉਸ ਸਮੇਂ ਵੀ ਤੇ ਅੱਜ ਵੀ। ਤੇ ਸੋ ਸਾਨੂੰ ਇੱਕ ਜਿਹੜਾ ਸਪੈਸ਼ਲ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਸੀਗਾ, ਦੱਸਿਆ ਗਿਆ ਸੀ ਵਰਲਡ ਭਰ ਦੇ ਵਿੱਚ, ਉਹ ਅਸੀਂ ਨਹੀਂ ਹੈਗੇ ਆ। ਅਸੀਂ ਆਪਣੇ ਆਪ ਦੇ ਵਿੱਚ ਕਮਿਊਨਿਟੀ ਵੈਲਫੇਅਰ ਦੇ ਵਾਸਤੇ ਕੰਮ ਕਰਦੇ ਹੈਗੇ ਆ। 23 ਸਾਲ ਤੋਂ ਇਹ ਸੰਸਥਾ ਕੰਮ ਕਰ ਰਹੀ ਹੈਗੀ ਆ। ਨਵੰਬਰ ਮਹੀਨੇ ਦੇ ਵਿੱਚ ਇਹਨਾਂ ਦਾ ਬਹੁਤ ਖਾਸ ਇਵੈਂਟ ਹੁੰਦੇ ਆ, ਉਹਦੇ ਲਈ ਬਕਾਇਦਾ ਉਹਨਾਂ ਨੇ ਵੈਬਸਾਈਟ ਜਿਹੜੀ ਆਪਣੀ ਦੱਸੀ ਹੈਗੀ ਆ। ਜਿੰਨੇ ਵੀ ਸਾਡੇ ਇੱਥੇ ਕੈਨੇਡਾ ਦੇ ਵਾਸੀ ਹੈਗੇ ਆ, ਅੰਟਾਰੀਓ ਦੇ ਜਿਹੜੇ ਯੂਥ ਹੈਗੇ ਆ ਵਲੰਟੀਅਰ ਕਰਨਾ ਚਾਹੁੰਦੇ ਹੈਗੇ ਇਹਨਾਂ ਦੇ ਨਾਲ, ਉਹਨਾਂ ਕੋਲ ਬੜਾ ਇੱਕ ਖਾਸ ਮੌਕਾ ਹੈਗਾ ਕਿ ਉਹ ਇਹਨਾਂ ਦੇ ਨਾਲ ਜੁੜ ਸਕਦੇ। ਅਸੀਂ ਬਕਾਇਦਾ ਇਹਨਾਂ ਨੂੰ ਕੋਈ ਨੰਬਰ ਵੀ ਪੁੱਛਾਂਗੇ ਵੈਬਸਾਈਟ ਤੇ, ਦੁਬਾਰਾ ਵੈਬਸਾਈਟ ਵੀ ਜਾਣਕਾਰੀ ਲਵਾਂਗੇ। ਤੁਸੀਂ ਇਹਨਾਂ ਨਾਲ ਜੁੜ ਸਕਦੇ ਹੈਗੇ ਹੋ। ਸਿੱਖੀ ਦਾ ਸਹੀ ਮਕਸਦ ਇਹੀ ਹੈਗਾ ਕਿ ਅਸੀਂ ਕੁਛ ਨਾ ਕੁਛ ਡੋਨੇਟ ਕਰੀਏ, ਦੇਣ ਦਈਏ ਸਮਾਜ ਨੂੰ। ਤੇ ਮੈਂ ਉਹਨਾਂ ਨੂੰ ਪੁੱਛੂੰਗਾ ਇੱਕ ਵਾਰੀ ਸਮ ਅਪ ਕਰਨਾ ਚਾਹਣ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਖਾਸ ਕਰਕੇ ਸਾਡੇ ਇੱਥੋਂ ਦੇ ਬੋਰਨ ਹੈਗੇ ਆ ਜਾਂ ਸਟੂਡੈਂਟ ਆਏ ਹੈਗੇ ਆ ਜਿਹੜੇ ਕੁਛ ਸਮਾਜ ਲਈ ਕੁਛ ਕਰਨਾ ਚਾਹੁੰਦੇ ਹੈਗੇ ਆ ਵਲੰਟੀਅਰ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਭਾਈ ਸਾਹਿਬ, ਤੁਸੀਂ ਆਪ ਹੀ ਜਿਹੜੀ ਗੱਲ ਕੀਤੀ ਹੈ ਵੀ ਕੈਂਪੇਨ ਅਗੇਂਸਟ ਜੈਨੋਸਾਈਡ ਹੈ, ਸਾਡੇ ਨਾਲ 1984 ਜੋ ਹੋਇਆ ਉਹ ਆਪਾਂ ਕਦੀ ਨਹੀਂ ਭੁੱਲ ਸਕਦੇ ਔਰ ਕਿਸੇ ਵੀ ਕੌਮ ਨੂੰ ਇਹ ਨਹੀਂ ਭੁੱਲਣਾ ਚਾਹੀਦਾ। ਆਪਣਾ ਇਤਿਹਾਸ ਕਹਿੰਦੇ ਜੇਕਰ ਤੁਸੀਂ ਭੁੱਲ ਜਾਂਦੇ ਹੋ ਤਾਂ ਇਤਿਹਾਸ ਫਿਰ ਦੁਹਰਾਉਂਦਾ ਹੈ। ਸੋ ਉਹਨੂੰ ਭੁੱਲਣ ਨਾ ਕਰਕੇ, ਉਹਨੂੰ ਭੁੱਲਿਆ ਨਾ ਜਾਵੇ, ਇਸ ਕਰਕੇ ਅਸੀਂ ਹਰ ਸਾਲ ਨਵੰਬਰ ਦੇ ਵਿੱਚ ਇਹ ਕੰਮ ਕਰਦੇ ਹਾਂ ਕਿ ਆਪਣਾ ਖੂਨ ਦਿਓ ਤੇ ਜਾਨ ਬਚਾਓ। ਜਾਨ ਕਿਹਦੀ ਬਚ ਸਕਦੀ? ਕਿਸੇ ਦੀ ਵੀ ਬਚ ਸਕਦੀ ਹੈ। ਉਹ ਇਕੱਲੀ ਸਿੱਖ ਦੀ ਜਾਨ ਨਹੀਂ ਹੈ, ਕਿਸੇ ਹਿੰਦੂ ਦੀ, ਮੁਸਲਮਾਨ ਦੀ, ਕਿਸੇ ਕ੍ਰਿਸਚਨ ਦੀ ਵੀ ਬਚ ਸਕਦੀ ਹੈ ਔਰ ਇਹ ਹਿਊਮੈਨਿਟੀ ਦਾ ਕਾਜ਼ ਹੈ। ਔਰ ਜਿਹੜੀ ਆਪਣੀ ਕੈਂਪੇਨ ਹੈ ਉਸ ਦਾ ਨਾਮ ਹੈ ਕੈਂਪੇਨ ਅਗੇਂਸਟ ਜੈਨੋਸਾਈਡ, ਨਾਟ ਓਨਲੀ ਸਿੱਖ ਜੈਨੋਸਾਈਡ, ਐਨੀਵੇਅਰ ਇਨ ਦ ਵਰਲਡ। ਕਿਤੇ ਵੀ ਧੱਕਾ ਹੁੰਦਾ ਹੈ, ਕਿਸੇ ਵੀ ਕੌਮ ਨਾਲ ਹੁੰਦਾ ਹੈ, ਸਾਡਾ ਉਸ ਦੇ ਵਿਰੋਧ ਵਿੱਚ ਇਹ ਕੈਂਪੇਨ ਆ ਕਿ ਅਸੀਂ ਖੂਨਦਾਨ ਕਰਕੇ ਅਸੀਂ ਜਾਨਾਂ ਬਚਾਉਣ ਵਾਲੀ ਕੌਮ ਹੈ। ਜਿਹੜੇ ਇੱਥੋਂ ਦੇ ਯੂਥ ਹੈਗੇ ਜੁੜਨਾ ਚਾਹੁੰਦੇ ਹੈ, ਵਲੰਟੀਅਰ ਕਰਨਾ ਚਾਹੁੰਦੇ, ਜੀ ਬਿਲਕੁਲ ਮੈਸੇਜ ਦੇਣਾ ਚਾਹੁੰਦੇ? ਬਿਲਕੁਲ ਜੀ, ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾਓ, ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਓਨਟਾਰੀਓ ਦਾ ਪੇਜ ਤੁਸੀਂ ਲਾਈਕ ਕਰੋਗੇ, ਤੁਹਾਨੂੰ ਉੱਥੇ ਸਾਰੀ ਇਨਫੋਰਮੇਸ਼ਨ ਮਿਲ ਜਾਣੀ ਹੈ, ਕਦੋਂ ਬਲੱਡ ਡੋਨੇਸ਼ਨ ਦੇ ਕੈਂਪ ਲੱਗਦੇ ਨੇ, ਕਿੱਥੇ ਲੱਗਦੇ ਨੇ। ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਆ ਕੇ ਤੁਸੀਂ ਸਾਨੂੰ ਜੁਆਇਨ ਕਰੋ, ਡੋਨੇਟ ਕਰੋ। ਅਸੀਂ ਸਾਰੇ ਵਲੰਟੀਅਰ ਹਾਂ। ਹਰਦੀਪ ਸਿੰਘ ਜੀ ਖੜੇ ਆ, ਪਿੱਛੇ ਸਾਡੀ ਟੀਮ ਹੈ, ਆ ਤੁਸੀਂ ਦੇਖ ਰਹੇ ਹੋ ਕਈ ਜਣੇ ਨੇ। ਅਸੀਂ ਸਾਰੇ ਵਲੰਟੀਅਰ ਕੰਮ ਕਰਦੇ ਹਾਂ। ਇਹਦੇ ਵਿੱਚ ਕੋਈ ਪੈਸਾ ਇਕੱਠਾ ਨਹੀਂ ਕੀਤਾ ਜਾਂਦਾ। ਸਾਡੇ 'ਚ ਕੋਈ ਪ੍ਰਧਾਨ ਨਹੀਂ ਗਾ, ਸਾਡੇ 'ਚ ਕੋਈ ਐਸੋਸੀਏਸ਼ਨ ਦੀ ਰਜਿਸਟ੍ਰੇਸ਼ਨ ਨਹੀਂ, ਨਾ ਸਾਡਾ ਕੋਈ ਬੈਂਕ ਅਕਾਊਂਟ ਆ, ਕੋਈ ਪੈਸਾ ਇਨਵੋਲਵ ਨਹੀਂ। ਜਸਟ ਤੁਹਾਡਾ ਟਾਈਮ ਹੈ, ਤੁਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਅਸੀਂ ਕੀ ਕਰਦੇ ਹਾਂ। ਅਸੀਂ ਸਿਰਫ ਬਲੱਡ ਡੋਨੇਟ ਕਰਵਾਉਂਦੇ ਹਾਂ ਸਾਰਿਆਂ ਤੋਂ, ਕੋਈ ਵੀ ਆ ਕੇ ਕਰ ਸਕਦਾ, ਹਿੰਦੂ ਵੀ, ਸਿੱਖ ਵੀ, ਮੁਸਲਮਾਨ ਵੀ, ਸਾਰੇ ਕਰ ਸਕਦੇ ਨੇ। ਤੇ ਜਾਨਾਂ ਜਿਹੜੀਆਂ ਬਚਦੀਆਂ ਨੇ ਉਹ ਸਾਰੀਆਂ ਲੋਕਾਂ ਦੀ ਬਚਦੀਆਂ ਨੇ। ਵੀ ਲਿਵ ਇਨ ਅ ਬਿਊਟੀਫੁਲ ਕੰਟਰੀ ਜਿੱਥੇ ਤੁਹਾਨੂੰ ਇਹ ਸਭ ਕੁਝ ਮਿਲਦਾ। ਫੋਨ ਨੰਬਰ ਤੇ ਵੈਬਸਾਈਟ ਦੁਬਾਰਾ ਕਲੀਅਰ ਕਰਨਾ ਚਾਹੋਗੇ? ਟੈਲੀਫੋਨ ਨੰਬਰ 647 708 1984 ਸਾਡੀ ਕੈਂਪੇਨ ਦਾ ਨੰਬਰ ਆ। ਉਹਦੇ ਨਾਲੋਂ ਬੈਸਟ ਹੈ ਕਿ ਤੁਸੀਂ ਫੇਸਬੁੱਕ ਪੇਜ ਲਾਈਕ ਕਰ ਲਓ, ਉੱਥੇ ਤੁਹਾਡੀ ਸਾਰੀ ਇਨਫੋਰਮੇਸ਼ਨ ਮਿਲ ਜਾਣੀ ਹੈ। ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਓਨਟਾਰੀਓ ਦਾ ਪੇਜ। ਪਨੇਸਰ ਉਹਨਾਂ ਨੇ ਮੈਨੂੰ ਇੱਕ ਗੱਲੋਂ ਕਰੈਕਟ ਕੀਤਾ ਹੈਗਾ ਤੇ ਮੈਂ ਉਹਨਾਂ ਨਾਲ 100% ਸਹਿਮਤ ਹੈਗਾ। ਜਿਹੜਾ ਉਹਨਾਂ ਅਪਡੇਟ ਕੀਤਾ ਹੈਗਾ ਕਿ ਇਹ ਜਿਹੜਾ ਸਿੱਖ ਨੇਸ਼ਨ ਵੱਲੋਂ ਜਿਹੜਾ ਇਨੀਸ਼ੀਏਟਿਵ ਲਿਆ ਜਾ ਰਿਹਾ ਹੈਗਾ ਜੈਨੋਸਾਈਡ ਦੇ ਖਿਲਾਫ, ਅਗੇਂਸਟ ਜੈਨੋਸਾਈਡ, ਕੋਈ ਵੀ ਜੈਨੋਸਾਈਡ ਹੋ ਸਕਦਾ। ਕਿਸ ਇੱਕ ਕਮਿਊਨਿਟੀ ਤੱਕ ਉਹ ਪਾਰਟੀਕੂਲਰ ਆਪਣੇ ਆਪ ਨੂੰ ਨਹੀਂ ਰੱਖ ਰਹੇ, ਕਿਉਂਕਿ ਸਾਡਾ ਸਿੱਖੀ ਦਾ ਇੱਕ ਮਕਸਦ ਹੈਗਾ ਆ ਕਿ ਅਸੀਂ ਹਿਊਮੈਨਿਟੀ ਦੀ ਗੱਲਬਾਤ ਕਰਦੇ ਹਾਂ, ਹਿਊਮੈਨਿਟੀ ਵੈਲਫੇਅਰ ਦੀ ਗੱਲਬਾਤ ਕਰਦੇ ਹਾਂ। ਜਦੋਂ ਹਿਊਮੈਨਿਟੀ ਵੈਲਫੇਅਰ ਦੀ ਗੱਲ ਆਉਂਦੀ ਹੈ ਤਾਂ ਫਿਰ ਸਾਰਾ ਹੀ ਸਮੁੱਚਾ ਨਾਨਕ ਨਾਮ ਲੇਵਾ ਜਿੰਨਾ ਵੀ ਉਹਦੇ ਵਿੱਚ ਹੈਗਾ, ਜੋ ਸਾਡੇ ਗੁਰੂ ਸਾਹਿਬਾਨ ਦਾ ਉਪਦੇਸ਼ ਹੈਗਾ, ਸੋ ਉਹਦੇ ਮੁਤਾਬਕ ਇਹ ਕਹਿੰਦੇ ਕਿ ਅਸੀਂ ਸਾਰੀ ਕਮਿਊਨਿਟੀ ਦੇ ਲਈ ਇਹੀ ਕੰਮ ਕਰਦੇ ਹਾਂ, ਇਹਦੇ ਵਿੱਚ ਇਨਵੋਲਵ ਸਮਝਦੇ ਉਹਨਾਂ ਨੂੰ। ਉਹਨਾਂ ਵੱਲੋਂ ਬਕਾਇਦਾ ਇਹ ਗੱਲ ਵੀ ਸਪਸ਼ਟ ਕੀਤੀ ਗਈ ਹੈਗੀ ਆ ਕਿ ਇਹ ਜਿਹੜਾ ਨਿਰਸਵਾਰਥ ਨਿਸ਼ਕਾਮ ਜਿਹੜੀ ਇਹ ਸੇਵਾ ਹੈਗੀ ਆ, ਬਕਾਇਦਾ ਉਹ ਇਸ ਨੂੰ ਆਰਗੇਨਾਈਜ਼ ਕਰਦੇ ਹੈਗੇ ਆ ਔਰ ਇਹਨੂੰ ਮੈਨੇਜ ਵੀ ਉਹ ਖੁਦ ਕਰਦੇ ਹੈਗੇ, ਸਾਰਾ ਸੰਗਤਾਂ ਦੇ ਸਹਿਯੋਗ ਦੇ ਨਾਲ। ਹਾਂਜੀ, ਸਹਿਯੋਗ ਤੋਂ ਭਾਵ ਵਲੰਟੀਅਰ ਜਿੰਨਾ ਵੀ ਕੰਮ ਕਰਦੇ ਆ ਨਾਲ, ਉਹ ਉਹਨਾਂ ਨੇ ਬਕਾਇਦਾ ਆਪਣਾ ਵੈਬਸਾਈਟ, ਫੋਨ ਨੰਬਰ ਵੀ ਜਾਰੀ ਕੀਤਾ ਆ। ਅਸੀਂ ਵੀ ਬਕਾਇਦਾ ਇਹ ਸਾਰੇ ਮੈਸੇਜ ਦੇਣਾ ਚਾਹਾਂਗੇ ਖਾਲਸਾ ਸਾਜਨਾ ਦਿਵਸ ਦੇ ਉੱਪਰ
ਕਿ ਆਉਣ ਵਾਲਾ ਸਮੇਂ ਦੇ ਵਿੱਚ ਨਵੰਬਰ ਮਹੀਨੇ ਜਿਹੜਾ ਉਹਨਾਂ ਦਾ ਖਾਸ ਇਵੈਂਟ ਹੁੰਦੇ ਆ, ਤੁਸੀਂ ਜ਼ਰੂਰ ਉਹਨਾਂ ਨਾਲ ਸੰਪਰਕ ਕਰੋ। ਉਹਨਾਂ ਫੋਨ ਨੰਬਰ ਸਾਂਝਾ ਕੀਤਾ। ਸਿੱਖ ਨੇਸ਼ਨ ਦੇ ਫੇਸਬੁੱਕ ਦੇ ਨਾਲ ਵੀ ਤੁਸੀਂ ਜੁੜ ਸਕਦੇ ਹੈਗੇ ਹੋ। ਜਿਹੜੇ ਵੀ ਵਲੰਟੀਅਰ ਕਰਨਾ ਚਾਹੁੰਦੇ ਆ, ਸੇਵਾ ਕਰਨਾ ਚਾਹੁੰਦੇ ਆ, ਉਹਨਾਂ ਨਾਲ ਫੋਨ ਨੰਬਰ 'ਤੇ ਜਾਂ ਫੇਸਬੁੱਕ 'ਤੇ ਜਾਂ ਉਹਨਾਂ ਦੀ ਵੈਬਸਾਈਟ ਦੇ ਉੱਪਰ ਉਹਦੇ ਉੱਤੇ ਤੁਸੀਂ ਜਾ ਸਕਦੇ ਹੈਗੇ ਹੋ ਅਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਕਮਿਊਨਿਟੀ ਦੀ ਸੇਵਾ ਵਾਸਤੇ। ਤੁਸੀਂ ਜੁੜੇ ਰਹੋ ਪੰਜਾਬ ਨਗਾਰਾ ਦੇ ਨਾਲ। ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਹੋਰ ਵੀ ਈਵੈਂਟ ਸਾਂਝੇ ਕਰਾਂਗੇ। ਪਨੇਸਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਪੰਜਾਬ ਨਗਾਰਾ ਜੁੜਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਤੇ ਗੁਰੂ ਕੇ ਲੰਗਰ ਵੀ ਟੁੱਟ ਵਰਤਦੇ ਰਹੇ। ਗੁਰੂ ਕੇ ਲੰਗਰ ਦੇ ਪ੍ਰਬੰਧਕਾਂ ਨਾਲ ਸਾਡੀ ਕੁਛ ਜਿਹੜੇ ਬੂਥ ਲਗਾਏ ਗਏ ਸੀ ਉਹਨਾਂ ਨਾਲ ਵੀ ਗੱਲਬਾਤ ਹੋਈ। ਪੰਜਾਬ ਨਗਾਰਾ ਟੀਵੀ ਨਾਲ ਜੁੜੇ ਹੋਏ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ। ਖਾਲਸਾ ਸਾਜਨਾ ਦਿਵਸ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ। ਅਸੀਂ ਵੱਖ-ਵੱਖ ਈਵੈਂਟ ਜਿਹੜੇ ਆ ਕਵਰ ਕਰ ਰਹੇ ਹਾਂ। ਸੋ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਲੰਗਰ ਕਿੱਦਾਂ ਸਜਾਏ ਜਾਂਦੇ ਆ। ਅਲੱਗ-ਅਲੱਗ ਤਰ੍ਹਾਂ ਦੇ ਲੰਗਰ, ਸੰਤਰੇ, ਜੂਸ, ਜਿਹੜੇ ਆਪਣੇ ਕੋਲਡ ਡਰਿੰਕ ਹੈਗੇ ਆ ਉਹ ਲੱਗੇ ਹੋਏ ਆ। ਸੋ ਆਓ ਆਪਾਂ ਤੁਹਾਨੂੰ ਦਿਖਾਉਂਦੇ ਹੈਗੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਲੰਗਰ ਹੈਗੇ ਕਿਸ ਤਰ੍ਹਾਂ। ਤੁਸੀਂ ਦੇਖ ਸਕਦੇ ਹੋ ਸੰਤਰਿਆਂ ਦੀਆਂ ਪੇਟੀਆਂ ਹੈਗੀਆਂ ਨੇ ਜਿਹੜੀਆਂ ਇੱਥੇ ਡਿਸਟ੍ਰੀਬਿਊਟ ਕਰ ਰਹੇ ਹੈਗੇ ਸੰਗਤ। ਜਿਹੜੇ ਇਹ ਆਪਣਾ ਕੋਲਡ ਡਰਿੰਕ ਹੈਗੇ ਆ ਬਕਾਇਦਾ, ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਕੋਲਡ ਡਰਿੰਕ, ਜੂਸ ਸੰਗਤ ਨੂੰ ਸਰਵ ਕੀਤੇ ਜਾ ਰਿਹਾ। ਜਿਹੜਾ ਜੂਥ ਹੈਗਾ ਵਾ ਉਹ ਕੰਮ ਕਰ ਰਿਹਾ ਹੈਗਾ, ਸਰਵਿਸ ਕਰ ਰਿਹਾ ਹੈਗਾ ਜੂਥ ਜਿਹੜਾ ਹੈਗਾ ਆ। ਸੋ ਆਹ ਅੱਗੇ ਜਿਹੜਾ ਸਟਾਲ ਹੈਗਾ ਆ ਅਲੱਗ-ਅਲੱਗ ਤੁਸੀਂ ਦੇਖ ਸਕਦੇ ਹੋ। ਜਿਹੜੇ ਫਰਾਈਆਂ ਦਾ ਲੰਗਰ ਲੱਗਾ ਜੀ, ਇੱਥੇ ਫਰਾਈਆਂ ਦਾ ਲੰਗਰ ਲੱਗਾ ਹੈਗਾ ਆ। ਚਾਹ ਤੇ ਫਰਾਈਆਂ ਤੇ ਪਕੌੜੇ, ਇਹਦਾ ਲੰਗਰ ਹੈਗਾ ਜੀ। ਸਾਡੇ ਨਾਲ ਨੇ ਸਰਦਾਰ ਦਲਬੀਰ ਸਿੰਘ, ਇੱਥੇ ਦੇ ਮੁੱਖ ਸੇਵਾਦਾਰ ਹੈਗੇ ਆ। ਆਪਣਾ ਸਾਰਾ ਆਰਗੇਨਾਈਜ਼ ਕਰਦੇ ਹੈਗੇ ਆ। ਬੜੇ ਲੰਬੇ ਸਾਲਾਂ ਤੋਂ ਇਹ ਜਿਹੜੀ ਸੇਵਾ ਕਰ ਰਹੇ ਹੈਗੇ ਆ। ਸੋ ਇਹਨਾਂ ਨੂੰ ਅਸੀਂ ਪੁੱਛਾਂਗੇ ਕਿ ਕਿੱਦਾਂ ਯੂਥ ਜਿਹੜੇ ਆ ਇੱਥੇ ਇਨਵੋਲਵ ਕਰਦੇ ਆ, ਉਹਨਾਂ ਨੂੰ ਯੂਥ ਨੂੰ ਇੰਸਪਾਇਰ ਕਰਦੇ ਆ। ਬਕਾਇਦਾ ਲੰਗਰ ਦੀ ਪ੍ਰਥਾ ਕੀ ਸੀਗੀ, ਲੰਗਰ ਪ੍ਰਥਾ ਦੀ ਗੁਰੂ ਅਮਰਦਾਸ ਜੀ ਨੇ ਜਦੋਂ ਚਲਾਈ ਤਾਂ ਸਾਡੇ ਲਈ ਮਹਾਨਤਾ ਕੀ ਹੈਗੀ ਆ। ਸੋ ਬੇਸਿਕਲੀ ਮੈਂ ਗੱਲ ਕਰਾਂ ਕਿ ਕਦੋਂ ਤੋਂ ਸੇਵਾ ਨਿਭਾ ਰਹੇ ਹੋ। ਧੰਨਵਾਦ, ਸਵਾਗਤ ਤੁਹਾਡਾ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਦੋਂ ਤੋਂ ਸੇਵਾ ਕਰ ਰਹੇ ਹੋ ਇਹ ਜਿਹੜੀ ਬੂਥ ਲਗਾ ਰਹੇ ਹੋ? ਇਹ ਆਪਾਂ 2006 ਤੋਂ ਸ਼ੁਰੂ ਕੀਤਾ ਸੀਗਾ ਜੀ, ਪਰਿਵਾਰਾਂ ਦੇ ਨਾਲ ਜੀ ਰਲ ਕੇ। ਵੀ ਆਪਣਾ ਜਿੰਨਾ ਕੁ ਆਪਾਂ ਨੂੰ ਪਤਾ ਉਹਨਾਂ ਤਾਂ ਠੀਕ ਆ, ਪਰ ਬੱਚਿਆਂ ਨੂੰ ਆਪਾਂ ਗਾਂ ਆਉਣ ਵਾਲੇ ਆਪਾਂ ਨੂੰ ਦੱਸੀਏ। ਸੋ ਇਸ ਕਰਕੇ ਸਾਰੇ ਪਰਿਵਾਰ ਰਲ ਕੇ ਆਪਣੀ ਸੇਵਾ ਕਰਦੇ ਆ ਤੇ ਬੱਚਿਆਂ ਨੂੰ ਆਪਾਂ ਇਸ ਗੁਰੂ ਮਹਾਰਾਜ ਦਾ 300 ਜਿਹੜਾ ਖਾਲਸਾ ਦਿਵਸ ਆ ਉਹਦੇ ਬਾਰੇ ਦੱਸੀਏ ਵੀ ਸਿੱਖੀ ਸਿਧਾਂਤ ਹੈ ਕੀ ਤੇ ਸਿੱਖਾਂ ਦਾ ਲੰਗਰ ਪ੍ਰਥਾ ਜਾਂ ਜੋ ਵੀ ਹੈਗਾ ਚੱਲਦਾ ਉਸ ਬਾਰੇ ਦੱਸਿਆ ਜਾਵੇ। ਇਹ ਜਿਹੜਾ ਬੂਥ ਜਿੰਨਾ ਸਜਾਇਆ ਜਾ ਰਿਹਾ ਇਹਦੇ ਵਿੱਚ ਬੜੀ ਬੜੀ ਵੈਰਾਈਟੀਆਂ ਹੈਗੀਆਂ ਨੇ, ਅਲੱਗ-ਅਲੱਗ ਤਰ੍ਹਾਂ ਦੇ ਪਕੌੜੇ ਆ, ਫਰਾਈਆਂ ਹੈਗੀਆਂ ਨੇ। ਇਹ ਸਾਰਾ ਕੁਝ ਤਿਆਰ ਕਰਨ ਵਾਸਤੇ ਤੁਸੀਂ ਪਹਿਲਾਂ ਕਦੋਂ ਤੋਂ ਤਿਆਰੀ ਕਰਦੇ ਤੇ ਯੂਥ ਨੂੰ ਕਿੱਦਾਂ ਇੰਸਪਾਇਰ ਕਰਦੇ ਇਹਦੇ ਵਾਸਤੇ? ਇਹਦੇ ਵਾਸਤੇ ਆਪਾਂ ਜੀ ਜਿੱਦਾਂ ਫਰਾਈਡੇ ਨੂੰ ਸ਼ਾਮ ਨੂੰ ਇਹਦੀ ਤਿਆਰੀ ਸ਼ੁਰੂ ਕਰੀਦੀ ਆ। ਜਿਹੜੇ ਆਪਣੇ ਪਰਿਵਾਰ ਆ ਉਹਨਾਂ ਨੂੰ ਮੈਸੇਜ ਪਾ ਦਈਦਾ ਵੀ ਪਰਿਵਾਰਾਂ ਨੂੰ ਇੰਨੀ ਤਰੀਕ ਨੂੰ ਆਪਾਂ ਘਰੇ ਜੋ ਵੀ ਇਹਦੀ ਤਿਆਰੀ ਕਰਨੀ ਆ। ਫਿਰ ਯੂਥ ਨੂੰ ਕਹੀਦਾ ਵੀ ਤੁਸੀਂ ਸਰਵ ਕਰਨਾ ਫੂਡ ਆ ਕੇ, ਉਹਨਾਂ ਨੂੰ ਦੱਸੀਦਾ ਆ ਤੇ ਉਹ ਫਿਰ ਆ ਕੇ ਸਰਵ ਕਰਦੇ ਆ। ਜਿਹੜੀ ਇੱਥੋਂ ਦੀ ਪੀੜ੍ਹੀ ਹੈਗੀ ਆ ਸਾਡੀ ਗਰਾਊਂਡ ਅਪ ਹੈਗੀ ਆ ਜਾਂ ਸਟੂਡੈਂਟ ਆਏ ਹੈਗੇ ਆ ਜਾਂ ਜਿਹੜੇ ਖਾਸ ਕਰਕੇ ਇੱਥੋਂ ਦੇ ਬੌਰਨ ਹੈਗੇ ਆ, ਬਰੌਟ ਅਪ ਹੈਗੇ ਆ, ਤੇ ਜਿਹੜੇ ਆਪਣੇ ਇੱਥੋਂ ਦੇ ਅੱਗੇ ਜਿਹੜੇ ਆਪਣਾ ਉਹਨਾਂ ਨੇ ਇੱਥੇ ਵੱਧ ਫੁੱਲ ਰਹੇ ਸਾਡੇ ਬੱਚੇ, ਉਹਨਾਂ ਵਾਸਤੇ ਇੱਕ ਬੜਾ ਵੱਡਾ ਮੈਸੇਜ ਜਿਹੜਾ ਆ ਦੇ ਰਹੇ ਹੈਗੇ ਆ ਕਿ ਸਾਡੀ ਲੰਗਰ ਪ੍ਰਥਾ ਕੀ ਸੀ, ਇਹਦੀ ਮਹਾਨਤਾ ਕੀ ਹੈਗੀ ਆ। ਸੋ ਕਮਿਊਨਿਟੀ ਨੂੰ ਕਿਵੇਂ ਸਰਵ ਕਰਨਾ ਹੈਗਾ। ਅਸੀਂ ਮੇਰੇ ਕਹਿਣ ਤੋਂ ਭਾਵ ਹੈਗਾ ਕਿ ਸਾਡੇ ਬੱਚੇ ਸਾਡੇ ਵੈਲਿਊਜ਼ ਜਿਹੜੀਆਂ ਨੇ ਇਹਨਾਂ ਚੀਜ਼ਾਂ ਤੋਂ ਸਿੱਖਦੇ ਹੈਗੇ ਆ ਲਾਈਵ, ਕਿ ਜਿਹੜਾ ਅਸੀਂ ਲੰਗਰ ਲਗਾਉਣੇ ਹੈਗੇ ਆ ਉਹਨਾਂ ਨੂੰ ਇਹਦੇ ਵਿੱਚ ਇਨਵੋਲਵ ਕਰਦੇ ਆ, ਬੱਚਿਆਂ ਨੂੰ ਉਹਦੇ ਵਿੱਚ ਸ਼ਾਮਲ ਕਰਦੇ ਹੈਗੇ, ਉਹ ਸਰਵ ਕਰਦੇ ਹੈਗੇ ਆ। ਮੈਂ ਬਹੁਤ ਟਾਈਮ ਤੋਂ ਇਹ ਦੇਖਦਾ ਹੈਗਾ ਕਿ ਜਿਹੜਾ ਇਹ ਲੰਗਰ ਲਗਾਇਆ ਜਾਂਦਾ 3-4 ਦਿਨਾਂ ਤੋਂ ਇਹਦੀ ਤਿਆਰੀ ਕੀਤੀ ਜਾਂਦੀ ਹੈ। ਨੈਕਸਟ ਵੀਕ ਅਸੀਂ ਸਪੈਸ਼ਲ ਕਵਰੇਜ ਇਹਦੇ 'ਤੇ ਕਰਾਂਗੇ। ਕਿਹੜਾ ਜਿੰਨੀਆਂ ਆਈਟਮਾਂ ਬਣਾਈਆਂ ਜਾਂਦੀਆਂ ਉਹਦੇ ਵਾਸਤੇ ਕਿਸ ਤਰ੍ਹਾਂ ਪਹਿਲਾਂ ਤਿਆਰੀ ਕੀਤੀ ਜਾਂਦੀ ਆ। ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਇੱਥੋਂ ਦੀ ਨੌਜਵਾਨ ਪੀੜ੍ਹੀ ਹੈਗੀ ਆ? ਆਉਣ ਵਾਲੀ ਪੀੜ੍ਹੀ ਨੂੰ ਇਹੋ ਹੀ ਆ ਵੀ ਆਪਣੇ ਧਰਮ ਨਾਲ ਵੱਧ ਤੋਂ ਵੱਧ ਜੁੜੋ, ਆਪਣੀਆਂ ਪਰੰਪਰਾਵਾਂ ਨਾਲ ਜੁੜੋ। ਪੇਰੈਂਟਸ ਦੀ ਵੀ ਇਹ ਜ਼ਿੰਮੇਵਾਰੀ ਆ ਜੀ ਕਿ ਸਾਨੂੰ ਜੋ ਵੀ ਕੁਝ ਜਿੰਨਾ ਵੀ ਸਾਡੇ ਬਜ਼ੁਰਗਾਂ ਨੇ ਦਿੱਤਾ ਸੀ ਉਹ ਤੋਂ ਵੱਧ ਆਪਣੇ ਬੱਚਿਆਂ ਨੂੰ ਆਪਣੇ ਧਰਮ ਬਾਰੇ ਦੱਸ ਕੇ ਜਾਈਏ। ਵੀ ਸਾਡਾ ਇਕੱਲਾ ਇਹ ਨਹੀਂ ਕਿ ਆਪਣੀ ਕਮਿਊਨਿਟੀ ਨੂੰ ਹੀ ਛਕਾਉਣਾ, ਬਾਹਰਲਿਆਂ ਨੂੰ, ਗੋਰਿਆਂ ਨੂੰ, ਜਿੱਥੇ ਵੀ ਕਿਸੇ ਨੂੰ ਪ੍ਰੋਬਲਮ ਪੈਂਦੀ ਆ ਉੱਥੇ ਜਾ ਕੇ ਸਾਨੂੰ ਸਾਰਿਆਂ ਦੀ ਹੈਲਪ ਕਰਨੀ ਚਾਹੀਦੀ ਆ। ਇਹ ਸਾਡੇ ਗੁਰੂ ਦਾ ਮੈਸੇਜ ਆ, ਸਾਨੂੰ ਗਾਂਹ ਤੋਂ ਗਾਂਹ ਇਹ ਪਾਸ ਔਨ ਕਰਨਾ ਪਊਗਾ। ਆਪਣੇ ਗੁਰੂ ਦਾ ਮੈਸੇਜ ਬੱਚਿਆਂ ਤੱਕ ਪਹੁੰਚਾਉਣ ਵਾਸਤੇ, ਸਾਰੀ ਕਮਿਊਨਿਟੀ ਤੱਕ ਪਹੁੰਚਾਉਣ ਵਾਸਤੇ
ਉਹਨਾਂ ਦਾ ਇਹ ਕਹਿਣਾ ਹੈਗਾ ਕਿ ਇਹ ਸਭ ਤੋਂ ਵੱਡਾ ਅਸੀਂ ਇਨੀਸ਼ੀਏਟਿਵ ਜਿਹੜਾ ਨਿਸ਼ਕਾਮ ਸੇਵਾ ਜਿਹੜੀ ਆ ਕੀਤੀ ਜਾਂਦੀ ਆ ਕਿ ਇਹਦੇ ਤੋਂ ਬੱਚੇ ਸਾਡੇ ਸਿੱਖਦੇ ਹੈਗੇ ਆ ਕਿ ਅਸੀਂ ਸਰਵ ਕਿੱਦਾਂ ਕਰਨਾ ਹੈਗਾ ਸੋਸਾਇਟੀ ਨੂੰ। ਇਕੱਲਾ ਲੰਗਰ ਪ੍ਰਥਾ ਦੀ ਨਹੀਂ, ਅਲੱਗ-ਅਲੱਗ ਤਰ੍ਹਾਂ ਦੇ ਨਾਲ ਅਸੀਂ ਕਿਸ ਤਰ੍ਹਾਂ ਸਰਵ ਕਰ ਸਕਦੇ ਆ। ਇੱਥੋਂ ਇਹ ਸਿੱਖਦੇ ਹੈਗੇ ਕਿ ਅਸੀਂ ਕਮਿਊਨਿਟੀ ਵਿੱਚ ਕੰਮ ਕਿੱਦਾਂ ਕਰਨਾ ਹੈਗਾ ਆ, ਰਲ ਮਿਲ ਕੇ ਸੇਵਾ ਭਾਵਨਾ ਦੇ ਨਾਲ ਅਸੀਂ ਕਿਸ ਤਰ੍ਹਾਂ ਕੰਮ ਕਰ ਸਕਦੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਕਵਰੇਜ ਕਰਾਂਗੇ ਕਿ ਕਿਸ ਤਰ੍ਹਾਂ ਬੂਥ ਜਿਹੜਾ ਪਹਿਲਾਂ ਲਗਾਇਆ ਜਾਂਦਾ ਉਹਦੀਆਂ ਤਿਆਰੀਆਂ ਕਿਸ ਤਰ੍ਹਾਂ ਕੀਤੀਆਂ ਜਾਂਦੀਆਂ ਨੇ। ਸੋ ਬਹੁਤ ਬਹੁਤ ਧੰਨਵਾਦ ਪੰਜਾਬ ਨਗਰਾਂ ਨਾਲ ਜੁੜਨ ਵਾਸਤੇ। ਦਲਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਇਲਾਵਾ ਗੋ ਟਰਾਂਸਟ ਵੱਲੋਂ ਗੋ ਟਰਾਂਸ ਦੇ ਜਿਹੜੇ ਰੂਟ ਹੈਗੇ ਆ ਅਲੱਗ-ਅਲੱਗ, ਉਹਨਾਂ ਦੀ ਅਵੇਅਰਨੈਸ ਵਾਸਤੇ ਵੀ ਇੱਕ ਉੱਥੇ ਬੂਥ ਲਗਾਇਆ ਗਿਆ ਸੀਗਾ। ਸੋ ਵੱਖ-ਵੱਖ ਪੱਧਰ ਤੇ ਅਸੀਂ ਜਿੰਨੇ ਵੀ ਉੱਥੇ ਈਵੈਂਟ ਸੀਗੇ ਪੰਜਾਬ ਨਗਾਰਾ ਵੱਲੋਂ ਕਵਰ ਕੀਤੇ ਗਏ। ਪੰਜਾਬ ਨਗਾਰਾ ਨਾਲ ਜੁੜੇ ਹੋਏ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ। ਅਸੀਂ ਹਾਂ ਇੱਥੇ ਖਾਲਸਾ ਸਾਜਨਾ ਦਿਵਸ ਕੈਨੇਡਾ ਦੇ ਪ੍ਰਮੁੱਖ ਸ਼ਹਿਰ ਟੋਰਾਂਟੋ 'ਚ। ਕਰੀਬ 2 ਸਾਲਾਂ ਬਾਅਦ ਸਿੱਖ ਸੰਗਤਾਂ ਦੁਬਾਰਾ ਇਕੱਠੀਆਂ ਹੋਈਆਂ। ਮਨੁੱਖੀ ਸਮੁੱਚੀਆਂ ਨਾਨਕ ਨਾਮ ਲੇਵਾ ਸੰਗਤਾਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਰਹੀਆਂ, ਨਤਮਸਤਕ ਹੋ ਕੇ ਆਪਣਾ ਖਾਲਸਾ ਸਾਜਨਾ ਦਿਵਸ ਵਿੱਚ ਸ਼ਾਮਲ ਹੋ ਰਹੀਆਂ। ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅਲੱਗ-ਅਲੱਗ ਇੱਥੇ ਈਵੈਂਟ ਜਿਹੜੇ ਅਸੀਂ ਕਵਰ ਕਰ ਰਹੇ ਹੈਗੇ ਆ, ਜਿਹੜੇ ਇਨੀਸ਼ੀਏਟਿਵ ਲੈ ਰਹੀਆਂ ਸੰਸਥਾਵਾਂ, ਅਲੱਗ-ਅਲੱਗ ਇੰਸਟੀਟਿਊਸ਼ਨ, ਡਿਪਾਰਟਮੈਂਟ। ਸੋ ਅਸੀਂ ਖੜੇ ਆ, ਹੁਣ ਤੁਸੀਂ ਪਿੱਛੇ ਬੂਥ ਦੇਖ ਸਕਦੇ ਹੋ, gotransit.com ਇਹਨਾਂ ਦੀ ਵੈਬਸਾਈਟ ਹੈਗੀ ਆ। ਸੋ ਗੋ ਟਰਾਂਜਿਸ ਦੇ ਬੂਥ ਤੇ ਅਸੀਂ ਖੜੇ ਹੈਗੇ ਆ। ਇਹ ਗੋ ਟਰਾਂਜਿਸ ਦੇ ਸਾਡੇ ਨਾਲ ਹੈਗੇ ਆ ਦਵਿੰਦਰ ਸਿੰਘ ਸਾਡੇ ਨਾਲ ਖੜੇ ਹੈਗੇ ਆ। ਇਹਨਾਂ ਨੇ ਆਰਗੇਨਾਈਜ਼ ਕੀਤਾ ਬਕਾਇਦਾ ਇਹ ਬੂਥ। ਇਸ ਬੂਥ ਦਾ ਕੀ ਮਕਸਦ ਹੈਗਾ ਆ, ਉਹ ਕਿਸ ਤਰ੍ਹਾਂ ਜਿਹੜੇ ਲੋਕ ਹੈਗੇ ਉਹਨਾਂ ਨੂੰ ਅਵੇਅਰ ਕਰਨਾ ਚਾਹ ਰਹੇ ਹੈਗੇ ਆ, ਮੈਸੇਜ ਕੀ ਦੇਣਾ ਚਾਹ ਰਹੇ ਹੈਗੇ ਆ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਦਵਿੰਦਰ ਜੀ, ਤੁਹਾਡਾ ਸਵਾਗਤ ਹੈ ਪੰਜਾਬ ਨਗਾਰਾ ਤੇ। ਹਾਂਜੀ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਵਿੰਦਰ ਜੀ, ਮੈਨੂੰ ਤੁਸੀਂ ਦੱਸਣਾ ਚਾਹੋਗੇ ਕਿ ਜਿਹੜਾ ਇਹ ਬੂਥ ਅੱਜ ਲਗਾਇਆ ਗਿਆ ਆ, ਇਹਦਾ ਮੇਨ ਪਰਪਸ ਕੀ ਆ ਨੌਜਵਾਨਾਂ ਵਾਸਤੇ? ਹਾਂਜੀ, ਪਰਪਸ ਇਹਦਾ ਇਹ ਹੈਗਾ, ਆਪਾਂ ਆਪਣੀਆਂ ਗੋ ਟਰਾਂਜ਼ਿਟ ਦੀਆਂ ਸੇਵਾਵਾਂ ਪ੍ਰਵਾਨ ਕਰ ਰਹੇ ਹਾਂ ਸਾਰੀ ਸੰਗਤ ਨੂੰ। ਬਹੁਤ ਖੁਸ਼ੀ ਹੈਗੀ ਆ ਵੀ ਅੱਜ ਖਾਲਸਾ ਡੇ ਹੈਗਾ, ਉਹਨੂੰ ਮਨਾ ਰਹੇ ਹਾਂ ਨਾਲ ਦੀ ਨਾਲ। ਅਤੇ ਪ੍ਰਮੋਟ ਕਰ ਰਹੇ ਹਾਂ ਅਸੀਂ ਨਵਾਂ ਫੇਅਰ ਸਟਰਕਚਰ ਵੀ ਵੀਕਐਂਡ ਪਾਸ ਮਿਲਦਾ ਹੈਗਾ $10 ਦਾ ਇੱਕ ਦਿਨ ਲਈ ਜਾਂ $15 ਦਾ ਦੋਨੇ ਦਿਨ ਵੀਕਐਂਡ 'ਤੇ। ਸੋ ਤੁਸੀਂ ਜਿੰਨੀ ਦੂਰ ਮਰਜ਼ੀ ਜਾ ਸਕਦੇ ਹੋ ਉਹਦੇ 'ਤੇ, ਜਿੱਥੇ ਜਿੱਥੇ ਵੀ ਗੋ ਟਰਾਂਜ਼ਿਟ ਬੱਸ ਜਾਂ ਟ੍ਰੇਨ ਜਾਂਦੀ ਹੈਗੀ ਆ ਜੀ। ਉਹਨਾਂ ਦਾ ਇਹ ਕਹਿਣਾ ਹੈਗਾ ਕਿ ਗੋ ਟਰਾਂਜਿਸ ਦੇ ਉੱਪਰ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਹੈਗੀਆਂ ਨੇ, ਖਾਸ ਕਰਕੇ ਜਿਹੜਾ ਗੋ ਟਰਾਂਜਿਸ ਦਾ ਕਾਰਡ ਬਣਦਾ ਹੈਗਾ ਟਰੈਵਲ ਕਰਨ ਵਾਸਤੇ, ਉਹਦੇ ਸੰਬੰਧੀ ਜਿੰਨੀ ਵੀ ਇਨਫੋਰਮੇਸ਼ਨ ਹੈਗੀ ਆ ਤੁਸੀਂ ਉਹਨਾਂ ਕੋਲੋਂ ਇਸ ਬੂਥ ਦੇ ਉੱਪਰ ਲੈ ਸਕਦੇ ਹੈਗੇ ਆ। ਉਹਨਾਂ ਕੋਲੋਂ ਬਕਾਇਦਾ ਅਸੀਂ ਵੈਬਸਾਈਟ, ਫੋਨ ਨੰਬਰ ਵੀ ਬਕਾਇਦਾ ਪੁੱਛਾਂਗੇ। ਪਰ ਇਹ ਗੱਲ ਜ਼ਰੂਰ ਪੁੱਛਾਂਗੇ ਕਿ ਉਹ ਜਿਹੜੇ ਲੋਕ ਹੈਗੇ, ਪਬਲਿਕ ਹੈਗੀ ਆ, ਉਹਨਾਂ ਨੂੰ ਆਪਣੇ ਨਾਲ ਕਿਸ ਤਰ੍ਹਾਂ ਅੰਗੇਜ ਕਰਦੇ ਆ, ਕੀ ਜਿਹੜੀਆਂ ਸਪੈਸ਼ਲ ਜਿਹੜੀਆਂ ਕੁਝ ਜਿਹੜੀਆਂ ਇੰਸਟਰਕਸ਼ਨਸ ਹੈਗੀਆਂ ਨੇ, ਜਾਂ ਕੁਝ ਜਿਹੜੀਆਂ ਉਹਨਾਂ ਦੀਆਂ ਲਾਈਨਸ ਉਹਨਾਂ ਰੱਖੀਆਂ ਹੋਈਆਂ ਨੇ ਕੀ ਹੈਗੀਆਂ ਨੇ, ਮੈਪਸ ਵਗੈਰਾ ਰੱਖੇ ਹੈਗੇ ਆ, ਜਾਂ ਇਹਨਾਂ ਦੇ ਕੁਝ ਪੈਂਪਲੇਟ ਹੈਗੇ ਆ, ਇਹਨਾਂ ਦਾ ਪਰਪਸ ਕੀ ਆ, ਦੱਸਣਾ ਚਾਹੋਗੇ ਡਿਟੇਲ ਦੇ ਵਿੱਚ? ਹਾਂਜੀ ਜ਼ਰੂਰ, ਆਪਾਂ ਇੱਥੇ ਰੱਖੇ ਹੋਏ ਨੇ ਆਪਣੇ ਸਿਸਟਮ ਮੈਪ, ਉਹ ਦੱਸਦੇ ਨੇ ਵੀ ਟ੍ਰੇਨ ਤੇ ਬੱਸ ਕਿੱਥੇ ਕਿੱਥੇ ਜਾਂਦੀ ਆ, ਤੇ ਟਾਈਮ ਟੇਬਲਸ ਹੈਗੇ ਨੇ। ਬਾਕੀ ਆਪਣੇ ਗੋ ਟਰਾਂਜ਼ਿਟ ਦੀ ਵੈਬਸਾਈਟ ਹੈਗੀ ਆ, ਉੱਥੋਂ ਤੁਸੀਂ ਪਤਾ ਕਰ ਸਕਦੇ ਆ। ਜਿਹੜੇ ਆ ਪਾਸ ਹੈਗੇ ਨੇ ਇਹ ਸਿਰਫ ਵੈਬਸਾਈਟ 'ਤੇ ਮਿਲਣਗੇ ਤੁਹਾਨੂੰ, ਤੇ ਸਟੇਸ਼ਨ ਵਿੱਚ ਨਹੀਂ ਤੁਸੀਂ ਖਰੀਦ ਸਕਦੇ, ਇਹ ਵੈਬਸਾਈਟ 'ਤੇ ਮਿਲੂਗਾ। ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜੇ ਮੈਪਸ ਹੈਗੇ ਆ, ਕਿੱਥੋਂ ਕਿਹੜਾ ਰੂਟ ਹੈਗਾ ਆ, ਉਹ ਬਰੀਫ ਕਰ ਸਕਦੇ ਆ, ਜਾਂ ਮੈਪ ਤੋਂ ਤੁਸੀਂ ਦੇਖ ਵੀ ਸਕਦੇ ਹੈਗੇ ਆ ਕਿ ਉਹ ਜਿਹੜੇ ਰੂਟ ਹੈਗੇ ਆ ਬਕਾਇਦਾ ਗੋ ਟਰਾਂਜਿਸ ਦੇ ਕਿੱਥੇ ਕਿੱਥੇ ਗੋ ਟਰਾਂਜਿਸ ਜਾਂਦੀ ਹੈਗੀ ਆ। ਇਹਦੇ ਨਾਲ ਜਿਹੜਾ ਇਹਨਾਂ ਦਾ ਉਹ ਵੀ ਕਹਿਣਾ ਹੈਗਾ, ਜਿਹੜੇ ਪਾਸ ਹੈਗੇ ਆ ਜਿਹੜੇ ਬਣਾਉਣੇ ਹੈਗੇ ਆ, ਤੁਸੀਂ ਗੋ ਟਰਾਂਜਿਸ ਦੀ ਵੈਬਸਾਈਟ 'ਤੇ ਜਾ ਕੇ ਬਕਾਇਦਾ ਜਿਹੜਾ ਪਾਸ ਬਣਾ ਸਕਦੇ ਹੈਗੇ ਹੋ। ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਇਹਨਾਂ ਨਾਲ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਆ ਕੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਈ ਸੰਪਰਕ ਕਰਨ ਦਾ ਤੁਹਾਡੇ ਨਾਲ ਜ਼ਰੀਆ ਹੈ ਜੀ? ਹਾਂਜੀ, ਵੈਬਸਾਈਟ ਹੀ ਬੈਸਟ ਆ, ਸਾਰੀ ਇਨਫੋਰਮੇਸ਼ਨ ਉੱਥੇ ਬੈਸਟ ਵੈਬਸਾਈਟ ਹੈਗਾ ਆ। ਤੁਸੀਂ ਇੱਥੇ ਪਹਿਲੀ ਵਾਰ ਬੂਥ ਲਗਾ ਰਹੇ ਹੋ ਜਾਂ ਕਾਫੀ ਟਾਈਮ ਪਹਿਲਾਂ ਵੀ ਲਗਾਇਆ? ਹਾਂਜੀ, ਮੇਰਾ ਖਿਆਲ ਪਹਿਲੀ ਵਾਰੀ ਲਗਾ ਰਹੇ ਆ ਇੱਥੇ, ਤੇ ਮੈਂ ਤਾਂ ਸ਼ਾਇਦ ਪਹਿਲੀ ਵਾਰੀ ਆ। ਗੋ ਟਰਾਂਜ਼ਿਟ ਵਾਲੇ ਤਾਂ ਮੇਰਾ ਖਿਆਲ ਹਿੱਸਾ ਲੈਂਦੇ ਹੀ ਨੇ, ਜਿਹੜੀ ਵੀ ਕਮਿਊਨਿਟੀ ਦੇ ਇਵੈਂਟ ਹੋਵੇ ਇਹ ਤਾਂ ਹਿੱਸਾ ਲੈਂਦੇ ਹੀ ਨੇ। ਸੋ ਗੋ ਟਰਾਂਜ਼ਿਟ ਵਿੱਚ ਜਾ ਕੇ ਅਸੀਂ ਉਹਨਾਂ ਨੂੰ ਇਹ ਪੁੱਛਣਾ ਚਾਹਾਂਗੇ ਕਿ ਲੋਕਾਂ ਨੂੰ ਬੇਸਿਕ ਜਿਹੜੀਆਂ ਏਜ ਵਾਈਜ਼, ਜੇ ਤੁਸੀਂ ਉਹ ਏਜ ਵਾਈਜ਼ ਜਿੱਦਾਂ
ਯੂਥ ਹੈਗੇ ਆ, ਸਟੂਡੈਂਟ ਹੈਗੇ ਪਾਰਟਿਕੂਲਰ ਆਪਾਂ ਗੱਲ ਕਰੀਏ, ਜਾਂ ਫਿਰ ਜਿਹੜੇ ਬਜ਼ੁਰਗ ਹੈਗੇ ਆ, ਉਹ ਅਲੱਗ-ਅਲੱਗ ਕੈਟਾਗਰੀ ਵਿੱਚ ਕਿਸ ਤਰ੍ਹਾਂ ਜਾ ਕੇ ਜਿਹੜਾ ਆਪਣਾ ਕਾਰਡ ਆ ਜਾਂ ਸਹੂਲਤ ਬਣਾ ਸਕਦੇ ਆ, ਲੈ ਸਕਦੇ ਆ? ਹਾਂਜੀ, ਜੇ ਤੁਸੀਂ ਕਿਸੇ ਨੂੰ ਵੈਬਸਾਈਟ ਤੇ ਜਾਵੋਗੇ ਉੱਥੇ ਸਭ ਕੁਝ ਮਿਲ ਜਾਣਾ ਤੁਹਾਨੂੰ। ਤੇ ਆਈ ਥਿੰਕ ਜਿਹੜੇ ਹੈਗੇ ਨੇ ਬਜ਼ੁਰਗ ਹੈਗੇ ਨੇ ਜਾਂ ਸਟੂਡੈਂਟ ਹੈਗੇ ਨੇ, ਉਹਨਾਂ ਲਈ ਤਾਂ ਖਾਸ ਹੈਗੀਆਂ ਨੇ, ਜਿਵੇਂ 50% ਆਫ ਹੈਗਾ ਮੇਰੇ ਖਿਆਲ, ਜਿਹੜੇ ਬਜ਼ੁਰਗ ਨੇ 65 ਤੋਂ ਉੱਪਰ ਨੇ, ਤੇ ਜਾਂ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਵੀ ਕਾਰਡ ਬਣ ਜਾਂਦਾ, ਤੇ ਉਹਨਾਂ ਨੂੰ ਵੀ ਮੇਰੇ ਖਿਆਲ ਆਫ ਮਿਲਦੇ ਨੇ। ਇਹ ਨਹੀਂ ਮੈਨੂੰ ਪਤਾ ਐਗਜ਼ੈਕਟਲੀ ਕਿੰਨੇ ਮਿਲਦੇ ਨੇ, ਪਰ ਮਿਲਦੇ ਨੇ। ਉਹਨਾਂ ਦਾ ਕਹਿਣਾ ਹੈਗਾ ਕਿ ਇਸ ਵਰਗ ਦੇ ਹਿਸਾਬ ਦੇ ਨਾਲ ਜਿਹੜੇ ਵੈਬਸਾਈਟ 'ਤੇ ਜਾ ਕੇ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿਹੜੇ ਵਰਗ ਦੇ ਵਿੱਚ ਆਉਂਦੇ ਹੋ, ਤੁਹਾਨੂੰ ਕਿਹੜੀ ਜਿਹੜੀ ਆ ਬੇਸਿਕ ਜਿਹੜੀ ਕੰਸੈਸ਼ਨ ਮਿਲ ਸਕਦੀ ਹੈਗੀ ਆ, ਤੁਸੀਂ ਕੇਸ ਰਿਬੇਟ ਦੇ ਹੱਕਦਾਰ ਹੈਗੇ ਹੋ। ਅੱਜ ਦਾ ਜਿਹੜਾ ਬੂਥ ਲਗਾਉਣ ਦਾ ਕੀ ਮਕਸਦ ਹੈਗਾ, ਜੇ ਮੈਂ ਕਹਾਂ ਤੁਹਾਨੂੰ ਪੁੱਛਣਾ ਚਾਹੁੰਦਾ? ਹਾਂਜੀ, ਅੱਜ ਦਾ ਇਹੀ ਆ ਬਈ ਕਮਿਊਨਿਟੀ ਨੂੰ ਸਪੋਰਟ ਕਰ ਰਹੇ ਆ, ਬਈ ਉਹ ਦਿਖਾ ਰਹੇ ਆ ਅਸੀਂ ਬਾਹਰ ਨਿਕਲ ਕੇ ਬਈ ਅਸੀਂ ਸਾਰਿਆਂ ਦੀ ਸਪੋਰਟ ਕਰਦੇ ਆ, ਤੇ ਬਾਕੀ ਜਿਹੜਾ ਆਪਣੇ ਵੀਕਐਂਡ ਪਾਸ ਹੈਗਾ ਸਪੈਸ਼ਲੀ ਉਹਦੀ ਪ੍ਰਮੋਸ਼ਨ ਵੱਧ ਕਰ ਰਹੇ ਆ ਅੱਜ। ਬਰੈਂਪਟਨ ਗੋ ਟਰਾਂਜਿਸ ਜਿਹੜੀ ਹੈਗੀ ਆ, ਗੋ ਟਰਾਂਜਿਸ ਨੂੰ ਪ੍ਰਮੋਟ ਕਰਨਾ, ਲੋਕਾਂ ਅੱਗੇ ਐਕਸਪਲੋਰ ਕਰਨਾ ਕਿ ਗੋ ਟਰਾਂਜਿਸ ਦੇ ਨਾਲ ਕਿਸ ਤਰ੍ਹਾਂ ਤੁਸੀਂ ਜੁੜ ਸਕਦੇ ਹੈਗੇ ਹੋ, ਕਿਸ ਤਰ੍ਹਾਂ ਤੁਸੀਂ ਟਰੈਵਲ ਕਰ ਸਕਦੇ ਹੈਗੇ ਹੋ, ਤੁਸੀਂ ਕਿਸ ਤਰ੍ਹਾਂ ਜੁੜ ਸਕਦੇ ਹੋ, ਖਾਸ ਕਰਕੇ ਆਪਣੀਆਂ ਫੀਲਿੰਗਸ ਜਿਹੜੀਆਂ ਹੈਗੀਆਂ ਨੇ ਇਸ ਖਾਲਸਾ ਸਾਜਨਾ ਦਿਵਸ ਦੇ ਉੱਪਰ ਇਹ ਜਿਹੜੀ ਆ ਸ਼ੇਅਰ ਕਰ ਰਹੇ ਹੈਗੇ, ਇੱਥੇ ਇਨਵੋਲਵ ਹੋ ਰਹੇ ਆ। ਜਿਸ ਤਰ੍ਹਾਂ ਪ੍ਰੋਵਿੰਸ਼ੀਅਲ ਪੁਲਿਸ ਆਪਣਾ ਬੂਥ ਲਗਾਇਆ ਹੋਇਆ, ਉਹਨਾਂ ਨੇ ਅਲੱਗ-ਅਲੱਗ ਜਿਹੜੀਆਂ ਇੱਥੋਂ ਦੇ ਜਿਹੜੇ ਯੂਥ ਹੈਗੇ ਉਹਨਾਂ ਨੂੰ ਅੰਗੇਜ ਕਰਨ ਵਾਸਤੇ। ਸੋ ਬੇਸਿਕਲੀ ਇਹ ਜਿੰਨੇ ਡਿਪਾਰਟਮੈਂਟ ਦੇ ਜਿਹੜੇ ਬੂਥ ਹੈਗੇ ਆ, ਲੋਕਾਂ ਨੂੰ ਅੰਗੇਜ ਕਰਨ ਵਾਸਤੇ ਜਿਹੜੇ ਡਿਪਾਰਟਮੈਂਟ ਹੈਗੇ ਗੋ ਟਰਾਂਜਿਸ ਦੇ ਨਾਲ, ਇਹਨਾਂ ਦਾ ਮਕਸਦ ਹੈਗਾ ਇਸੇ ਬੂਥ ਲਗਾਉਣ ਦਾ। ਤੁਸੀਂ ਇੱਥੇ ਇਹਨਾਂ ਦੇ ਨਾਲ ਸੰਪਰਕ ਕਰਕੇ ਜਾਂ ਇਹਦੀ ਵੈਬਸਾਈਟ ਹੈਗੀ ਆ ਬੇਸਿਕਲੀ, ਜਾਂ ਮੈਪਸ ਕੁਝ ਰੱਖੇ ਹੋਏ ਆ, ਉਹਨਾਂ ਨੂੰ ਦੇਖ ਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ। ਹੁਣ ਧੰਨਵਾਦ ਤੁਹਾਡਾ, ਕੀ ਨਾਮ ਦੱਸਿਆ ਤੁਸੀਂ? ਦਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਪੰਜਾਬ ਨਗਾਰਾ ਨਾਲ ਜੁੜੇ। ਧੰਨਵਾਦ ਤੁਹਾਡਾ, ਥੈਂਕ ਯੂ। ਹਾਂਜੀ, ਥੈਂਕ ਯੂ, ਮਿਹਰਬਾਨੀ। ਥੈਂਕ ਯੂ ਜੀ। ਪੰਜਾਬ ਨਗਾਰਾ ਨਾਲ ਜੁੜੇ ਹੋਏ ਦਰਸ਼ਕਾਂ ਦਾ ਤਹਿ ਦਿਲੋਂ ਜੀ ਆਇਆਂ। ਅਸੀਂ ਹਾਜ਼ਰ ਹਾਂ ਇੱਥੇ ਕੈਨੇਡਾ ਖਾਲਸਾ ਸਾਜਨਾ ਦਿਵਸ ਦੇ ਉੱਪਰ। ਅੰਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਸਾਂਝੇ ਤੌਰ 'ਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਜੋ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ, ਇਸ ਮੌਕੇ ਅਸੀਂ ਤੁਹਾਨੂੰ ਵੱਖ-ਵੱਖ ਜਿਹੜੇ ਇੱਥੇ ਈਵੈਂਟ ਹੈਗੇ ਆ ਉਹਨਾਂ ਦੇ ਨਾਲ ਜੋੜ ਰਹੇ ਹੈਗੇ ਆ। ਖਾਲਸਾ ਸਾਜਨਾ ਦਿਵਸ ਦੀ ਜੇ ਗੱਲ ਕਰੀਏ, ਇੱਕ ਸਮੁੱਚੇ ਕੈਨੇਡੀਅਨ ਭਾਈਚਾਰੇ ਦੇ ਲਈ ਇੱਕ ਆਪਾਂ ਕਹਿ ਸਕਦੇ ਹਾਂ ਕਿ ਐਗਜ਼ਾਮਪਲ ਵਜੋਂ ਹਿਊਮੈਨਿਟੀ ਵੈਲਫੇਅਰ ਐਂਡ ਹਿਊਮਨ ਅਵੇਅਰਨੈਸ ਦੇ ਵਜੋਂ ਇੱਥੇ ਖਾਲਸਾ ਸਾਜਨਾ ਦਿਵਸ ਮਨਾਇਆ ਜਾਂਦਾ ਹੈਗਾ ਆ। ਖਾਲਸਾ ਸਾਜਨਾ ਦਿਵਸ ਦੇ ਉੱਪਰ ਵੱਖ-ਵੱਖ ਈਵੈਂਟ ਜਿਹੜੇ ਹੈਗੇ ਆ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ। ਅਲੱਗ-ਅਲੱਗ ਈਵੈਂਟ ਦੇ ਵਿੱਚ ਅਸੀਂ ਖੜੇ ਹੈਗੇ ਆ। ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਬਕਾਇਦਾ ਜੋ ਇੱਥੇ ਬੂਥ ਲਗਾਇਆ ਗਿਆ ਹੈਗਾ ਆ ਅਲੱਗ-ਅਲੱਗ ਸਰਵਿਸਿਜ਼ ਵਾਸਤੇ। ਅਸੀਂ ਇਹਦੇ ਲਈ ਤੁਹਾਡੇ ਨਾਲ ਬਕਾਇਦਾ ਇਨਫੋਰਮੇਸ਼ਨ ਸਾਂਝੀ ਕਰਾਂਗੇ ਕਿ ਕੀ ਪਰਪਸ ਹੈਗਾ ਬੂਥ ਦਾ। ਜਿਹੜੀ OPP ਹੈਗੀ ਆ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ, ਉਹਨਾਂ ਵੱਲੋਂ ਕਿਹੜੀ ਅਵੇਅਰਨੈਸ ਦੇ ਨਾਲ ਇਹ ਜਿਹੜਾ ਬੂਥ ਲਗਾਇਆ ਗਿਆ। ਸੋ ਮੈਂ ਤੁਹਾਡਾ ਨਾਮ ਜਾਣ ਸਕਦਾ? ਕੋਈ ਗੱਲ ਮੇਰਾ ਇਹ ਰਿਕਾਰਡਡ ਹੈਗਾ, ਕੋਈ ਗੱਲ? ਮੇਰਾ ਨਾਮ ਜੀਵਨਜੋਤ ਸਿੰਘ ਹੈ ਜੀ। ਮੇਰਾ ਨਾਮ ਡੋਲੀ ਮੰਗਟ। ਮੇਰੇ ਨਾਲ ਨੇ ਹੈਗੇ ਜੀਵਨਜੋਤ ਸਿੰਘ ਅੰਟਾਰੀਓ ਪੁਲਿਸ ਤੋਂ ਤੇ ਡੋਲੀ ਮੰਗਟ। ਅਸੀਂ ਉਹਨਾਂ ਨਾਲ ਗੱਲ ਕਰਾਂਗੇ 2 ਮਿੰਟ ਤੇ ਪੁੱਛਾਂਗੇ। ਜੀਵਨਜੋਤ ਜੀ, ਜੇ ਮੈਂ ਪੁੱਛਣਾ ਚਾਹਾਂ ਕਿ ਇਹ ਜਿਹੜਾ ਬੂਥ ਹੈਗਾ ਤੁਹਾਡੇ ਵੱਲੋਂ ਲਗਾਇਆ ਗਿਆ ਪਰ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ, ਇਹਦਾ ਕੀ ਪਰਪਸ ਹੈਗਾ ਆ ਤੇ ਕਿਸ ਪਰਪਸ ਲਈ ਲਗਾਇਆ ਗਿਆ? ਹਾਂਜੀ, ਪਹਿਲਾਂ ਤਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਤਾਂ ਵਿਸਾਖੀ ਤੇ ਖਾਲਸਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਤੇ ਜਿਹੜਾ ਅਸੀਂ ਅੱਜ ਬੂਥ ਲਾਇਆ ਹੋਇਆ ਹੈ, ਇਹ ਸਾਡਾ ontario provincial ਪੁਲਿਸ ਹੈ ਨਾ। ਅਸੀਂ ਆਪਣੀ ਸਾਰੇ ਜਿੰਨੇ ਵੀ ਪੰਜਾਬੀ ਮੈਂਬਰਸ ਹੈਗੇ ਆ, ਸਾਰੇ ਐਵਰੀ ਈਅਰ ਐਨੂਅਲੀ ਹਰੇਕ ਨਗਰ ਕੀਰਤਨ ਆਉਂਦੇ ਹੁੰਦੇ ਇੱਥੇ। ਤੇ ਸਾਡਾ ਜਿਹੜਾ ਮੇਨ ਪਰਪਸ ਹੁੰਦਾ ਹੈਗਾ, ਪਹਿਲਾਂ ਤਾਂ ਆਪਣੀ ਕਮਿਊਨਿਟੀ ਦੇ ਨਾਲ ਇੰਗੇਜ ਕਰਨਾ ਹੈ ਨਾ, ਤੇ ਦੂਸਰਾ ਹੁੰਦਾ ਹੈਗਾ ਅਸੀਂ ਇਹਨਾਂ ਨੂੰ ਇਨਫੋਰਮੇਸ਼ਨ ਦੇਣੀ ਆਪਣੀ ਸਰਵਿਸ ਦੇ ਬਾਰੇ। ਤੇ ਨਾਲ ਦੀ ਨਾਲ ਜਿਹੜਾ ਸਾਡਾ ਹੈਗਾ ਆ ਵੀ ਅਸੀਂ ਇੱਥੇ ਆਨੇ ਹੈਗੇ ਆ ਐਵਰੀ ਈਅਰ, ਤੇ ਅਸੀਂ ਲੰਗਰ ਵੀ ਨਾਲ ਲਾਣੇ ਹੈਗੇ ਆ। ਸੋ ਮੇਨ ਸਾਡਾ ਪਰਪਸ ਹੈਗਾ ਅਸੀਂ ਕਮਿਊਨਿਟੀ ਨਾਲ ਇੰਗੇਜ ਕਰੀਏ। ਉਹਨਾਂ ਦੱਸਿਆ ਹੈਗਾ ਕਿ ਮੇਨ ਜਿਹੜਾ ਪਰਪਸ ਹੈ ਇੰਗੇਜਮੈਂਟ ਵਿਦ ਦਾ ਪੀਪਲਸ, ਕਿ ਅਲੱਗ-ਅਲੱਗ ਜਿਹੜੇ ਸਬਜੈਕਟ ਹੈਗੇ ਆ ਕਿ ਲੋਕ ਇਨਵੋਲਵਮੈਂਟ ਆਫ ਦਾ ਪੀਪਲਸ ਵਿਦ ਦਾ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ। ਕਿ ਮੋਸਟਲੀ ਇੱਦਾਂ ਹੁੰਦਾ ਹੈਗਾ ਕਿ ਆਫੀਸਰ ਡਿਊਟੀ 'ਤੇ ਹੁੰਦੇ ਹੈਗੇ ਆ ਅਤੇ ਜਦੋਂ ਫਾਰਮਲ ਗੱਲਬਾਤ ਹੁੰਦੀ ਹੈ ਪਬਲਿਕ ਦੇ ਨਾਲ, ਲੇਕਿਨ ਇਹੋ ਜਿਹੇ ਈਵੈਂਟ ਆਰਗੇਨਾਈਜ਼ ਕਰਨ ਦਾ ਜਿਹੜਾ ਪਰਪਸ ਹੈਗਾ ਮੇਨ ਇਹ ਹੈਗਾ ਕਿ
ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਇੰਗੇਜ ਕੀਤਾ ਜਾਵੇ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਉਹਨਾਂ ਨੂੰ ਅਵੇਅਰ ਵੀ ਕੀਤਾ ਜਾ ਸਕਦਾ ਆ। ਸੋ ਅਸੀਂ ਡੋਲੀ ਮੰਗਟ ਹੋਣਾ ਨੂੰ ਵੀ ਇਹ ਗੱਲ ਪੁੱਛਾਂਗੇ ਕਿ ਉਹ ਇਸ ਕੈਂਪ ਬਾਰੇ ਕੀ ਸੋਚਦੇ ਹੈਗੇ ਆ ਜਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ। ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਅਗੇਨ ਡੋਲੀ ਮੰਗਟ ਤੇ ਮੇਰੀ ਜੌਬ OPP ਦੇ ਵਿੱਚ ਹੈ ਕਿ ਮੈਂ ਯੂਨੀਫਾਰਮ ਰਿਕਰੂਟਰ ਹਾਂ ਤੇ ਮੇਰੀ ਰਿਸਪੌਂਸਿਬਿਲਿਟੀ ਹੈ ਕਿ ਰਿਕਰੂਟਿੰਗ ਹਾਇਰਿੰਗ ਸਾਰੀ ਉਹਦੀ ਸਿਲੈਕਸ਼ਨ ਪ੍ਰੋਸੈਸ ਦੇਖਣੀ। ਤੇ ਇੱਥੇ ਜਿਹੜਾ ਰਿਕਰੂਟਮੈਂਟ ਬੂਥ ਆ ਮੇਰਾ ਪਰਪਸ ਇਹੀ ਹੁੰਦਾ ਆ ਕਿ ਕਮਿਊਨਿਟੀ ਇੰਗੇਜਮੈਂਟ ਆਬਵੀਅਸਲੀ ਤੇ ਆਪਣੇ ਲੋਕਾਂ ਨੂੰ ਮੋਰ ਐਜੂਕੇਟ ਕਰਨਾ, ਉਹਨਾਂ ਨੂੰ ਦੱਸਣਾ ਕਿ OPP ਅਸੀਂ ਹਮੇਸ਼ਾ ਹਾਇਰ ਕਰਦੇ ਹਾਂ। ਸਾਡੀਆਂ ਸਾਲ 'ਚ 3 ਕਲਾਸਾਂ ਹੁੰਦੀਆਂ ਆ ਤੇ ਅਸੀਂ ਆਪਣੇ ਚਾਹੁੰਦੇ ਆ ਕਿ ਸਾਡੇ ਆਪਣੇ ਜਿਹੜੇ ਮੈਂਬਰਸ ਆ ਉਹ ਅਪਲਾਈ ਕਰਨ ਤੇ ਜੇ ਕਿਸੇ ਹੋਰ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ opp.ca/careers ਤੇ ਜਾ ਸਕਦੇ ਆ ਤੇ ਉੱਥੇ ਸਾਰੀ ਇਨਫੋਰਮੇਸ਼ਨ ਹੈਗੀ ਆ। ਅਸੀਂ ਹਮੇਸ਼ਾ ਹਾਇਰ ਕਰ ਦਿੰਦੇ ਹਾਂ। ਓਕੇ ਐਂਡ ਵੀ ਜਸਟ ਵਾਂਟ ਟੂ ਆਸਕ ਦੈਟ would you like to give any message to youths here about the provincial police, how can they join, how can they touch? ਸੋ ਜੇ ਕਿਸੇ ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਆ ਸਾਡੇ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਹੁੰਦੇ ਆ, ਅਸੀਂ ਫੇਸਬੁੱਕ ਤੇ ਆ, ਇੰਸਟਾਗ੍ਰਾਮ ਤੇ ਆ, ਟਵਿੱਟਰ ਤੇ ਆ ਤੇ ਹੁਣ ਰੀਸੈਂਟਲੀ ਟਿਕਟੌਕ ਤੇ ਵੀ ਆ ਤੇ ਸਾਡੀ ਈਮੇਲ ਹੈਗੀ ਆ uniformrecruitment@opp.ca। ਜੇ ਕੋਈ ਵੀ ਕੁਐਸਚਨ ਆ ਐਪਲੀਕੇਸ਼ਨ ਪ੍ਰੋਸੈਸ ਦੇ ਬਾਰੇ, ਕੋਈ ਵੀ ਇਨ ਜਨਰਲ ਕੁਐਸਚਨ ਆ, ਉਹ ਉੱਥੇ ਈਮੇਲ ਕਰ ਸਕਦੇ ਆ ਤੇ somebody is very quick ਕਿ ਅਸੀਂ ਰਿਸਪੌਂਡ ਕਰ ਦਿੰਦੇ ਹੁੰਦੇ ਆ। Jivanjot ji, how long you are organizing this booth or awareness, any events just in Ontario? ਦੇਖੋ ਜੀ, ਮੈਨੂੰ ontario ਪ੍ਰੋਵਿੰਸ਼ੀਅਲ ਪੁਲਿਸ ਨਾਲ 10 ਸਾਲ ਹੋ ਗਏ ਆ। ਸੋ ਸਾਨੂੰ ਲਾਸਟ 2 ਸਾਲ ਕੋਵਿਡ ਕਰਕੇ ਮਿਸ ਹੋ ਗਏ ਸੀਗੇ। ਅਦਰ ਦੈਨ ਦੈਟ ਐਵਰੀ ਈਅਰ ਅਸੀਂ ਇੱਥੇ ਬੂਥ ਲਾਣੇ ਹੈਗੇ ਆ ਜੀ। ਸੋ ਯੂ ਕੈਨ ਸੇ ਲਾਸਟ 10 ਸਾਲ ਤਾਂ ਮੈਨੂੰ ਹੋ ਗਏ ਔਰ ਉਹ ਤੋਂ ਪਹਿਲਾਂ ਵੀ ਲਗਾਉਂਦੇ ਹੁੰਦੇ ਸੀਗੇ ਜੀ। ਸੋ ਅਸੀਂ ontario ਪ੍ਰੋਵਿੰਸ਼ੀਅਲ ਪੁਲਿਸ ਦੇ ਨਾਲ ਸੀਗੇ। ਮੋਸਟਲੀ ਜਿਹੜੀ ਕੋਆਪਰੇਸ਼ਨ ਹੈਗੀ ਆ ontario ਪ੍ਰੋਵਿੰਸ਼ੀਅਲ ਪੁਲਿਸ ਦੀ ਪਬਲਿਕ ਦੇ ਓਪੀਨੀਅਨ ਦੇ ਉੱਪਰ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਫੋਕਸ ਹੁੰਦਾ ਹੈ ਕਿ ਕਿਸ ਤਰ੍ਹਾਂ ਪਬਲਿਕ ਓਪੀਨੀਅਨ ਨੂੰ ਬਣਾਇਆ ਜਾਵੇ ਕਿ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਉਹਨਾਂ ਨੂੰ ਫਾਲੋ ਕਿਸ ਤਰ੍ਹਾਂ ਕਰਨਾ ਹੈਗਾ ਆ। ਇਹਨਾਂ ਨੂੰ ਉਹਨਾਂ ਦਾ ਮੰਨਣਾ ਹੈਗਾ ਕਿ ਮੋਸਟਲੀ ਇਹ ਤਾਂ ਹੀ ਪੋਸੀਬਲ ਹੈਗਾ ਆ ਰੂਲਸ ਨੂੰ ਫਾਲੋ ਕਰਨਾ ਜੇ ਪਬਲਿਕ ਨੂੰ ਮੈਸੇਜ ਜਿਹੜਾ ਵਾ ਅਵੇਅਰਨੈਸ ਬਕਾਇਦਾ ਕੀਤੀ ਜਾਵੇ ਤਾਂ ਹੀ ਜਿਹੜੀ ਪਬਲਿਕ ਹੈ ਉਹ ਰੂਲਸ ਨੂੰ ਫਾਲੋ ਕਰਦੀ ਹੈਗੀ ਆ। ਇੰਗੇਜਮੈਂਟ ਉਹਨਾਂ ਦਾ ਮੇਨ ਪਰਪਸ ਹੈਗਾ ਕਿ ਕਿਸ ਤਰ੍ਹਾਂ ਇੰਗੇਜ ਕਰਕੇ ਪਬਲਿਕ ਨੂੰ ਆਪਣੇ ਦੇ ਨਾਲ ਉਹ ਮੈਸੇਜ ਬੈਟਰ ਦੇ ਸਕਦੇ ਹੈਗੇ ਆ। ਸੋ ਤੁਸੀਂ ਜੁੜੇ ਰਹਿਣਾ ਪੰਜਾਬ ਨਗਾਰਾ ਦੇ ਨਾਲ। ਅਸੀਂ ਹੋਰ ਵੀ ਈਵੈਂਟ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਡੋਲੀ ਮਹਿੰਗਾ ਜੀ ਤੇ ਆਪਣਾ ਜੀਵਨਜੋਤ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਇਨਫੋਰਮੇਸ਼ਨ ਦੇਣ ਵਾਸਤੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਸੋ ਮਚ। ਸੋ ਮੈਂ ਤੁਹਾਨੂੰ ਦਿਖਾਵਾਂਗਾ ਕਿ ਇੱਥੇ ਪਹਿਲਾਂ ਅਸੀਂ ontario ਪ੍ਰੋਵਿੰਸ਼ੀਅਲ ਪੁਲਿਸ ਦੇ ਨਾਲ ਬਕਾਇਦਾ ਗੱਲਬਾਤ ਕੀਤੀ ਆ, ਉਹਨਾਂ ਵੱਲੋਂ ਵੀ ਬੂਥ ਲਗਾਇਆ ਗਿਆ ਹੈਗਾ ਆ। ਸੋ ਅਲੱਗ-ਅਲੱਗ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਉਹ ਉਹਨਾਂ ਬਾਰੇ ਦੱਸਿਆ ਜਾ ਰਿਹਾ। ਹੁਣ ਮੈਂ ਤੁਹਾਨੂੰ ਜਿਹੜਾ ਬੂਥ ਦਿਖਾਊਂਗਾ, ਇਹ ਜਿਹੜਾ ਬੂਥ ਹੈਗਾ ਆ ਕੈਨੇਡਾ ਆਰਮੀ ਵੱਲੋਂ, ਕੈਨੇਡਾ ਫੋਰਸ ਜੌਬ ਐਮਪਲੋਇਜ਼ ਕੈਨੇਡਾ, ਇਹ ਬੂਥ ਬਕਾਇਦਾ ਲਗਾਇਆ ਗਿਆ ਹੈਗਾ। ਥੱਲੇ ਲਿਖਿਆ ਹੋਇਆ ਜਿਹੜਾ ਲਿੰਕ ਉਹਨਾਂ ਦਿੱਤਾ ਹੋਇਆ forces.ca। ਸੋ ਉਹਨਾਂ ਦਾ ਅਲੱਗ-ਅਲੱਗ ਪਰਪਸ ਜਿਹੜਾ ਹੈਗਾ ਇਹਨਾਂ ਦਾ ਹੈਗਾ ਆ ਜਿਹੜੇ ਆਰਮੀ ਵੱਲੋਂ ਬਕਾਇਦਾ ਇਹ ਕੈਂਪ ਲਗਾਇਆ ਗਿਆ ਆ। ਅਸੀਂ ਜਿਹੜਾ ਉਹਨਾਂ ਦੇ PRO ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਜਿਹੜੀ ਪਹਿਲਾਂ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਸਾਨੂੰ ਬਕਾਇਦਾ ਕਿਹਾ ਕਿ ਅਪਾਇੰਟਮੈਂਟ ਲੈ ਕੇ ਗੱਲਬਾਤ ਕਰ ਸਕਦੇ ਆ। ਸੋ ਤੁਸੀਂ ਦੇਖ ਸਕਦੇ ਹੋ ਜਿਹੜੀ ਪਬਲਿਕ ਹੈਗੀ ਆ ਬਕਾਇਦਾ ਫੋਟੋਗ੍ਰਾਫਸ ਜਿਹੜੀ ਆ ਉਹ ਆਰਮੀ ਜਵਾਨ ਦੇ ਨਾਲ ਲੈ ਰਹੀ ਹੈਗੀ ਆ। ਬੜਾ ਵਧੀਆ ਈਵੈਂਟ ਜਿਹੜਾ ਇੱਥੇ ਹੈਗਾ ਕਿ ਪਬਲਿਕ ਇੰਗੇਜ ਹੋ ਰਹੀ ਆ ਕੈਨੇਡਾ ਫੋਰਸ ਦੇ ਨਾਲ ਤੇ ਕੈਨੇਡਾ ontario ਪ੍ਰੋਵਿੰਸ਼ੀਅਲ ਪੁਲਿਸ ਦੇ ਨਾਲ। ਸੋ ਉਹਨਾਂ ਵੱਲੋਂ ਬਕਾਇਦਾ ਜਿਹੜੇ ਬੂਥ ਇਹ ਲਗਾਏ ਗਏ ਹੈਗੇ ਆ। ਮੈਂ ਤੁਹਾਡੇ ਨਾਲ ਇੱਕ ਪੈਂਫਲੇਟ ਜਿਹੜਾ ਹੈਗਾ ਆ ਉਹ ਸਾਂਝਾ ਕਰੂੰਗਾ ਕਿ ਆਓ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ ਆ। ਸੋ ਇਹ ਅਲੱਗ-ਅਲੱਗ ਜਿਹੜੇ ਪੈਂਫਲੇਟ ਹੈਗੇ ਆ ਤੁਸੀਂ ਦੇਖ ਸਕਦੇ ਹੋ। ਇਹਦੇ ਉੱਪਰ ਉਹਨਾਂ ਨੇ ਬਕਾਇਦਾ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਸਾਂਝੀ ਕਰਨ ਵਾਸਤੇ ਤੇ ਜਿਹੜੀ ਹੈਗੀ ਆ ਉਹ ਰੱਖੀ ਹੋਈ ਆ। ਸੋ ਤੁਸੀਂ ਦੇਖ ਸਕਦੇ ਹੋ ਜਿਹੜਾ ਬੂਥ ਬਕਾਇਦਾ ਦਿਖਾਇਆ ਹੈਗਾ ਆ ਕੰਬੈਟ ਆਰਮਸ ਵੱਲੋਂ ਜਿਹੜਾ ਲਗਾਇਆ ਗਿਆ ਹੈਗਾ। ਇਹਨੂੰ ਅਲੱਗ-ਅਲੱਗ ਜਿਹੜੇ ਪੈਂਫਲੇਟ ਹੈਗਾ ਤੁਹਾਨੂੰ ਦਿਖਾਉਣਾ ਚਾਹੂੰਗਾ। ਇਹਦੇ ਵਿੱਚ ਜਿਹੜਾ ਪਰਪਸ ਜਿਹੜਾ ਕੀ ਹੈਗਾ ਇਹਦੇ ਉੱਪਰ ਲਿਖਿਆ ਹੋਇਆ ਆ ਕੈਨੇਡਾ ਰਿਜ਼ਰਵ ਆਰਮੀ। ਇਹਦੇ ਵਿੱਚ ਦੇਖਦੇ ਹਾਂ ਪਾਰਟ ਟਾਈਮ ਕੋਪ-ਅਪ ਐਂਡ ਸਮਰ ਜੌਬ ਓਪਰਚੁਨਿਟੀ। ਬੇਸਿਕਲੀ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਜਿਹੜਾ ਕੈਨੇਡਾ ਆਰਮੀ ਦੇ ਵਿੱਚ ਆਉਣ ਲਈ ਉਤਸ਼ਾਹਿਤ ਕਰਨ ਵਾਸਤੇ ਬਕਾਇਦਾ ਇਹ ਜਿਹੜਾ ਕੈਂਪ ਜਿਹੜਾ ਆ ਕੈਨੇਡਾ ਆਰਮੀ ਵੱਲੋਂ ਲਗਾਇਆ ਗਿਆ ਹੈਗਾ ਆ। ਸੋ ਕੈਨੇਡਾ ਆਰਮੀ ਵੱਲੋਂ ਜੋ ਇਹ ਕੈਂਪ ਲਗਾਇਆ ਗਿਆ ਹੈਗਾ, ਮੈਂ ਇਹਦੇ ਬਾਰੇ ਦੱਸਣਾ ਚਾਹੂੰਗਾ ਕਿ ਪੈਂਫਲੇਟ ਹੈਗਾ ਮੇਰੇ ਕੋਲ। ਇਸ ਪੈਂਫਲੇਟ ਦੇ ਵਿੱਚ
ਲਿਖਿਆ ਹੈਗਾ ਕੈਨੇਡੀਅਨ ਆਰਮੀ ਰਿਜ਼ਰਵ, ਕੈਨੇਡੀਅਨ ਆਰਮੀ ਰਿਜ਼ਰਵ ਪਾਰਟ ਟਾਈਮ ਕੋਪ ਅਪ ਐਂਡ ਸਮਰ ਜੌਬ ਓਪਰਚੁਨਿਟੀਜ਼। ਸੋ ਇਹਦੇ ਉੱਪਰ ਜਿਹੜਾ ਇਨਫੋਰਮੇਸ਼ਨ ਉਹਨਾਂ ਬਕਾਇਦਾ ਦਿੱਤੀ ਹੋਈ ਹੈ। ਕੰਬੈਟ ਇੰਜੀਨੀਅਰਸ, ਤੁਸੀਂ ਜਿਹੜੇ ਆਰਮੀ ਦੇ ਵਿੱਚ ਇੰਜੀਨੀਅਰਸ ਜਿਹੜੇ ਹੈਗੇ ਆ ਉਹ ਕਿਸ ਤਰ੍ਹਾਂ ਕੰਮ ਕਰਦੇ ਹੈਗੇ ਆ, ਕੈਨੇਡਾ ਆਰਮੀ ਕਿਸ ਤਰ੍ਹਾਂ ਕੰਮ ਕਰਦੀ ਹੈਗੀ ਆ, ਇਹ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਜਿਹੜੇ ਪਬਲਿਕ ਦੇ ਨਾਲ ਸਾਂਝੀ ਕਰ ਰਿਹਾ। ਇਹ ਪੈਂਫਲੇਟ ਬਕਾਇਦਾ ਹੈਗਾ ਆ। ਸੋ ਕੁੱਲ ਮਿਲਾ ਕੇ ਜੇ ਮੈਂ ਕਹਾਂ ਕਿ ਸਮੁੱਚਾ ਜਿਹੜਾ ਸੀਗਾ ਇਹ ਸਮਾਗਮ ਸੀਗਾ ਖਾਲਸਾਈ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਤੇ ਸਿੱਖ ਭਾਵਨਾ ਦੇ ਤਹਿਤ ਹੀ ਜੋ ਖਾਲਸਾ ਰਾਜ ਦੀ ਮੰਗ ਦੇ ਤਹਿਤ ਕੁਝ ਸੰਗਤਾਂ ਵੱਲੋਂ ਉੱਥੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਇੱਕ ਵਿਅਕਤੀ ਵੱਲੋਂ ਉੱਥੇ ਭੜਕਾਹਟ ਪੈਦਾ ਕਰਨ ਤੇ ਜੋ ਸਟੇਜ ਦੇ ਉੱਪਰ ਉਸ ਵੱਲੋਂ ਭੜਕਾਹਟ ਪੈਦਾ ਕੀਤੀ ਗਈ, ਉਸ ਦੇ ਖਿਲਾਫ ਵੀ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਗਈ ਅਤੇ ਕੁਛ ਇੱਕ ਧਿਰਾਂ ਵੱਲੋਂ ਉਸ ਨੂੰ ਫਾਲੋ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਲੇਕਿਨ ਪੁਲਿਸ ਨੇ ਉਸ ਨੂੰ ਪ੍ਰੋਟੈਕਟ ਕਰਕੇ ਉਸ ਨੂੰ ਸਮਾਗਮ ਤੋਂ ਬਾਹਰ ਲਿਜਾਇਆ ਗਿਆ। ਸੋ ਇਹ ਕੁੱਲ ਸਮ ਅਪ ਜੇ ਮੈਂ ਪ੍ਰੋਗਰਾਮ ਦੀ ਕਰਾਂ, ਹੁਣ ਮੈਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਿਹੜਾ ਪ੍ਰੋਗਰਾਮ ਦੇ ਬਾਰੇ ਗੱਲਬਾਤ ਕਰੂੰਗਾ ਕਿ ਸਟੇਜ ਤੋਂ ਜਿਹੜਾ ਸੰਚਾਲਨ ਚੱਲ ਰਿਹਾ ਸੀਗਾ, ਇਹ ਸਮੁੱਚਾ ਜਿਹੜਾ ਸਮਾਗਮ ਸੀਗਾ ਅੰਟਾਰੀਓ ਖਾਲਸਾ ਸਿੱਖ ਦਰਬਾਰ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਸਾਰਾ ਸਮਾਗਮ ਜਿਹੜਾ ਸੀ ਆਯੋਜਿਤ ਕੀਤਾ ਗਿਆ ਸੀਗਾ। ਸੋ ਸਟੇਜ ਤੋਂ ਪ੍ਰਬੰਧਕਾਂ ਵੱਲੋਂ ਅਲੱਗ-ਅਲੱਗ ਜਿਹੜੇ ਸਿਆਸੀ ਬੁਲਾਰੇ ਸੀਗੇ ਉਹਨਾਂ ਨੂੰ ਵੀ ਸਮਾਂ ਦਿੱਤਾ ਗਿਆ, ਜਿਸ ਦੇ ਵਿੱਚ NDP ਦੇ ਆਗੂ ਜਗਮੀਤ ਸਿੰਘ ਉਹਨਾਂ ਵੱਲੋਂ ਇਸ ਮੌਕੇ ਵਿਚਾਰ ਰੱਖੇ ਗਏ ਅਤੇ ਇਹ ਗੱਲ ਕਹੀ ਗਈ ਕਿ ਖਾਲਸਾਈ ਸਾਜਨਾ ਦਿਵਸ ਨੂੰ ਸਮਰਪਿਤ ਸਾਡੀ ਕੌਮ ਨੂੰ ਇਹ ਸਮਰਪਿਤ ਸੇਵਾ ਭਾਵਨਾ ਨਾਲ ਸਮਰਪਿਤ ਹੋਣ ਦੀ ਲੋੜ ਹੈ। ਸਮੁੱਚੀ ਮਾਨਵਤਾ ਦੇ ਲਈ ਸਾਨੂੰ ਇੱਕ ਸੰਦੇਸ਼ ਮਿਲਦਾ ਹੈਗਾ ਕਿ ਅਸੀਂ ਸਮੁੱਚੀ ਮਾਨਵਤਾ ਲਈ ਹਿਊਮੈਨਿਟੀ ਵਾਸਤੇ, ਵੈਲਫੇਅਰ ਵਾਸਤੇ ਕਿਸ ਤਰ੍ਹਾਂ ਕੰਮ ਕਰ ਸਕਦੇ ਹਾਂ। ਡਿਟੇਲ ਦੇ ਵਿੱਚ ਉਹਨਾਂ ਵੱਲੋਂ ਕੀ ਕਿਹਾ ਗਿਆ, ਆਓ ਸੁਣਦੇ ਹਾਂ। ਸਾਧ ਸੰਗਤ ਜੀ, ਆਓ ਗੱਜ ਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਵਧਾਈਆਂ ਹੋਣ। ਬਹੁਤ ਸੋਹਣੀ ਗੱਲ ਹੈ ਕਿ ਆਪਾਂ ਹੁਣੇ ਪਿੱਛੇ ਸਟੇਜ ਤੇ ਗੱਲ ਕਰ ਰਹੇ ਸੀ ਕਿ ਪਿਛਲੀ ਇੱਥੇ ਇਕੱਠ 2019 ਚ ਹੋਈ ਆ, ਸੋ 3 ਸਾਲ ਬਾਅਦ ਹੁਣ 2022 ਚ ਹੋ ਰਿਹਾ ਤੇ ਮਾਣ ਹੈ ਕਿ ਫਿਰ ਵੀ ਪੈਂਡੈਮਿਕ ਦੇ ਸਮੇਂ ਚੋਂ ਲੰਘ ਰਿਹਾ ਕਿ ਇੰਨੇ ਸਾਰੇ ਲੋਕ ਆਏ ਹੋਏ ਨੇ। ਸੋ ਧੰਨਵਾਦ, ਤੁਸੀਂ ਆਏ ਹੋ ਤੇ ਆਪਾਂ ਖਾਲਸਾ ਸਾਜਨਾ ਦਿਵਸ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਸਕੇ। ਅੱਜ ਮੈਂ ਕੁਝ ਸ਼ਬਦਾਂ ਖਾਲਸਾ ਸਾਜਨਾ ਦਿਵਸ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਫਿਰ ਮੈਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਮੇਰੀ ਬੇਟੀ ਬਾਰੇ ਤੇ ਫਿਰ ਸਮਾਪਤੀ। ਪਹਿਲਾਂ ਜੇ ਆਪਾਂ ਖਾਲਸਾ ਸਾਜਨਾ ਦਿਵਸ ਬਾਰੇ ਗੱਲ ਕਰੀਏ, ਬੜਾ ਸਪਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇੱਕ ਖਾਸ ਮਕਸਦ ਸੀ ਕਿ ਖਾਲਸਾ ਫੌਜ ਬਣਾਇਆ ਸੀ ਇੱਕ ਖਾਸ ਕਾਰਨ ਲਈ ਕਿ ਆਪਾਂ ਜਿੱਥੇ ਵੀ ਬੇਇਨਸਾਫੀ ਹੋਵੇ ਉੱਥੇ ਬੇਇਨਸਾਫੀ ਦੇ ਖਿਲਾਫ ਲੜਨੀ ਹੈ, ਬੇਇਨਸਾਫੀ ਦੇ ਖਿਲਾਫ ਆਵਾਜ਼ ਉਠਾਉਣੀ ਹੈ ਤੇ ਲੜਨਾ। ਸਾਫ਼ ਉਹਨੇ ਕਿਹਾ ਕਿ ਆਪਾਂ ਜਾਤ ਪਾਤ ਨੂੰ ਖਤਮ ਕਰਨਾ। ਜਾਤ ਪਾਤ ਕੀ ਹੈ? ਇੱਕ ਕਿਸਮ ਦਾ ਨਾ ਬਰਾਬਰਤਾ, ਜਾਤ ਪਾਤ ਨੂੰ ਖਤਮ ਕਰਨਾ। ਜਿੱਥੇ ਕਿਸੇ ਨਾਲ ਬੇਇਨਸਾਫੀ ਹੋ ਰਹੀ ਹੈ ਉਹ ਸਮਝਣਾ ਕਿ ਸਾਡੇ ਨਾਲ ਵੀ ਹੋ ਰਹੀ ਹੈ, ਕਿਸੇ ਵੀ ਕੌਮ ਨਾਲ, ਆਪਣੀ ਕੌਮ ਨਾਲ ਤੇ ਹੋਰ ਕੋਈ ਕੌਮ ਨਾਲ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਮਕਸਦ ਸੀ। ਇਸ ਕਰਕੇ ਖਾਲਸਾ ਫੌਜ ਬਣਾਇਆ ਕਿ ਇਨਸਾਫ ਦਾ ਇੱਕ ਝੰਡਾ ਬਣੇ, ਇੱਕ ਲੋਕਾਂ ਦੇ ਹੱਕਾਂ ਵਾਸਤੇ ਲੜੇ। ਤੇ ਹੁਣ ਇਸ ਸਮੇਂ ਇਸ ਨੂੰ ਇਹ ਸੋਚਣਾ ਚਾਹੀਦਾ ਕਿ ਆਪਾਂ ਕਿਹਦੇ ਹੱਕਾਂ ਵਾਸਤੇ ਲੜੀਏ, ਜਿਹਨੂੰ ਲੋੜ ਹੈ, ਜਿਹੜੇ ਔਖੇ ਸਮੇਂ ਚ ਲੰਘ ਰਹੇ ਨੇ। ਜਿੱਦਾਂ ਆਪਣੇ ਇੱਥੇ ਇੰਟਰਨੈਸ਼ਨਲ ਸਟੂਡੈਂਟ ਆਏ ਹੋਏ ਹਨ, ਉਹਨਾਂ ਨਾਲ ਕਾਫੀ ਧੱਕਾ ਹੋ ਰਿਹਾ, ਉਹਦੇ ਲਈ ਆਪਾਂ ਨੁਮਾਇੰਦਗੀ ਕਰੀਏ। ਜਿੱਥੇ ਗਰੀਬੀ ਹੈ ਉੱਥੇ ਆਪਾਂ ਕੋਈ ਹੱਲ ਲੱਭੀਏ ਗਰੀਬੀ ਨੂੰ ਖਤਮ ਕਰਨ ਲਈ। ਜਿੱਥੇ ਲੋਕਾਂ ਨੂੰ ਸਹੂਲਤਾਂ ਨਹੀਂ ਮਿਲ ਰਹੇ ਨੇ ਉੱਥੇ ਆਪਾਂ ਆਵਾਜ਼ ਉਠਾਈਏ ਕਿ ਉਹਨੂੰ ਸਹੂਲਤਾਂ ਮਿਲਣ। ਇਹ ਖਾਲਸਾ ਦਾ ਮਕਸਦ ਸੀ ਤੇ ਇਸ ਕਰਕੇ ਮੈਨੂੰ ਬਹੁਤ ਪਿਆਰ ਹੈ ਤੇ ਬਹੁਤ ਮਾਣ ਹੈ ਕਿ ਆਪਾਂ ਇੱਕ ਓਮਕਾਰ ਦੇ ਪ੍ਰੇਮੀ ਹਨ। ਆਪਾਂ ਲੋਕ ਹੈਗੇ ਜਿਹੜੇ ਸੋਚਦੇ ਕਿ ਆਪਾਂ ਸਾਰੇ ਇੱਕ ਹਾਂ, ਆਪਾਂ ਸਾਰੇ ਕਨੈਕਟਡ ਹੈ। ਤੇ ਇਹ ਬਹੁਤ ਸੋਹਣੀ ਗੱਲ ਹੈ, ਯੂਨੀਕ ਗੱਲ ਹੈ। ਕਿਸੇ ਹੋਰ ਧਰਮ 'ਚ ਤੁਸੀਂ ਇਹ ਨਹੀਂ ਦੇਖਣਾ ਕਿ ਆਪਾਂ ਸਾਰੇ ਧਰਮਾਂ ਨਾਲ ਪਿਆਰ ਕਰਦੇ ਹਾਂ, ਆਪਾਂ ਸਾਰੇ ਦੇ ਹੱਕਾਂ ਵਾਸਤੇ ਲੜਨਾ ਚਾਹੁੰਦੇ ਹਾਂ। ਇਹ ਬਹੁਤ ਯੂਨੀਕ ਗੱਲ, ਮਾਣ ਵਾਲੀ ਗੱਲ ਹੈ। ਫਖਰ ਮਹਿਸੂਸ ਹੋਣਾ ਚਾਹੀਦਾ ਜਦੋਂ ਅੱਜ ਖਾਲਸਾ ਸਾਜਨਾ ਦਿਵਸ ਮਨਾਉਂਦੇ ਹਾਂ। ਇਸੇ ਰੂਪ 'ਚ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨੀ ਹੈ ਇਸੇ ਖਾਲਸਾ ਸਾਜਨਾ ਦਿਵਸ ਬਾਰੇ ਕਿ ਆਪਾਂ ਕੋਸ਼ਿਸ਼ ਕੀਤੀ ਹੈ ਕਿ ਆਪਾਂ ਕਿਵੇਂ ਲੋਕਾਂ ਦੀ ਮਦਦ ਕਰੀਏ ਇਸ ਔਖੇ ਸਮੇਂ ਦੇ ਵਿੱਚ।
ਪੈਂਡੈਮਿਕ ਦੇ ਸਮਾਂ ਮਹਿੰਗਾਈ ਵੱਧ ਰਹੀ ਹੈ, ਇੱਕ ਜੰਗ ਹੋ ਰਹੀ ਹੈ ਯੂਕਰੇਨ ਦੇ ਵਿੱਚ, ਜਿਹਦੇ ਕਰਕੇ ਲੋਕ ਥੋੜ੍ਹੀਆਂ ਘੱਟ ਸੁਰੱਖਿਅਤ ਮਹਿਸੂਸ ਕਰਦੇ ਨੇ ਕਿ ਆਪਾਂ ਕੀ ਕਰ ਸਕਦੇ ਲੋਕਾਂ ਲਈ। ਸੋ ਇੱਕ ਘੱਟ ਗਿਣਤੀ ਸਰਕਾਰ ਦੇ ਵਿੱਚ ਆਪਾਂ ਆਪਣੇ ਜਿਹੜਾ ਜ਼ੋਰ ਹੈ, ਸਾਡੀ ਪਾਰਟੀ ਦੇ ਜ਼ੋਰ ਆਪਾਂ ਵਰਤ ਕੇ ਲੋਕਾਂ ਲਈ ਆਪਾਂ ਇੱਕ ਜਿੱਤ ਪ੍ਰਾਪਤ ਕੀਤਾ। ਤੁਸੀਂ ਸੁਣਿਆ ਹੋਣਾ ਸਾਡਾ ਸਮਝੌਤਾ ਹੋਇਆ, ਉਸ ਸਮਝੌਤਾ ਦੇ ਵਿੱਚ ਆਪਾਂ ਦੰਦਾਂ ਦੇ ਸੇਵਾਵਾਂ ਲੋਕਾਂ ਤੱਕ ਪਹੁੰਚਾਇਆ। ਇਸ ਸਾਲ 12 ਸਾਲ ਦੇ ਘੱਟ ਬੱਚਿਆਂ ਨੂੰ ਦੰਦਾਂ ਦਾ ਸੇਵਾਵਾਂ ਮੁਫਤ ਹੋਊਗਾ, ਇਹ ਆਪਾਂ ਜਿੱਤ ਪ੍ਰਾਪਤ ਕੀਤਾ। ਇਹ ਸਮਝੌਤਾ ਉਦੋਂ ਹੋਇਆ, ਇੱਕ ਮੈਂ ਵਾਅਦਾ ਕੀਤਾ ਸਾਨੂੰ ਕਹਾਣੀ ਸਮਝਾਉਣਾ ਸਾਂਝੀ ਕਰਨੀ। ਇਹ ਜਿਹੜਾ ਸਮਝੌਤਾ ਇਸ ਲਈ ਹੋਇਆ ਸੀ ਕਿ ਸਾਡੀ ਪਹਿਲੀ ਗੱਲ ਚੱਲ ਰਹੀ ਸੀ ਤੇ ਗੱਲ ਹੋਈ ਨਹੀਂ, ਤੇ ਫਿਰ ਮੇਰੀ ਬੇਟੀ ਦੇ ਜਨਮ ਹੋਏ, ਸਾਡੀ ਬੇਟੀ ਦੇ ਜਨਮ ਹੋਏ, ਤੇ ਜਦੋਂ ਬੇਟੀ ਦੇ ਜਨਮ ਹੋਏ ਪ੍ਰਧਾਨ ਮੰਤਰੀ ਨੇ ਸੰਪਰਕ ਕੀਤਾ ਵਧਾਈਆਂ ਦੇਣ ਲਈ ਕਿ ਤੁਹਾਡੀ ਬੇਟੀ ਹੋਈ ਆ, ਤੇ ਉਹ ਗੱਲਾਂ ਦੇ ਵਿੱਚ ਆਪਾਂ ਜਿਹੜਾ ਸਮਝੌਤਾ ਦੀ ਗੱਲ ਅੱਗੇ ਆਈ। ਸੋ ਜਦੋਂ ਮੇਰੀ ਆਪਣੀ ਬੇਟੀ, ਉਹਦੇ ਨਾਂ ਹੈ ਅਨਹਦ ਕੌਰ ਰੱਖਿਆ, ਤੇ ਜਦੋਂ ਅਨਹਦ ਵੱਡੀ ਹੋਊਗੀ ਆਪਾਂ ਨੂੰ ਸਮਝਾਵਾਂਗੇ ਕਿ ਤੇਰੇ ਕਰਕੇ ਬੇਟੀ, ਤੁਹਾਡੇ ਕਰਕੇ, ਤੁਹਾਡੇ ਜਨਮ ਕਰਕੇ ਇਹ ਸਮਝੌਤਾ ਹੋਇਆ ਜਿਸ ਦੇ ਨਾਲ ਆਪਾਂ ਬੱਚਿਆਂ ਦੇ ਦੰਦਾਂ ਦੇ ਸੇਵਾਵਾਂ ਪੇਸ਼ ਕਰ ਸਕੇ, ਆਪਾਂ ਲੋਕਾਂ ਦੇ ਕੋਈ ਵਧੀਆ ਕੰਮ ਕਰ ਸਕੇ, ਇਹ ਤੁਹਾਡੇ ਕਰਕੇ ਹੋਇਆ। ਤੇ ਮੈਂ ਸਮਝਾ ਰਿਹਾ ਸੀਗਾ ਲੋਕਾਂ ਨੂੰ, ਜਿਹੜੇ ਪੱਛਮੀ ਸਮਾਜ ਦੇ ਲੋਕਾਂ ਨੂੰ, ਕਿ ਅਨਹਦ ਦਾ ਅਰਥ ਹੈ ਕਿ ਜਿਹਦੇ ਕੋਈ ਲਿਮਿਟ ਨਹੀਂ, ਜਿਹਦੇ ਕੋਈ ਹੱਦ ਨਹੀਂ, ਤੇ ਅਨਹਦ ਬਾਣੀ 'ਚ ਵੀ ਕਿ ਉਹ ਜਿਹੜਾ ਬਿਨਾਂ ਵਜਾਇਆ ਨਾਦ ਵਸਦਾ ਆ, ਮਿਊਜ਼ਿਕ ਜਿਹੜਾ ਵਸਦਾ ਆ, ਤੇ ਇਹ ਅਕੋਰਡ ਨੂੰ, ਇਹ ਜਿਹੜਾ ਸਮਝੌਤਾ ਨੂੰ, ਉਹਦਾ ਨਾਮ ਵੀ ਰੱਖਿਆ ਅਨਹਦ ਅਕੋਰਡ। ਸੋ ਤੁਸੀਂ ਸੁਣਿਆ ਐਨਡੀਪੀ ਦੇ ਆਗੂ ਜਗਮੀਤ ਸਿੰਘ, ਉਹਨਾਂ ਵੱਲੋਂ ਵਿਚਾਰ ਰੱਖੇ ਗਏ, ਬੜੇ ਬੇਬਾਕ ਤਰੀਕੇ ਦੇ ਨਾਲ ਉਹਨਾਂ ਵੱਲੋਂ ਦੱਸਿਆ ਗਿਆ ਕਿ ਕੈਨੇਡਾ ਦੇ ਵਿੱਚ ਸਿੱਖ ਕੌਮ ਦਾ ਕੀ ਯੋਗਦਾਨ ਹੈਗਾ, ਤੇ ਐਨਡੀਪੀ ਪਾਰਟੀ ਜਿਹੜੀ ਹੈਗੀ ਆ ਉਹ ਸਮੁੱਚੀ ਭਲਾਈ ਵਾਸਤੇ, ਜਿਹੜਾ ਕੈਨੇਡੀਅਨ ਭਾਈਚਾਰਾ ਉਸ ਦੇ ਵਾਸਤੇ ਕੀ ਕਰ ਰਹੀ ਆ। ਇਸ ਦੇ ਨਾਲ ਹੀ ਪੀਸੀ ਪਾਰਟੀ ਦੇ ਆਗੂ ਪਰਮਮੀਤ ਸਰਕਾਰੀਆ ਵੱਲੋਂ ਵੀ ਸੰਗਤਾਂ ਦੇ ਨਾਲ ਸੰਬੋਧਨ ਹੋਇਆ ਗਿਆ। ਸੋ ਉਹਨਾਂ ਵੱਲੋਂ ਆਪਣੇ ਵਿਚਾਰ ਰੱਖਦਿਆਂ ਇਹ ਗੱਲ ਕਹੀ ਗਈ ਕਿ ਇਹ ਦਿਨ ਜਿਹੜਾ ਹੈਗਾ ਯਾਦਗਾਰੀ ਦਿਨ ਹੈਗਾ, ਸਮੁੱਚਾ ਜਿਹੜਾ ਖਾਲਸਾ ਪੰਥ ਹੈਗਾ ਆ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਖਾਲਸਾ ਸਾਜਨਾ ਦਿਵਸ ਹੈਗਾ ਆ, ਜਿਹੜਾ ਸਿੱਖ ਵਿਰਾਸਤੀ ਮਹੀਨਾ ਮਨਾਇਆ ਜਾਂਦਾ। ਸਾਨੂੰ ਸਾਰਿਆਂ ਨੂੰ ਇਸ ਵਿੱਚ ਰਲ ਮਿਲ ਕੇ ਸਾਰਿਆਂ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਲੋੜ ਹੈਗੀ ਆ, ਤੇ ਇੱਕ ਅਹਿਦ ਕਰਨ ਦੀ ਲੋੜ ਹੈਗੀ ਆ। ਉਹਨਾਂ ਵੱਲੋਂ ਡਿਟੇਲ ਦੇ ਵਿੱਚ ਕੀ ਕਿਹਾ ਗਿਆ, ਆਓ ਸੁਣਦੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਜੁੜ ਬੈਠੀ ਸਾਧ ਸੰਗਤ, ਆਓ ਗੱਜ ਕੇ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਸਮੂਹ ਸਾਧ ਸੰਗਤ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈ ਦੇਣਾ ਚਾਹੁੰਦੇ ਹਾਂ। ਅਤੇ ਜਿੱਥੇ ਅੱਜ ਦਾ ਸਮੂਹ ਪ੍ਰਬੰਧਕ ਸੇਵਾਦਾਰਾਂ ਅੰਟਾਰੀਓ ਸਿੱਖ ਗੁਰਦੁਆਰਾ ਕਾਉਂਸਲ ਨੇ, ਜੋ ਕਾਫੀ ਲੰਮੇ ਸਮੇਂ ਬਾਅਦ ਅਸੀਂ ਜੋ ਕੋਵਿਡ ਦੇ ਕਾਰਨ ਕਰਕੇ ਨਹੀਂ ਇਕੱਠੇ ਹੋ ਸਕੇ, ਉਹਦੇ ਵਿੱਚ ਅੱਜ ਜੋ ਸਾਰਿਆਂ ਦੇ ਨਾਲ ਦਰਸ਼ਨ ਹੋ ਰਹੇ ਆ, ਅਸੀਂ ਸਮੂਹ ਜੋ ਵੀ ਕਮੇਟੀ ਦੇ ਮੈਂਬਰ ਸੇਵਾਦਾਰ ਅੱਜ ਲੱਗੇ ਹੋਏ ਆ, ਉਹਨਾਂ ਦਾ ਅਸੀਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। On behalf of Premier Doug Ford and the PC Party of Ontario, I want to wish each and every single one of you a very happy Vaisakhi. When we look at the journey of Sikhs in Canada, it predates over 100 years. When we look at World War I, the Sikh community laid down their lives for Canada. When we look at World War II, the Sikh community laid down their lives for Canada. ਸੋ ਤੁਸੀਂ ਸੁਣਿਆ ਪਰਮਮੀਤ ਸਰਕਾਰੀਆ ਜੋ ਸੰਗਤਾਂ ਨੂੰ ਸੰਬੋਧਨ ਹੋਏ। ਇਸ ਤੋਂ ਬਾਅਦ ਟੋਰਾਂਟੋ ਦੇ ਮੇਅਰ ਅਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਵੀ ਕਰਮਵਾਰ ਆਪਣੇ ਇੱਥੇ ਵਿਚਾਰ ਰੱਖੇ ਗਏ। ਉਹਨਾਂ ਵੱਲੋਂ ਬਕਾਇਦਾ ਸਿੱਖ ਕਮਿਊਨਿਟੀ ਦੇ ਨਾਲ ਆਪਣੇ ਵਿਚਾਰ ਰੱਖੇ ਗਏ। ਸਾਨੂੰ ਜਿਹੜਾ ਬਿਲਕੁਲ ਜਿਹੜਾ ਖਾਲਸਾ ਸਾਜਨਾ ਦਿਵਸ ਪ੍ਰਤੀ ਆਪਣੇ ਪ੍ਰਤੀਬੱਧਤਾ ਜ਼ਾਹਰ ਕੀਤੀ ਗਈ। ਸੋ ਇਸ ਤੋਂ ਇਲਾਵਾ ਲੋਕਲ ਲੈਵਲ ਦੇ ਆਗੂ ਜਿਹੜੇ ਹੈਗੇ ਆ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਟੋਰਾਂਟੋ ਦੇ ਮੇਅਰ ਜੌਨ ਟੋਰੀ ਵੱਲੋਂ ਵੀ ਬਕਾਇਦਾ ਆਪਣੇ ਵਿਚਾਰ ਰੱਖੇ ਗਏ। ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਗਈ। ਇਸ ਮੌਕੇ ਉਹਨਾਂ ਵੱਲੋਂ ਕੀ ਕਿਹਾ ਗਿਆ, ਆਓ ਸੁਣਦੇ ਹਾਂ। Same goal in mind, and that is to have the best country and to support our freedom and our diversity. So again, happy Khalsa Day. Thank you for being so kind and warm to us and welcoming us. And we appreciate you so much. All the best. Have a wonderful day in this beautiful city of Toronto. Happy Khalsa Day. ਸੋ ਤੁਸੀਂ ਸੁਣਿਆ ਕਿ ਸਾਰੇ ਆਗੂਆਂ ਵੱਲੋਂ ਆਪਣੇ ਵਿਚਾਰ ਇੱਥੇ ਰੱਖੇ ਗਏ। ਹੋਰ ਵੀ ਵੱਖ-ਵੱਖ ਆਗੂਆਂ ਵੱਲੋਂ ਜੋ ਇੱਥੇ ਆਪਣੇ ਵਿਚਾਰ ਰੱਖੇ ਗਏ ਅਤੇ ਸਮੁੱਚੇ ਸਿੱਖ ਭਾਈਚਾਰੇ ਨੂੰ ਤੇ ਮਾਨਵਤਾ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ।
ਇਸ ਤੋਂ ਇਲਾਵਾ ਜੇ ਮੈਂ ਸੰਖੇਪ 'ਚ ਗੱਲ ਕਰਾਂ ਤੇ ਕਿ ਜਿਹੜੇ ਉੱਥੇ ਈਵੈਂਟ ਸੀਗੇ ਅਲੱਗ-ਅਲੱਗ ਅਸੀਂ ਕਵਰ ਕੀਤੇ ਪੰਜਾਬ ਨਗਾਰਾ ਵੱਲੋਂ। ਉਸ ਮੌਕੇ ਜਿਹੜਾ ਮੇਨ ਤੌਰ ਤੇ ਈਵੈਂਟ ਸੀਗਾ, ਬੜਾ ਅਲੌਕਿਕ ਨਜ਼ਾਰਾ ਸੀਗਾ ਉਸ ਈਵੈਂਟ ਦੇ ਵਿੱਚ ਕਿ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇੱਕ ਦਸਤਾਰ ਸਜਾਉਣ ਦਾ ਜਿਹੜਾ ਅਵੇਅਰਨੈਸ ਕੈਂਪ ਉੱਥੇ ਲਗਾਇਆ ਗਿਆ ਸੀਗਾ। ਇੱਥੇ ਇੰਟਰਸਟਿੰਗ ਗੱਲ ਇਹ ਸੀਗੀ ਕਿ ਛੋਟੇ ਛੋਟੇ ਬੱਚੇ ਹਰ ਵਰਗ ਦੇ ਬੰਦੇ ਨੂੰ ਉੱਥੇ ਦਸਤਾਰ ਸਜਾਈ ਜਾ ਰਹੀ ਸੀ। ਪੰਜਾਬ ਨਗਾਰਾ ਵੱਲੋਂ ਇਸ ਮੌਕੇ ਇੱਥੋਂ ਦੇ ਆਰਗੇਨਾਈਜ਼ਰ ਜਿਹੜੇ ਹੈਗੇ ਆ ਸਿੱਖ ਮੋਟਰਸਾਈਕਲ ਕਲੱਬ ਦੇ ਨਾਜ਼ਰ ਸਿੰਘ, ਉਹਨਾਂ ਨਾਲ ਗੱਲਬਾਤ ਵੀ ਕੀਤੀ ਗਈ। ਸੋ ਗੱਲਬਾਤ ਦੌਰਾਨ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ। ਸਿੱਖ ਮੋਟਰਸਾਈਕਲ ਕਲੱਬ ਤੋਂ ਜਿਹੜੇ ਮੀਤ ਪ੍ਰਧਾਨ ਹੈਗੇ ਆ ਨਾਜ਼ਰ ਸਿੰਘ, ਸਰਦਾਰ ਨਾਜ਼ਰ ਸਿੰਘ, ਉਹਨਾਂ ਦੇ ਨਾਲ ਅਸੀਂ 2 ਮਿੰਟ ਗੱਲਬਾਤ ਕਰਾਂਗੇ ਕਿ ਇਹਨਾਂ ਵੱਲੋਂ ਇੱਕ ਬੜਾ ਖਾਸ ਤੇ ਮੈਂ ਕਹਾਂਗਾ ਨਿਆਰਾ ਜਿਹੜਾ ਈਵੈਂਟ ਆਰਗੇਨਾਈਜ਼ ਕੀਤਾ ਗਿਆ ਆ। ਦਸਤਾਰ ਸਜਾਉਣ ਦਾ ਜਿਹੜਾ ਇੱਕ ਬਕਾਇਦਾ ਮੈਂ ਕਹਾਂਗਾ ਕਿ ਬੂਥ ਇੱਥੇ ਲੱਗਾ ਹੋਇਆ ਆ। ਜਿੰਨੇ ਵੀ ਨੌਜਵਾਨ ਹੈਗੇ ਆ ਜਾਂ ਕਿਸੇ ਵੀ ਕੋਈ ਵੀ ਹੈਗਾ ਜਿਹਦਾ ਦਿਲ ਕਰਦਾ ਦਸਤਾਰ ਸਜਾਉਣ ਨੂੰ, ਇੱਥੇ ਆ ਕੇ ਦਸਤਾਰ ਸਜਾ ਸਕਦਾ। ਸੋ ਮੈਂ ਜ਼ਿਆਦਾ ਇਹਨਾਂ ਕੋਲੋਂ ਪੁੱਛਾਂਗਾ ਕਿ ਇਹ ਕੀ ਮਕਸਦ ਹੈਗਾ ਆ, ਕਦੋਂ ਤੋਂ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਹੈਗਾ ਇਦਾਂ ਦੇ ਈਵੈਂਟ ਜਿਹੜਾ ਆਰਗੇਨਾਈਜ਼ ਕਰ ਰਿਹਾ। ਸੋ ਨਾਜ਼ਰ ਸਿੰਘ ਜੀ, ਸਵਾਗਤ ਹੈ ਤੁਹਾਡਾ ਪੰਜਾਬ ਨਗਾਰਾ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਦੱਸਣਾ ਕਿ ਸਿੱਖ ਮੋਟਰਸਾਈਕਲ ਕਲੱਬ ਨੇ 10 ਸਾਲ ਸੰਘਰਸ਼ ਕੀਤਾ, ਕਿਉਂਕਿ ਪਹਿਲਾਂ ਤੁਸੀਂ ਪੱਗ ਬੰਨ੍ਹ ਕੇ ਇੱਥੇ ਟੋਰਾਂਟੋ ਵਿੱਚ ਜਾਂ ontario ਵਿੱਚ ਵੀ ਮੋਟਰਸਾਈਕਲ ਨਹੀਂ ਚਲਾ ਸਕਦੇ ਸੀ। ਸੋ ਉਹਨਾਂ ਨੇ 10 ਸਾਲ ਸੰਘਰਸ਼ ਕੀਤਾ। ਉਸ ਤੋਂ ਬਾਅਦ ਡਗ ਫੋਰਡ ਦੀ ਗਵਰਨਮੈਂਟ ਨੇ ਸਾਨੂੰ ਅਲਾਓ ਕੀਤਾ ਵੀ ਤੁਸੀਂ ਪੱਗ ਬੰਨ੍ਹ ਕੇ, ਦਸਤਾਰ ਬੰਨ੍ਹ ਕੇ ਮਾਣ ਨਾਲ ਤੁਸੀਂ ਸਿੱਖ ਜਿਹੜਾ ਸਿੱਖ ਆ ਉਹ ਰਾਈਡਰ ਉਹ ਮੋਟਰਸਾਈਕਲ ਚਲਾ ਸਕਦਾ ਜੀ ontario ਵਿੱਚ। ਸੋ ਇਹਨਾਂ ਨੇ ਬੜੀ ਇੱਕ ਅਹਿਮ ਜਿਹੜੀ ਗੱਲ ਦੱਸੀ ਹੈਗੀ ਆ ਇਹ ਕਿ ਜਿਹੜਾ ਇੱਕ ਬੜਾ ਵੱਡਾ ਇਹਨਾਂ ਨੇ ਸੇਵਾ ਕੀਤੀ ਆ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਕਿ ਇਸ ਕੈਨੇਡਾ ਦੇ ਵਿੱਚ ਵੀ, ਕਿਉਂਕਿ ਰੂਲ ਬਹੁਤ ਸਖਤ ਹੈਗੇ ਆ, ਜਿਹੜੇ ਟ੍ਰੈਫਿਕ ਰੂਲ ਹੈਗੇ ਆ, ਇਹ ਸੀਗਾ ਕਿ ਕੋਈ ਵੀ ਬੰਦਾ ਜਿਹੜਾ ਹੈਗਾ ਆ ਟਰੈਵਲਰ ਆ ਉਹ ਮੋਟਰਸਾਈਕਲ ਹੈਲਮਟ ਤੋਂ ਬਗੈਰ ਨਹੀਂ ਸੀ ਚਲਾ ਸਕਦਾ। ਸਿਰਫ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਕੇ ਜਾਂ ਕੋਈ ਵੀ ਦਸਤਾਰ ਸਜਾਏ, ਜਿਹੜਾ ਦਸਤਾਰ ਸਜਾਉਂਦਾ ਬੰਦਾ, ਉਹਦੇ ਵਾਸਤੇ ਖਾਸ ਕਰਕੇ ਸਿੱਖ ਕਮਿਊਨਿਟੀ ਵਾਸਤੇ ਇਹਨਾਂ ਨੇ ਲੰਬਾ ਸਮਾਂ ਸੰਘਰਸ਼ ਕੀਤਾ ਕਿ ਜਿਹੜਾ ਹੈਗਾ ਸੀਗਾ ਜਿਹੜਾ ਮੋਟਰਸਾਈਕਲ ਰਾਈਡਰ ਹੈਗਾ ਉਹਨੂੰ ਬਕਾਇਦਾ ਹੁਣ ਜਿਹੜਾ ਪੱਗ ਸਜਾਉਂਦਾ ਹੈਗਾ ਉਹਨੂੰ ਹੈਲਮਟ ਪਾਉਣ ਦੀ ਲੋੜ ਨਹੀਂ ਹੈਗੀ। ਕੋਈ ਸਟੇਟ ਹੈਗੇ ਆ ontario ਦੇ, ਬਹੁਤੇ ਸਟੇਟ ਵਿੱਚ ontario ਵਿੱਚ ਇਹਨਾਂ ਨੇ ਅਲਾਓ ਜਿਹੜਾ ਕਰਵਾ ਲਿਆ ਹੈਗਾ, ਬਾਕੀਆਂ ਲਈ ਵੀ ਇਹ ਕਰ ਰਹੇ ਹੈਗੇ ਆ। ਸੋ ਤੁਸੀਂ ਇਹਦੇ ਬਾਰੇ ਦੱਸਣਾ ਚਾਹੋਗੇ ਕਿ ਕਦੋਂ ਤੋਂ ਤੁਸੀਂ ਲੱਗੇ ਹੋਏ ਇਸ ਗੱਲ? ਇਹ ਆਲਮੋਸਟ 2018 ਦੇ ਵਿੱਚ ਜਿਹੜਾ ਇਹ ਲਾ ਸਾਨੂੰ ਬਣਿਆ ਵੀ ਤੁਸੀਂ ਐਕਚੁਅਲੀ ਲਾ ਇਹ ਪੱਗ ਨੂੰ ਨਹੀਂ ਬਣਿਆ, ਇਹ ਲਾ ਸਿੱਖ ਨੂੰ ਬਣਿਆ ਜੀ, ਕਿਉਂਕਿ ਉਹ ਲਾ ਦੇ ਵਿੱਚ ਲਿਖਿਆ ਹੋਇਆ ਵੀ ਜਿਹੜਾ ਵੀ ਸਿੱਖ ਆ, ਸਿੱਖ ਅਨਸਵਰਨ ਹੇਅਰ ਆ, ਉਹ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾ ਸਕਦਾ। ਉਹ ਸਿੱਖ ਨੂੰ ਹੋਇਆ, ਨਾ ਕਿ ਪੱਗ ਟਰਬਨ ਨੂੰ ਹੋਇਆ ਨਾ। ਸੋ ਕਈ ਵਾਰੀ ਇਦਾਂ ਨਹੀਂ ਤੁਹਾਡੇ ਮਤਲਬ ਵਾਲ ਕੱਟੇ ਆ ਜਾਂ ਤੁਸੀਂ ਅਨਸਵਰਨ ਹੇਅਰ ਆ, ਤੁਹਾਨੂੰ ਟਿਕਟ ਦੇ ਸਕਦੇ। ਸੋ ਇਹਦੇ ਵਿੱਚ ਮੇਨ ਕਰੈਕਸ਼ਨ ਕਰਨ ਵਾਲੀ ਗੱਲ ਇਹ ਹੈਗੀ, ਮੈਂ ਜਿਹੜੀ ਪਹਿਲਾਂ ਦੱਸਿਆ ਦੋ ਜੇ ਕਰੈਕਸ਼ਨ ਮੈਂ ਕਰਨੀ ਚਾਹੂੰਗਾ ਕਿ ਜਿਹੜੀ ਇਹ ਸਹੂਲਤ ਜਾਂ ਜਿਹੜਾ ਇਹ ਕੰਸੈਸ਼ਨ ਮਿਲੀ ਹੈਗੀ ਆ, ਸਿਰਫ ਜਿਹੜਾ ਸਿੱਖ ਵਿਸ਼ਵਾਸ ਆ, ਜਿਹੜਾ ਸਿੱਖ ਹੈਗਾ ਬਾਏ ਉਹਨੂੰ ਹੈਗੀ ਆ, ਜਿਹੜਾ ਸਿੱਖ ਦਸਤਾਰ ਸਜਾਉਂਦਾ ਹੈਗਾ ਆ, ਜੋ ਮੋਟਰਸਾਈਕਲ ਚਲਾਉਂਦਾ, ਉਹਨੂੰ ਹੈਲਮਟ ਪਾਉਣ ਦੀ ਲੋੜ ਨਹੀਂ ਹੈਗੀ। ਭਾਵ ਜਿਹਨੇ ਵੀ ਇਹ ਕੰਸੈਸ਼ਨ ਲੈਣਾ ਉਹਦਾ ਸਿੱਖ ਧਰਮ 'ਚ ਵਿਸ਼ਵਾਸ ਹੋਣਾ ਚਾਹੀਦਾ, ਉਹ ਸਿੱਖ ਧਰਮ ਨੂੰ ਮੰਨਦਾ ਹੋਣਾ ਚਾਹੀਦਾ ਹੈਗਾ ਆ, ਉਹਨੂੰ ਇਹ ਬਕਾਇਦਾ ਮਾਨਤਾ ਹੈਗੀ ਆ। ਹੁਣ ਅਸੀਂ ਗੱਲ ਕਰਾਂਗੇ ਜਿਹੜਾ ਇੱਥੇ ਤੁਸੀਂ ਕੈਂਪ ਲਗਾਇਆ ਹੋਇਆ ਬਕਾਇਦਾ ਦਸਤਾਰ ਸਜਾਉਣ ਦਾ। ਸੋ ਬੱਚਿਆਂ ਦੀਆਂ ਵੀ ਦਸਤਾਰਾਂ ਸਜਾਈਆਂ ਜਾ ਰਹੀਆਂ, ਮੈਂ ਸੋਚਿਆ ਸਾਰੇ ਵਰਗਾਂ ਦੇ ਹੈਗੇ ਆ। ਸੋ ਇਹਦਾ ਮਕਸਦ ਕੀ ਆ? ਹਾਂਜੀ, ਮੈਂ ਐਕਚੁਅਲੀ ਸਿੱਖ ਮੋਟਰਸਾਈਕਲ ਕਲੱਬ ਨਾਲ ਜਦੋਂ ਦਾ ਜੁੜਿਆ ਹੋਇਆ ਉਹ ਤੋਂ ਮੈਂ ਦਸਤਾਰਾਂ ਦੀ ਸੇਵਾ ਕਰਦਾ। ਆਲਮੋਸਟ 5 ਸਾਲ ਤੋਂ ਮੈਂ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦੇ ਰਿਹਾ। ਸੋ ਵੱਖ-ਵੱਖ ਗੁਰਦੁਆਰਾ ਵਿੱਚ ਜਾ ਕੇ ਦਸਤਾਰ, ਦਮਾਲਾ, ਪਟਿਆਲਾ ਸਾਹਿਬ, ਮੋਰਨੀ, ਬਟਿਆਂ ਵਾਲੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਦਸਤਾਰ ਬੰਨ੍ਹਣੀ ਸਿੱਖਣੀ ਆ ਉਹ ਤੁਸੀਂ ਮੇਥੋਂ ਸਿੱਖ ਸਕਦੇ ਹੋ। ਸੋ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਉਹਨਾਂ ਅਸੀਂ ਦਸਤਾਰਾਂ ਵੀ ਫ੍ਰੀ ਦਿੰਦੇ ਹਾਂ। ਸੋ ਵੱਖ-ਵੱਖ ਗੁਰਦੁਆਰਿਆਂ ਵਿੱਚ ਜਾ ਕੇ ਸਿੱਖੀ ਨਾਲ ਜੋੜਨ ਵਾਲਾ, ਕਿਉਂਕਿ ਇੱਥੇ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ, ਬੱਚੇ ਜਦੋਂ ਦਸਤਾਰ ਸੋਹਣੀ ਨਹੀਂ ਬੰਨ੍ਹਦੇ ਜਾਂ ਦੂਜੇ ਬੱਚਿਆਂ ਨੂੰ ਟੀਜ਼ ਕਰਨ ਲੱਗ ਜਾਂਦੇ ਉਹ ਵਾਲ ਕਟਾ ਲੈਂਦੇ ਆ। ਕਈ ਵਾਰੀ ਪੇਰੈਂਟਸ ਆਪ ਦਸਤਾਰ ਸੋਹਣੀ ਬੰਨ੍ਹ ਲੈਂਦੇ ਆ, ਪਰ ਕਿਹੜਾ ਸਿਖਾਉਣ ਦਾ ਉਹਨਾਂ ਤੋਂ ਕੋਲ ਪੇਸ਼ੈਂਸ ਨਹੀਂ ਹੁੰਦਾ ਜਾਂ ਕਈ ਵਾਰੀ ਸਿਖਾਉਣ ਦਾ ਢੰਗ ਨਹੀਂ ਹੁੰਦਾ। ਕਈ ਬੰਦੇ ਆਪ ਸੋਹਣੀ ਬੰਨ੍ਹ ਲੈਂਦੇ ਪਰ ਦੂਸਰੇ ਨੂੰ ਸਿਖਾਉਣਾ ਡਿਫਰੈਂਟ ਹੁੰਦਾ। ਸੋ ਇਸ ਕਰਕੇ ਮੈਂ ਉਹ ਤੋਂ ਉਪਰਾਲਾ ਕੀਤਾ, ਕਲੱਬ ਨਾਲ ਜੁੜਿਆ। ਸੋ ਕਲੱਬ ਦੇ ਪਲੇਟਫਾਰਮ ਤੋਂ ਮੈਂ ਆਲਮੋਸਟ 6 ਈਅਰ ਤੋਂ ਫ੍ਰੀ ਸੇਵਾ ਕਰ ਰਿਹਾ। 6 ਸਾਲਾਂ ਤੋਂ ਨਿਸ਼ਕਾਮ ਸੇਵਾ ਕਰ ਰਿਹਾ ਸਰਦਾਰ ਨਾਜ਼ਰ ਸਿੰਘ ਜੀ। ਤੇ ਉਹਨਾਂ ਨੂੰ ਮੈਂ ਇੱਕ ਗੱਲ, ਉਹਨਾਂ ਨੇ ਬੜੀ ਵੱਡੀ ਗੱਲ ਕਹੀ ਹੈਗੀ ਆ ਕਿ ਜਿਹੜੇ ਬੱਚੇ ਹੈਗੇ ਆ, ਜਿਹੜੇ ਪਹਿਲਾਂ ਅਸੀਂ ਹੈਗੇ ਸੀ ਜਾਂ ਸਾਡੀ ਏਜ ਦੇ ਬੰਦੇ ਹੈਗੇ ਆ, ਅਸੀਂ ਪੰਜਾਬ ਤੋਂ ਆਏ ਆ, ਅਸੀਂ ਦਮਾਲੇ ਵੀ ਸਜਾਉਂਦੇ ਹੈਗੇ ਜਿਹਨਾਂ ਨੂੰ ਪ੍ਰੇਮ ਹੈਗਾ ਗੁਰੂ ਘਰ ਨਾਲ, ਤੇ ਦਸਤਾਰਾਂ ਵੀ ਸਜਾ ਲੈਂਦੇ ਹੈਗੇ ਆ। ਲੇਕਿਨ ਜਿਹੜੀ ਇੱਥੋਂ ਦਾ ਯੰਗ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਇਨਵੋਲਵ ਕਰਨਾ ਪੈਂਦਾ ਇਸ ਗੱਲ ਲਈ ਮਾਪਿਆਂ ਕੋਲ ਇੰਨਾ ਟਾਈਮ ਕਈ ਵਾਰੀ ਨਹੀਂ ਹੁੰਦਾ ਜਾਂ ਟੈਲੈਂਟ ਵੀ ਨਹੀਂ ਹੁੰਦਾ ਦੂਜੇ ਦੇ ਸਿਰ ਦੇ ਉੱਪਰ ਇੱਦਾਂ ਪੱਗ ਬੰਨ੍ਹਣਾ। ਸੋ ਇਹ ਕੈਂਪ ਲਗਾਉਣ ਦਾ ਮਕਸਦ ਇਹ ਹੈਗਾ ਜਿਹੜੇ ਯੂਥ ਹੈਗੇ ਆ ਉਹਨਾਂ ਨੂੰ
ਉਤਸ਼ਾਹਤ ਕਰਨਾ ਪਲੱਸ ਟੈਕਟ ਦੱਸਣਾ ਦਸਤਾਰ ਸਜਾਉਣ ਦਾ, ਤੁਸੀਂ ਇਦਾਂ ਦਸਤਾਰ ਸਜਾ ਸਕਦੇ ਹੈਗੇ ਹੋ। ਸੋ ਜਿਹੜੇ ਸਾਡੇ ਬੱਚੇ ਆ ਜੇ ਜਿਨ੍ਹਾਂ ਦੇ ਕੇਸ ਕਟਵਾਏ ਹੋਏ ਆ ਜਾਂ ਕਿੱਦਾਂ ਵੀ ਆ, ਉਹ ਵੀ ਇੱਥੇ ਆ ਕੇ ਦਸਤਾਰਾਂ ਸਜਾ ਰਹੇ ਆ। ਇੱਕ ਬੜੀ ਵੱਡੀ ਸੇਵਾ ਮੈਂ ਕਹੂੰਗਾ ਕਿ ਇਹ ਕਰ ਰਹੇ ਹੈਗੇ ਆ ਕਮਿਊਨਿਟੀ ਨੂੰ ਅਵੇਅਰ ਕਰਨ ਵਾਸਤੇ। ਸੋ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਨੂੰ ਵੀ ਅਵੇਅਰ ਕਰਨ ਵਾਸਤੇ ਕਿ ਆਪਣੇ ਬੱਚਿਆਂ ਨੂੰ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਹੈਗੀਆਂ ਨੇ। ਸੋ ਮੈਂ ਇਹਨਾਂ ਨੂੰ ਇੱਕ ਦੋ ਕੁਐਸਚਨ ਹੋਰ ਪੁੱਛਣੇ ਚਾਹੂੰਗਾ ਕਿ ਇਹਦੇ ਤੋਂ ਇਲਾਵਾ ਅੱਜ ਖਾਲਸਾ ਸਾਜਨਾ ਦਿਵਸ ਹੈਗਾ, ਇਹਦੇ ਤੋਂ ਇਲਾਵਾ ਹੋਰ ਕਿਹੜੇ ਈਵੈਂਟ ਜਾਂ ਤੁਸੀਂ ਕੋਈ ਵਿਸ਼ੇਸ਼ ਤੌਰ ਤੇ ਵੀ ਕਰਦੇ ਜਾਂ? ਐਕਚੁਅਲੀ ਜਿਹੜੀ ਸਿੱਖ ਮੋਟਰਸਾਈਕਲ ਕਲੱਬ ਆ ਇਹ ਇੱਕ ਤਰ੍ਹਾਂ ਦੀ ਵਲੰਟੀਅਰ ਕਲੱਬ ਆ, ਨਾਨ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਆ। ਅਸੀਂ ਮੋਸਟਲੀ ਜਿਹੜੇ ਸਾਡੀਆਂ ਰਾਈਡਾਂ ਹੁੰਦੀਆਂ, ਜਿਵੇਂ ਅਸੀਂ ਡਾਇਬੀਟਿਕ ਕੈਨੇਡਾ ਵਾਸਤੇ ਰਾਈਡ ਕਰਦੇ ਆ, ਉਹਨਾਂ ਵਾਸਤੇ ਪਿਛਲੇ ਸਾਲ ਅਸੀਂ $1,13,000 ਇਕੱਠਾ ਕੀਤਾ। ਸੋ ਉਹਨਾਂ ਨੇ ਸਿੱਖ ਮੋਟਰਸਾਈਕਲ ਕਲੱਬ ਦਾ, ਸਿੱਖ ਨੇਸ਼ਨ ਦਾ ਲੰਡਨ ਦੇ ਵਿੱਚ ਬੈਂਟਿੰਗ ਹਾਊਸ ਦੇ ਵਿੱਚ ਉੱਥੇ ਸਾਡਾ ਪਲੇਟਫਾਰਮ ਸਾਈਨ ਪੱਥਰ ਲਾਇਆ, ਨੀਂਹ ਪੱਥਰ ਲਾਇਆ, ਤੇ ਲੋਕੀ ਉੱਥੇ ਕਹਿੰਦੇ ਵੀ ਸਾਨੂੰ $1 ਮਿਲੀਅਨ ਵੀ ਸਾਡਾ ਪੱਥਰ ਲਾ ਦਿਓ। ਪਰ ਉਹਨਾਂ ਨੇ ਸਿੱਖ ਮੋਟਰਸਾਈਕਲ ਕਲੱਬ ਦਾ ਸਪੈਸ਼ਲ ਪਾਇਆ ਵੀ ਸਿੱਖ ਕਮਿਊਨਿਟੀ ਵਾ ਇਹਨਾਂ ਨੇ ਸਾਡੇ ਵਾਸਤੇ। ਇਸ ਤੋਂ ਇਲਾਵਾ ਕੈਨੇਡੀਅਨ ਕੈਂਸਰ ਸੁਸਾਇਟੀ ਵਾਸਤੇ ਅਸੀਂ ਤੇ ਜਿਹੜੀ ਸਾਡੀ ਦੂਸਰੀ ਹੈਗੀ ਪ੍ਰਾਇਮਰੀ ਵੈਨਕੂਵਰ ਮੋਟਰਸਾਈਕਲ ਕਲੱਬ, ਉਹਨਾਂ ਨਾਲ ਅਸੀਂ $1,00,000 ਚੈਰਿਟੀ ਦਾ ਉਹਨਾਂ ਵਾਸਤੇ ਇਕੱਠਾ ਕੀਤਾ। ਇਸ ਤੋਂ ਇਲਾਵਾ ਕਿਸਾਨਾਂ ਦਾ ਸੰਘਰਸ਼ ਹੋਇਆ, ਉਹਨਾਂ ਵਾਸਤੇ ਅਸੀਂ ਫੰਡ ਰੇਜ਼ਿੰਗ। ਸਾਡੇ ਮੋਸਟਲੀ ਰਾਈਡਾਂ ਇਹੀ ਹੁੰਦੀਆਂ ਗਈਆਂ। ਹੁਣ ਅਸੀਂ ਰਾਈਡ ਫॉर ਹੀਰੋਜ਼ ਕਰ ਰਹੇ ਹਾਂ ਕਿ ਜੂਨ ਦੇ ਵਿੱਚ। ਉਹ ਕੀ ਹੈ ਵੀ ਜਿਹੜੇ ਜਿਵੇਂ ਆਪਣੇ ਇੰਡੀਆ ਵਿੱਚ ਸਿੰਘ ਸ਼ਹੀਦ ਹੋ ਗਏ ਜਾਂ ਇੱਥੇ ਜਿਹੜੇ ਫੌਜ ਦੇ ਵਿੱਚ ਸਿੰਘ ਸ਼ਹੀਦ ਹੋ ਗਏ ਜਾਂ ਜਿਹੜੇ ਹੋਰ ਮਤਲਬ ਹੋਰ ਕਿਸੇ ਕਮਿਊਨਿਟੀ ਸ਼ਹੀਦ ਹੁੰਦੇ ਆ, ਉਹਨਾਂ ਦੀ ਸਹੂਲਤ ਦੇ ਵਾਸਤੇ ਘਰ ਬਣਾਉਣਾ ਜਾਂ ਉਹਨਾਂ ਦੀ ਜੋ ਵੀ ਨੀਡ ਹੈਗੀ ਉਹਦੇ ਵਾਸਤੇ ਫੰਡ ਰੇਜ਼ਿੰਗ ਕਰਨਾ, ਇਹੀ ਸਾਡਾ ਮਕਸਦ ਆ। ਹੋਰ ਕੋਈ ਇਦਾਂ ਦਾ ਆਰਗੇਨਾਈਜੇਸ਼ਨ ਨਹੀਂ ਵੀ ਫ੍ਰੀ ਆਫ ਕਾਸਟ ਹੀ ਕੰਮ ਕਰਦੇ, ਸਾਰੇ ਵਲੰਟਰੀ ਕੰਮ ਕਰਦੇ। ਬੜੀ ਵੱਡੀ ਅਮਾਉਂਟ ਜਿਹੜੀ ਆ ਉਹ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਆਰਗੇਨਾਈਜ਼ ਕਰਕੇ ਕੈਨੇਡਾ ਦੇ ਜਿਹੜੇ ਹੈਗੇ ਵੱਖ-ਵੱਖ ਸੰਸਥਾਵਾਂ ਉਹਨਾਂ ਨੂੰ ਦਿੱਤੀ ਗਈ ਹੈਗੀ ਆ। ਜੇ ਤਾਜ਼ੀ ਆਪਾਂ ਗੱਲ ਕਰੀਏ ਤਾਂ ਕਿਸਾਨੀ ਸੰਘਰਸ਼ ਚੱਲਿਆ, ਉਹਦੇ ਵਾਸਤੇ ਵੀ ਇਹਨਾਂ ਨੇ ਬਕਾਇਦਾ ਉਹਦੇ ਵਾਸਤੇ ਕਿਸਾਨੀ ਸੰਘਰਸ਼ ਦੇ ਵਿੱਚ ਅਸੀਂ 4 ਮਹੀਨੇ ਇੰਡੀਅਨ ਪਾਰਲੀਮੈਂਟ ਦਫ਼ਤਰ ਦੇ ਸਾਹਮਣੇ, ਇੰਡੀਅਨ ਪਾਰਲੀਮੈਂਟ ਦੇ ਸਾਹਮਣੇ 4 ਮਹੀਨੇ ਅਸੀਂ ਪ੍ਰੋਟੈਸਟ ਕੀਤਾ। ਸਾਡੇ 2-2 ਜਾਣੇ ਜਾ ਕੇ ਉੱਥੇ 4-4 5-5 ਘੰਟੇ ਠੰਡ ਦੇ ਵਿੱਚ ਵੀ ਖੜ੍ਹਦੇ ਰਹੇ ਸੀ, ਕਿਉਂਕਿ ਜਿਹੜੇ ਅਸੀਂ ਸਿੱਖਾਂ ਦੇ ਮੁੰਡੇ ਆ, ਸਾਡੇ ਕਿਸਾਨ ਵੀਰ ਸਾਡੇ ਉੱਥੇ ਠੰਡ ਦੇ ਵਿੱਚ ਕੱਢਦੇ। ਸਾਨੂੰ ਠੰਡ ਕਿੱਦਾਂ ਲੱਗਦੀ ਆ ਨਾ, ਜਦੋਂ ਉਹ ਤਕਲੀਫ ਦੇ ਵਿੱਚ, ਅਸੀਂ ਵੀ ਤਕਲੀਫ ਦੇ ਵਿੱਚ ਆ। ਸੋ ਸੰਘਰਸ਼ ਜਿੱਤਿਆ, ਸਾਨੂੰ ਵੀ ਖੁਸ਼ੀ ਹੋਈ। ਉਹਨਾਂ ਨਾਲ ਮੋਢਾ ਲਾ ਖੜੇ। ਉੱਥੇ ਵੀ ਸਿੱਖ ਮੋਟਰਸਾਈਕਲ ਕਲੱਬ ਨੇ ਆਪਦਾ ਬੂਥ ਵੀ ਲਾਇਆ ਸੀਗਾ ਆਪਣੇ ਕਿਸਾਨੀ ਸੰਘਰਸ਼ ਦੇ ਵਿੱਚ। ਹਾਂਜੀ। ਸੋ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜਦੋਂ ਵੀ ਕਿਤੇ ਈਵੈਂਟ ਆਇਆ ਹੈਗਾ, ਚਾਹੇ ਪੰਜਾਬ ਦਾ ਸੀਗਾ ਜਾਂ ਫਿਰ ਆਪਣਾ ਆਪਾਂ ਕਹਿ ਸਕਦੇ ਹਾਂ ਕਿ ਹੋਰ ਵੀ ਇੱਥੇ ਵੀ ਈਵੈਂਟ ਆਉਂਦੇ ਹੈਗੇ ਆ, ਇਕੱਲਾ ਉਹਨਾਂ ਨੇ ਸਿਰਫ ਇਹਦੇ ਆਪਾਂ ਧਰਮ ਤੇ ਹੈ ਹੀ ਆ, ਦਸਤਾਰ ਸਜਾ ਕੇ ਉਹਨੂੰ ਐਕਸਪਲੋਰ ਤਾਂ ਕਰ ਹੀ ਰਹੇ ਆ। ਲੇਕਿਨ ਜਿਹੜੇ ਇੱਥੇ ਇਨੀਸ਼ੀਏਟਿਵ ਹੈਗੇ ਆ ਅਲੱਗ-ਅਲੱਗ, ਉਹ ਜਿਹੜੇ ਉਹਨਾਂ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਕੈਂਸਰ ਦੇ ਵਾਸਤੇ। ਜਿਹੜਾ ਇਹਨਾਂ ਨੇ ਕੈਂਸਰ ਦੇ ਜਿਹੜੇ ਜਾਂ ਹੋਰ ਕਿਹੜੀਆਂ ਤੁਸੀਂ ਦੱਸੀਆਂ? ਡਾਇਬੀਟਿਕ ਕੈਨੇਡਾ ਇਹਨਾਂ ਨੇ ਬਾਈ ਬਾਰਥੀ ਜਿਹਨਾਂ ਨੂੰ ਡਾਇਬੀਟੀ ਹੁੰਦੀ ਹੈ ਨਾ, ਉਹਨਾਂ ਬੱਚਿਆਂ ਵਾਸਤੇ ਜਦੋਂ ਅਸੀਂ ਉੱਥੇ ਗਏ ਨਾ, ਨਿੱਕੇ ਬੱਚੇ ਦੇਖੇ, ਉਹਨਾਂ ਨੂੰ ਅਸੀਂ ਮਨੀ ਦੀ ਡੋਨੇਟ ਕੀਤੀ। ਤੇ ਲਾਈਕ ਤੁਸੀਂ ਜਦੋਂ ਨਿੱਕੇ ਜਿਹੇ ਬੱਚੇ ਨੂੰ ਬਾਈ ਬਾਰਥੀ ਹੁੰਦਾ, ਦੇਖੋ ਉਹਦੀ ਲਾਈਫ ਕਿੱਦਾਂ ਲੰਘਣੀ ਹੈ ਨਾ। ਸੋ ਉਹਨਾਂ ਵਾਸਤੇ ਜਦੋਂ ਅਸੀਂ ਮਨੀ ਇਕੱਠੀ ਕਰਕੇ ਦਿੱਤੀ, ਦੇ ਵਾਸ ਸੋ ਹੈਪੀ। ਕਿ ਉਹਦਾ ਅਸੀਂ ਬੈਂਡ ਸਰ ਦੂਜੇ ਉਹਨੂੰ ਪਤਾ ਲੱਗਾ ਵੀ ਸਿੱਖ ਇਹ ਕਮਿਊਨਿਟੀ ਹੈ ਜਿਹੜੀ ਲੋਕਾਂ ਦੀ ਖਾਤਰ ਖੜ੍ਹਦੀ ਹੈ ਨਾ। ਇਸ ਤੋਂ ਇਲਾਵਾ ਇੱਥੇ ਜਿਹੜੇ ਬੱਚਿਆਂ ਦਾ ਨਹੀਂ ਹੋਇਆ ਸੀ, ਆਪਣੇ ਫਸਟ ਨੇਸ਼ਨ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਮਾਰਦਾ ਸੀਗਾ, ਉਹਨਾਂ ਦੀ ਖਾਤਰ ਅਸੀਂ ਰਾਈਡ ਕੀਤੀ ਹੈ ਨਾ। ਤੇ ਉਹ ਬੜੇ ਹੈਰਾਨ ਵੀ ਕਹਿੰਦੇ ਤੁਸੀਂ ਸਾਡੇ ਨਾਲ ਕਾਹਤੋਂ ਹੋਣਾ। ਮੈਂ ਕਿਹਾ ਸਾਡਾ ਕਿਤੇ ਵੀ ਜ਼ੁਲਮ ਦੇ ਨਾਲ ਹੋਵੇ ਟੱਕਰ, ਅਸੀਂ ਮਤਲਬ ਉੱਥੇ ਖੜਨਾ ਹੀ ਖੜਨਾ। ਸੋ ਉਹਨਾਂ ਦੀ ਖਾਤਰ ਵੀ ਰਾਈਡ ਕੀਤੀ, ਉਹ ਰਾਈਡ ਫॉर ਹੀਰੋਜ਼ ਕਰਨੀ ਆ। ਸੋ ਅਸੀਂ ਦੂਜੇ ਦੱਸਣਾ ਚਾਹੁੰਦੇ ਕੈਨੇਡਾ ਨੂੰ ਵੀ ਸਿੱਖ ਕਮਿਊਨਿਟੀ ਕੈਨੇਡਾ ਦੀ ਖਾਤਰ ਕੀ ਕਰਦੀ ਆ, ਕਿੱਦਾਂ ਹੈਲਪ ਕਰਦੀ ਆ। ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਇੱਕ ਬੜਾ ਵਿਲੱਖਣ ਤਰੀਕਾ ਮੈਂ ਕਹੂੰਗਾ ਕਿ ਸ਼ਾਇਦ ਹੀ ਇਹ ਤੋਂ ਕੋਈ ਨਜ਼ਾਰਾ ਅਲੌਕਿਕ ਜਿਹੜਾ ਤਰੀਕਾ ਹੋਵੇ ਕਿ ਤੁਸੀਂ ਆਪਣੀ ਕਮਿਊਨਿਟੀ ਦੀ ਮਹਾਨਤਾ ਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਹੋ। ਸਿੱਖ ਮੋਟਰਸਾਈਕਲ ਕਲੱਬ ਨੇ ਇੱਕ ਈਵੈਂਟ ਨਹੀਂ, ਕਈ ਈਵੈਂਟ ਹੈਗੇ ਆ ਜਿਹਦੇ ਉੱਪਰ ਸਿੱਖ ਮੋਟਰਸਾਈਕਲ ਕਲੱਬ ਨੇ ਇਹ ਪ੍ਰੂਫ ਕੀਤਾ ਹੈਗਾ ਆ, ਆਪਣੇ ਆਪ ਨੂੰ ਇਹ ਦੱਸਿਆ ਹੈਗਾ ਕਿ ਅਸੀਂ ਕਿਸ ਭਾਈਚਾਰੇ ਤੋਂ ਹੈਗੇ ਆ, ਸਾਡਾ ਸਿੱਖੀ ਦਾ ਮਕਸਦ ਕੀ ਹੈਗਾ ਆ, ਅਸੀਂ ਕਿੱਥੇ ਕਿਹੜੀ ਦੇਣ ਜਿਹੜੀ ਉਹ ਦੇ ਸਕਦੇ ਹੈਗੇ ਆ। ਇਸ ਤੋਂ ਪਹਿਲਾਂ ਵੀ ਸਮੇਂ ਤੇ ਇਹਨਾਂ ਵੱਲੋਂ ਜਿਹੜੇ ਮਾਰਚ ਆ ਜਿਹੜੇ ਆਯੋਜਨ ਕੀਤੇ ਜਾਂਦੇ ਰਹੇ ਆ। ਸੋ ਇਹਨਾਂ ਨੇ ਆ ਜਿਹੜਾ ਪੈਂਫਲੇਟ ਮੈਨੂੰ ਦਿੱਤਾ ਹੈਗਾ ਸਿੱਖ ਮੋਟਰਸਾਈਕਲ ਕਲੱਬ ਆਫ ਅੰਟਾਰੀਓ। ਸੋ ਇਹਨਾਂ ਨੇ ਹੁਣ ਤੱਕ ਜੇ ਮੈਂ ਕਹਾਂ ਕਿ ਡਾਇਬਟੀਜ਼ ਕੈਨੇਡਾ ਵਾਸਤੇ $1,70,000 ਦੀ ਅਮਾਊਂਟ ਜਿਹੜੀ ਆ ਉਹ ਬਕਾਇਦਾ ਰੇਜ਼ ਕੀਤੀ ਹੈਗੀ ਆ। ਬੜੀ ਵੱਡੀ ਇਹ ਅਮਾਊਂਟ ਹੈਗੀ ਆਪਣੇ ਆਪ ਦੇ ਵਿੱਚ। ਇਸ ਤੋਂ ਇਲਾਵਾ ਡਿਸਟ੍ਰੀਬਿਊਟਡ ਜਿਹੜਾ ਹੈਗਾ ਨਾ ਮੀਲਸ ਐਂਡ PPE ਵਾਸਤੇ, ਜਿਹੜਾ COVID-19 ਵਾਸਤੇ ਸੀਗਾ, ਬਕਾਇਦਾ $30,000 ਉਹਦੇ ਵਾਸਤੇ ਇਹਨਾਂ ਨੇ ਰੇਜ਼ ਕੀਤਾ। ਇਸ ਤੋਂ ਇਲਾਵਾ ਇਹਨਾਂ ਨੇ ਆਪਣੇ ਜਿਹੜੇ 35 ਲੋਕੇਸ਼ਨਾਂ ਇਹਨਾਂ ਦੀਆਂ ਹੈਗੀਆਂ, ਸੈਸ਼ਨਲ ਵਰਕਰਸ ਜਿਹੜੇ ਹੈਗੇ ਸੀਗੇ
ਉਹਨਾਂ ਨੂੰ ਰਿਕਗਨਾਈਜ਼ ਕਰਾਉਣ ਵਾਸਤੇ ਵੀ ਇਹਨਾਂ ਨੇ ਰਾਈਡ ਕੀਤੀ ਹੈਗੀ ਆ। ਵੱਖ-ਵੱਖ ਹਸਪੀਟਲਾਂ ਵਿੱਚ ਗਏ ਜਦੋਂ ਕੋਵਿਡ ਦਾ ਟਾਈਮ ਸੀਗਾ, ਉਹਨਾਂ ਨੂੰ ਐਪਰੀਸ਼ੀਏਟ ਕਰਨਾ ਵਾਸਤੇ ਵੀ ਤੁਸੀਂ ਮਤਲਬ ਕੌਮ ਦੀ ਖਾਤਰ ਬਹੁਤ ਕਰ ਰਹੇ ਹੋ, ਕਿਉਂਕਿ ਸਾਰੇ ਲੋਕੀ ਡਰੇ ਬੈਠੇ ਸੀ, ਜਿਵੇਂ ਡਾਕਟਰ ਹੋਏ, ਪੁਲਿਸ ਵਾਲੇ ਹੋਏ। ਸੋ ਉਹਨੂੰ ਜਦੋਂ ਤੁਸੀਂ ਐਪਰੀਸ਼ੀਏਟ ਕਰਦੇ ਹੋ ਵੀ ਤੁਸੀਂ ਕੌਮ ਦੀ ਖਾਤਰ ਬਹੁਤ ਕੰਮ ਕਰਦੇ ਆ, ਸੋ ਅਸੀਂ 35 ਰਾਈਡਾਂ ਉਹਨਾਂ ਦੀ ਖਾਤਰ ਕੀਤੀਆਂ ਗਏ, ਉਹਨਾਂ ਨੇ ਜਾ ਕੇ ਐਪਰੀਸ਼ੀਏਟ ਕੀਤਾ ਜੀ। 35 ਰਾਈਡ ਇਹਨਾਂ ਨੇ ਇਹ ਕੀਤੀਆਂ। ਤੇ ਇਹਦੇ ਇਲਾਵਾ ਵੱਡੀ ਗੱਲ ਹੈਗੀ ਕਿ ਕੈਨੇਡਾ ਵਾਈਡ ਇਹਨਾਂ ਨੇ ਕੈਨੇਡੀਅਨ ਕੈਂਸਰ ਸੁਸਾਇਟੀ ਵਾਸਤੇ $1,15,000 ਜਿਹੜਾ ਉਹ ਰੇਸ ਕੀਤਾ। ਇੰਨੇ ਵੱਡੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਵਡਮੁੱਲੇ ਕੰਮ ਸਿੱਖ ਮੋਟਰਸਾਈਕਲ ਕਲੱਬ ਨੇ ਕੀਤੇ ਹੈਗੇ ਆ। ਖਾਲਸਾ ਏਡ ਵਾਸਤੇ 1 ਲੱਖ ਰੁਪਇਆ ਜਿਹੜਾ ਵਾ ਇਹਨਾਂ ਨੇ ਬਕਾਇਦਾ $1 ਲੱਖ ਜਿਹੜਾ ਹੈਗਾ ਰੇਸ ਕੀਤਾ ਹੈਗਾ ਆ। $28,000 ਯੂਨਾਈਟਿਡ ਸਿੱਖ ਜਿਹੜੀ ਸੰਸਥਾ ਹੈਗੀ ਆ, ਅਲੱਗ-ਅਲੱਗ ਜਿਹੜੇ ਸਮਾਜ ਭਲਾਈ ਕੰਮ ਕਰ ਰਹੀ ਹੈਗੀ ਆ, ਉਹਨਾਂ ਨੂੰ ਵੀ ਰੇਜ਼ ਕਰਨ ਵਾਸਤੇ ਉਹਨਾਂ ਦੇ ਨਾਲ ਸਹਿਯੋਗ ਕੀਤਾ ਹੈਗਾ ਆ। ਸੋ ਇਹ ਤੋਂ ਇਲਾਵਾ ਅਲੱਗ-ਅਲੱਗ ਜਿਹੜੇ ਬਿੱਲ ਆਉਂਦੇ ਹੈਗੇ ਆ ਕਮਿਊਨਿਟੀ ਦੇ, ਕਈ ਵਾਰੀ ਆਪਾਂ ਕਹਿ ਸਕਦੇ ਕਿ ਸਾਨੂੰ ਇਹ ਮਹਿਸੂਸ ਹੁੰਦਾ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਸੇਵ ਕਰਨਾ ਹੈਗਾ ਆ। ਉਹ ਬਿੱਲ ਹੁਣ ਜਿਵੇਂ ਅਫਗਾਨਿਸਤਾਨ ਦੇ ਵਿੱਚ ਆ ਨਾ, ਅਸੀਂ ਯੂਨਾਈਟਿਡ ਸੈਕਸ ਨਾਲ ਰਲ ਕੇ ਜਿਹੜੇ ਸਾਡੇ ਵੀਰ ਯੂਨਾਈਟਿਡ ਅਫਗਾਨਿਸਤਾਨ ਦੇ ਫਸੇ ਹੋਏ ਆ, ਉਹਨਾਂ ਦੀ ਖਾਤਰ ਨੈਕਸਟ ਈਅਰ ਤੋਂ ਅਸੀਂ ਉਹਨਾਂ ਵਾਸਤੇ, ਕਿਉਂਕਿ ਮਨੀ ਪੈਸੇ ਬਿਨਾਂ ਨਹੀਂ ਕੰਮ ਚੱਲਦਾ ਹੈ ਨਾ, ਉਹਨਾਂ ਵਾਸਤੇ ਫੰਡ ਰੇਜ਼ ਕਰਕੇ ਟਰਾਈ ਕਰਨਾ ਵੀ ਉਹਨਾਂ ਨੂੰ ਵਕੀਲ ਦਾ ਹਾਇਰ ਕਰਕੇ ਵੀ ਕੈਨ ਬ੍ਰਿੰਗ ਇਟ ਹੇਅਰ। ਸੋ ਉਹਨਾਂ ਦਾ ਕਹਿਣਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੇ ਜਿੰਨੇ ਮੈਂ ਤੁਹਾਨੂੰ ਕੰਮ ਦੱਸੇ ਹੈਗੇ ਇਹ ਜਾਰੀ ਰਹਿਣਗੇ ਅਲੱਗ-ਅਲੱਗ ਤਰੀਕੇ ਦੇ ਨਾਲ। ਸੋ ਅੱਜ ਦਾ ਜਿਹੜਾ ਲੋਕਿੰਗ ਡਰਾਮਾ ਵੱਖਰੇ ਤੌਰ 'ਤੇ ਵੀ ਤੁਹਾਨੂੰ ਦਿਖਾਊਂਗਾ। ਦਸਤਾਰਾਂ ਜਿਹੜੀਆਂ ਸਜਾਈਆਂ ਜਾ ਰਹੀਆਂ ਸੀ, ਕਵਰ ਕੀਤੀਆਂ ਨੇ। ਸੋ ਇਹ ਤੋਂ ਇਲਾਵਾ ਹੋਰ ਵੀ ਜਿਹੜੇ ਆਪਾਂ ਹਿਊਮਨ ਰਾਈਟਸ ਦੀ ਆਪਾਂ ਗੱਲ ਕਰ ਰਹੇ ਸੀ, ਸਾਨੂੰ ਦੱਸ ਰਹੇ ਸੀਗੇ ਕਿ ਜਿਹੜਾ ਫਾਰਮਰ ਜਿਹੜਾ ਬਿੱਲ ਜਿਹੜਾ ਸੀਗਾ ਉਹਦੇ ਅਗੇਂਸਟ ਜਦੋਂ ਕੰਮ ਕੀਤਾ, ਇਹਨਾਂ ਅਵੇਅਰਨੈਸ ਪੈਦਾ ਕਰਨ ਵਾਸਤੇ ਵੀ ਇੱਥੇ ਬਕਾਇਦਾ ਔਰਗਨਾਈਜ਼ ਕੀਤੀਆਂ ਮੋਟਰਸਾਈਕਲ ਰਾਈਡਸ ਜਿਹੜੀਆਂ ਵਾ ਉਹ ਔਰਗਨਾਈਜ਼ ਕੀਤੀਆਂ ਸੀਗੀਆਂ। ਤੇ ਇਹ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਫੂਡ ਏਡ ਵਾਸਤੇ ਵੀ ਕੰਮ ਕੀਤਾ। ਹੋਰ ਵੀ ਬਹੁਤ ਸਾਰੇ ਕੰਮ ਹੈਗੇ, ਮੈਂ ਟੀਵੀ ਸ਼ੋਅ ਦੇ ਵਿੱਚ ਸਾਂਝੇ ਕਰੂੰਗਾ। ਤੇ ਮੈਂ ਸਮਝਦਾ ਕਿ ਬੜੀ ਵਡਮੁੱਲੀ ਸੇਵਾ ਆ। ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੈਨੇਡਾ ਦੇ, ਖਾਸ ਕਰਕੇ ਇੱਥੋਂ ਦੇ ਬੌਰਨ ਹੈਗੇ ਆ ਜਾਂ ਜਿਹੜੇ ਸਟੂਡੈਂਟ ਵੀ ਆ ਰਹੇ ਹੈਗੇ ਇੰਡੀਆ ਤੋਂ? ਮੈਂ ਕਹਿਣਾ ਵੀ ਮੈਂ ਇੱਕੋ ਹੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਕੋਈ ਵੀ, ਮੈਂ ਟੋਰਾਂਟੋ ਦੇ ਵਿੱਚ ਮੈਂ ਕਹਿਣਾ ਵੀ ਜੇ ਕਿਸੇ ਨੂੰ ਬੱਚੇ ਨੂੰ ਬਾਲ ਨਾ ਕਟਾਵੇ, ਮੈਂ ਉਹਦੇ ਘਰੇ ਆ ਕੇ ਵੀ ਉਹਨੂੰ ਦਸਤਾਰ ਸਿਖਾ ਦੂੰਗਾ, ਹੈ ਨਾ। ਕਿਉਂਕਿ ਕਈ ਵਾਰੀ ਹੁੰਦਾ ਵੀ ਜੇ ਨੌਜਵਾਨ ਮੁੰਡੇ ਆਉਂਦੇ ਆ, ਉਹਨਾਂ ਨੂੰ ਲੱਗਦਾ ਵੀ ਇੱਕਦਮ ਆ ਕੇ ਬਾਲ ਕਟਾ ਲੈਂਦੇ ਆ। ਕਿਉਂਕਿ ਮੈਂ ਜਿਹੜੇ ਬੰਦਿਆਂ ਨੂੰ ਮਿਲਿਆ ਉਹ 1965 1970 ਵਿੱਚ ਆਏ ਆ। ਉਸ ਟਾਈਮ ਜਦੋਂ ਉਹ ਇੱਥੇ ਡਾਊਨਟਾਊਨ ਵਿੱਚ ਆਉਂਦੇ ਸੀ ਦਸਤਾਰ ਬੰਨ੍ਹ ਕੇ, ਉਹਨਾਂ ਦੇ ਲੋਕੀ ਆਂਡੇ ਮਾਰਦੇ ਸੀ। ਉਹਨਾਂ ਨੇ ਬਹੁਤ ਮੁਸ਼ਕਲਾਂ ਝੱਲੀਆਂ, ਹੈ ਨਾ। ਹੁਣ ਤਾਂ ਆਪਣੇ ਪਾਰਲੀਮੈਂਟ ਵਿੱਚ ਵੀ 15 MP ਆਪਣੇ ਦਸਤਾਰ ਵਾਲੀ ਆ, ਜਗਮੀਤ ਸਿੰਘ ਹੋਣੀ ਦਸਤਾਰ। ਹੁਣ ਦਸਤਾਰ ਜੇ ਕੋਈ ਇਸ ਐਕਸਕਿਊਜ਼ ਕਰਕੇ ਕਹਿੰਦਾ ਵੀ ਦਸਤਾਰ ਕਰਕੇ ਵੀ ਮੈਂ ਬਾਲ ਕਟਾਉਣੇ ਆ, ਉਹ ਨਾ ਕਟਾਉਣ, ਹੈ ਨਾ। ਮੈਂ ਇੱਕ ਬੇਨਤੀ ਹੱਥ ਬੰਨ੍ਹ ਕੇ ਬੇਨਤੀ ਵੀ ਬਾਲ ਨਾ ਕਟਾਉਣ। ਹਾਂ, ਜੇ ਇਹਨੂੰ ਪੱਗ ਨਹੀਂ ਬੰਨ੍ਹਣੀ ਆਉਂਦੀ ਤਾਂ ਮੈਂ ਨੰਬਰ ਆਪਦਾ ਸ਼ੇਅਰ ਕਰਦਾ। ਮੇਰਾ ਨੰਬਰ ਹੈਗਾ 6479811000 647 981 1000 ਤੇ ਮੈਨੂੰ ਕਾਲ ਕਰ ਸਕਦੇ ਆ। ਉਹਨੂੰ ਅਸੀਂ ਆਪਦੇ ਕੋਲੋਂ ਦਸਤਾਰ ਵੀ ਨੂੰ ਫ੍ਰੀ ਦੇਵਾਂਗੇ ਤੇ ਸਿਖਾਵਾਂਗੇ ਵੀ, ਕਿਉਂਕਿ ਇਹ ਬਿਲਕੁਲ ਹੁੰਦਾ। ਕਿਉਂਕਿ ਨਾ ਮੈਂ ਇਕੱਲੀ ਦਸਤਾਰ ਨਹੀਂ ਸਿਖਾਉਂਦਾ, ਸਾਡੀ ਕਲਾਸ ਵਿੱਚ ਉੱਥੇ ਬੱਚਿਆਂ ਨੂੰ ਸਿੱਖੀ ਬਾਰੇ ਵੀ ਦੱਸੀਦਾ। ਕਿਉਂਕਿ ਜੇ ਬੰਦੇ ਨੂੰ ਪਤਾ ਹੀ ਨਹੀਂ ਮੈਂ ਵਾਈ ਬੰਦਾ ਬੀਅਰ ਦਸਤਾਰ, ਹੈ ਨਾ, ਬੱਚੇ ਨੂੰ ਪਤਾ ਲੱਗੇ ਮੈਂ ਪੱਗ ਕਦੋਂ ਬੰਨ੍ਹਣੀ ਆ, ਜਦੋਂ ਪਤਾ ਲੱਗਦਾ ਵੀ ਮੈਂ ਪੱਗ ਬੰਨ੍ਹ ਕੇ ਪ੍ਰਾਊਡ ਫੀਲ ਕਰਦਾ, ਮੇਰੇ ਸਾਡੇ ਇਸ ਬੋਡੀ ਪਾਰਟ ਨਾ ਕਿ ਸਿੱਖ ਦੀ ਆਇਡੈਂਟੀਟੀ ਆ। ਜਾਂ ਉਹਨੂੰ ਗੁਰੂਆਂ ਬਾਰੇ ਦੱਸਦੇ ਵੀ ਜਿਵੇਂ 6ਵੇਂ ਪਾਤਸ਼ਾਹ ਵੇਲੇ ਦਸਤਾਰ ਓਨਲੀ ਹਾਈ ਐਂਡ ਪੀਪਲ ਹੀ ਬੰਨ੍ਹ ਸਕਦੇ, ਜਿਹੜੇ ਲੋਅਰ ਕਲਾਸ ਪੀਪਲ ਆ ਉਹ ਤਾਂ ਅਲਾਉਡ ਹੀ ਨਹੀਂ ਸੀ ਦਸਤਾਰ ਉਹਨਾਂ ਨੇ, ਹੈ ਨਾ। 10ਵੇਂ ਪਾਤਸ਼ਾਹ ਨੇ ਤਾਂ ਹੋਰ ਆਪਣਾ ਫਰਲਾ ਲਾ ਕੇ ਹੋਰ ਉੱਚਾ ਕਰਤਾ ਸੀ ਨਾ ਪੱਗ ਦੀ ਦਸਤਾਰ ਨੂੰ। ਤੇ ਅਸੀਂ ਸਾਨੂੰ ਮਾਨਤਾ ਕਾਹਤੋਂ ਮਿਲੀ ਆ ਇੱਥੇ ਮੋਟਰਸਾਈਕਲ ਕਲੱਬ ਨੂੰ ਵੀ ਤੁਸੀਂ ਦਸਤਾਰ ਬੰਨ੍ਹ ਕੇ, ਕਿਉਂਕਿ ਉਹਨਾਂ ਨੂੰ ਅਸੀਂ ਪ੍ਰੂਵ ਕਰਕੇ ਦਿਖਾਇਆ ਵੀ World War I World War II ਦੇ ਵਿੱਚ ਸਿੱਖ ਦਸਤਾਰਾਂ ਬੰਨ੍ਹ ਕੇ ਤੁਹਾਡੀ ਖਾਤਰ ਲੜਿਆ। ਸੋ ਵੇਖੋ ਇੱਕ ਬੜੀ ਵੱਡੀ ਗੱਲ ਇਹਨਾਂ ਨੇ ਕੀਤੀ ਹੈਗੀ ਹੈ ਕਿ ਸਾਡੇ ਜਿਹੜੇ ਬੱਚੇ ਹੈਗੇ ਨਾ ਇੱਥੋਂ ਦੇ, ਬਹੁਤੀ ਵਾਰੀ ਦਸਤਾਰ ਉਹਨਾਂ ਨੂੰ ਸਜਾਉਣੀ ਨਹੀਂ ਆਉਂਦੀ ਜਾਂ ਉਹਨਾਂ ਨੂੰ ਟੈਕਟ ਨਹੀਂ ਆਉਂਦੇ ਹੈਗੇ, ਉਹਨਾਂ ਨੂੰ ਦੱਸਿਆ ਨਹੀਂ ਜਾਂਦਾ। ਤੇ ਇਸ ਕਰਕੇ ਹੀ ਜਿਹੜੇ ਆਪਣੇ ਵਾਲ ਆ ਉਹ ਕਤਲ ਕਰਵਾ ਲੈਂਦੇ ਹੈਗੇ ਆ, ਆਪਣੇ ਕੇਸ ਕਤਲ ਕਰਵਾ ਲੈਂਦੇ ਕਿ ਸਾਡੇ ਕੋਲੋਂ ਸਾਨੂੰ ਕੋਈ ਦੱਸਣ ਵਾਲਾ ਹੀ ਨਹੀਂ ਹੈਗਾ ਜਾਂ ਅਸੀਂ ਪੱਗ ਕਿੱਦਾਂ ਬੰਨ੍ਹਣੀ ਹੈਗੀ ਆ। ਸੋ ਇੱਕ ਬੜੀ ਵੱਡੀ ਸੇਵਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕੋਈ ਵੀ ਜਿਹੜਾ ਯੂਥ ਹੈਗਾ ਆ ਇੱਥੇ ਰਹਿ ਰਿਹਾ ਜਿਹੜਾ ਕੈਨੇਡਾ ਦੇ ਵਿੱਚ ਅੰਟਾਰੀਓ ਦੇ ਵਿੱਚ, ਜੇ ਕਿਸੇ ਨੂੰ ਕੋਈ ਇਹ ਸੋਚ ਰਿਹਾ ਹੈਗਾ ਕਿ ਮੈਨੂੰ ਪੱਗ ਬੰਨ੍ਹਣੀ ਨਹੀਂ ਆਉਂਦੀ, ਮੈਨੂੰ ਦਸਤਾਰ ਸਜਾਉਣੀ ਨਹੀਂ ਆਉਂਦੀ, ਇਹਨਾਂ ਨਾਲ ਸੰਪਰਕ ਕਰ ਸਕਦਾ। ਇਹਨਾਂ ਫੋਨ ਨੰਬਰ ਬੋਲਿਆ ਹੈਗਾ ਆ, ਉਹਦੇ ਕੋਲ ਪਹੁੰਚ ਕਰਕੇ ਵੀ ਉਹਨੂੰ ਇਹ ਸਿਖਾਉਣਗੇ। ਲੇਕਿਨ ਇਹਨਾਂ ਦੀ ਇੱਕੋ ਹੀ ਬੇਨਤੀ ਹੈਗੀ ਆ ਸਮੁੱਚੇ ਭਾਈਚਾਰੇ ਦੇ ਬੱਚਿਆਂ ਨੂੰ ਕਿ ਉਹ ਆਪਣੇ ਵਾਲ ਨਾ ਕਟਾਉਣ, ਆਪਣੇ ਕੇਸ ਕਤਲ ਨਾ ਕਰਾਉਣ। ਇਹ ਸਾਡਾ ਜਿਹੜਾ ਦਸਤਾਰ ਹੈਗੀ ਸਾਡੀ ਪਹਿਚਾਣ ਹੈਗੀ ਆ, ਇਹ ਸਾਡਾ ਇੱਕ ਕਿਸਮ ਨਾਲ ਬਾਡੀ ਪਾਰਟ ਆ, ਸਾਡਾ ਅੰਗ ਹੈਗਾ, ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈਗਾ। ਇਸ ਦਸਤਾਰ ਕਰਕੇ ਅਸੀਂ ਵਰਲਡ ਭਰ ਦੇ ਵਿੱਚ ਇੱਕ ਅਲੌਕਿਕ ਕੌਮ ਜਾਣੇ ਜਾਂਦੇ ਹੈਗੇ ਆ। ਤੇ ਇਸ ਦਸਤਾਰ ਨੂੰ ਇਹਨਾਂ ਰਿਪਰੈਜ਼ੈਂਟ ਕਰਨ ਵਾਸਤੇ ਜਿਹੜਾ ਇੱਥੇ ਬੜੀ ਵੱਡੀ ਸਿੱਖ ਮੋਟਰਸਾਈਕਲ ਕਲੱਬ ਨੇ ਲੜਾਈ ਲੜੀ ਹੈਗੀ ਆ। ਸੋ ਇਹਨਾਂ ਦਾ ਇੱਕ ਮੈਸੇਜ ਆ, ਅਸੀਂ ਵੀ ਇਹ ਜ਼ਰੂਰ ਕਹਾਂਗਾ। ਮੈਨੂੰ ਪਰਸਨਲੀ ਵੀ ਬਹੁਤ ਸਾਰੇ ਬੱਚੇ ਮਿਲੇ ਹੈਗੇ ਆਪਣੇ ਰਿਸ਼ਤੇਦਾਰੀਆਂ 'ਚ ਜਿਨ੍ਹਾਂ ਇਹ ਗੱਲ ਕਹੀ ਹੈਗੀ ਆ ਕਿ ਸਾਨੂੰ ਪੱਗ ਬੰਨ੍ਹਣੀ ਨਹੀਂ ਆਉਂਦੀ। ਹਾਂਜੀ, ਤੇ ਉਹ ਕਈ ਵਾਰੀ ਈਵਨ ਮੈਨੂੰ ਇੱਕ ਮੁੰਡਾ ਜਿਹੜਾ ਯੂਥ ਵੀ ਮਿਲਿਆ ਸੀਗਾ, ਟਰੱਕ ਚਲਾਉਂਦਾ ਹੈਗਾ ਮੁੰਡਾ,
ਉਹ ਕਹਿੰਦਾ ਕਿ ਮੈਨੂੰ ਪੱਗ ਜਿਹੜਾ ਹੈਗਾ ਮੇਰੀ ਖਿਸਕ ਜਾਂਦੀ ਸੀ ਜਾਂ ਮੈਨੂੰ ਇਦਾਂ ਫਿਰ ਮੈਨੂੰ ਹੁੰਦਾ ਸੀ ਤਾਂ ਮੈਂ ਵਾਲ ਕਟਾਤੇ। ਹਾਂਜੀ, ਸੋ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ ਹੋ। ਸਿੱਖੀ ਸਰੂਪ ਵਿੱਚ ਰਹੋ, ਦਸਤਾਰ ਸਜਾਓ, ਆਪਣੇ ਆਪ ਦੇ ਮਾਣ ਕਰੋ। ਤੇ ਇਹ ਸਿੱਖ ਮੋਟਰਸਾਈਕਲ ਕਲੱਬ ਜਿਹੜੀ ਹੈਗੀ ਆ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਇਸ ਗੱਲੋਂ ਕਰਦੇ ਹੈਗੇ ਆ। ਸੋ ਤੁਹਾਡਾ ਪੰਜਾਬ ਨਗਾਰਾ ਜੁੜਨਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਸੁਣਿਆ ਨਾਜ਼ਰ ਸਿੰਘ ਸਿੱਖ ਮੋਟਰਸਾਈਕਲ ਕਲੱਬ, ਉਹਨਾਂ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇੱਕ ਬੜੀ ਵੱਡੀ ਜਿਹੜੀ ਜਦੋਜਹਿਦ ਕੀਤੀ ਗਈ ਹੈਗੀ ਆ ਕੈਨੇਡਾ ਭਰ ਦੇ ਵਿੱਚ ਮੋਟਰਸਾਈਕਲ ਰਾਈਡ ਵਾਸਤੇ, ਸਿੱਖ ਕਮਿਊਨਿਟੀ ਵਾਸਤੇ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਨੂੰ ਜਿਹੜੀ ਇਜਾਜ਼ਤ ਲਈ ਹੈਗੀ ਆ। ਇਸ ਦੇ ਵਾਸਤੇ ਸੰਸਥਾ ਨੇ ਬੜਾ ਲੰਬਾ ਸਮਾਂ ਸੰਘਰਸ਼ ਕੀਤਾ ਹੈਗਾ। ਇਸ ਤੋਂ ਇਲਾਵਾ ਵੱਖ-ਵੱਖ ਜਿਹੜੀ ਫੰਡ ਰੇਜ਼ਿੰਗ ਕੀਤੀ ਗਈ, ਤੁਸੀਂ ਸੁਣਿਆ ਹੈਗਾ, ਉਹਨਾਂ ਵੱਲੋਂ ਕੀਤੀ ਗਈ ਹੈਗੀ ਆ। ਆਉਣ ਵਾਲੇ ਈਵੈਂਟ ਵੀ ਉਹਨਾਂ ਦੇ ਜਿਹੜੇ ਅਲੱਗ-ਅਲੱਗ ਆ ਰਹੇ ਹੈਗੇ ਆ, ਉਹਨਾਂ ਵੱਲੋਂ ਇਹਦੇ ਸੰਬੰਧੀ ਵੀ ਜਾਣਕਾਰੀ ਤੁਹਾਨੂੰ ਜਿਹੜੀ ਦਿੱਤੀ ਗਈ ਹੈਗੀ ਆ। ਸੋ ਨੌਜਵਾਨ ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਜਿੰਨੀਆਂ ਵੀ ਉਹਦੀਆਂ ਗਤੀਵਿਧੀਆਂ ਉਹਦੇ ਨਾਲ ਜੁੜ ਸਕਦੇ ਹੈਗੇ ਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਵੀ ਇੱਕ ਅਵੇਅਰਨੈਸ ਕੈਂਪ ਲਗਾਇਆ ਗਿਆ। ਇਸ ਮੌਕੇ ਪੰਜਾਬ ਨਗਾਰਾ ਵੱਲੋਂ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਸਪੋਕਸਮੈਨ ਜੀਵਨਜੋਤ ਸਿੰਘ ਅਤੇ ਡੋਲੀ ਮਹਿੰਗਾ ਦੇ ਨਾਲ ਵੀ ਗੱਲਬਾਤ ਕੀਤੀ ਗਈ। ਉਹਨਾਂ ਨਾਲ ਗੱਲਬਾਤ ਕਰਦਿਆਂ ਕੀ ਕਿਹਾ, ਆਓ ਸੁਣਦੇ ਹਾਂ। ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਬਕਾਇਦਾ ਜੋ ਇੱਥੇ ਬੂਥ ਲਗਾਇਆ ਗਿਆ ਹੈਗਾ ਆ ਅਲੱਗ-ਅਲੱਗ ਸਰਵਿਸਿਜ਼ ਵਾਸਤੇ। ਅਸੀਂ ਇਹਦੇ ਲਈ ਤੁਹਾਡੇ ਨਾਲ ਬਕਾਇਦਾ ਇਨਫੋਰਮੇਸ਼ਨ ਸਾਂਝੀ ਕਰਾਂਗੇ ਕਿ ਕੀ ਪਰਪਸ ਹੈਗਾ ਬੂਥ ਦਾ। ਜਿਹੜੀ OPP ਹੈਗੀ ਆ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ, ਉਹਨਾਂ ਵੱਲੋਂ ਕਿਹੜੀ ਅਵੇਅਰਨੈਸ ਦੇ ਨਾਲ ਇਹ ਜਿਹੜਾ ਬੂਥ ਲਗਾਇਆ ਗਿਆ। ਸੋ ਮੇਰੇ ਨਾਲ ਨੇ ਹੈਗੇ ਜੀਵਨਜੋਤ ਸਿੰਘ ਅੰਟਾਰੀਓ ਪੁਲਿਸ ਤੋਂ ਤੇ ਡੋਲੀ ਮੰਗਟ। ਅਸੀਂ ਉਹਨਾਂ ਨਾਲ ਗੱਲ ਕਰਾਂਗੇ 2 ਮਿੰਟ ਤੇ ਪੁੱਛਾਂਗੇ। ਜੀਵਨਜੋਤ ਜੀ, ਜੇ ਮੈਂ ਪੁੱਛਣਾ ਚਾਹਾਂ ਕਿ ਇਹ ਜਿਹੜਾ ਬੂਥ ਹੈਗਾ ਤੁਹਾਡੇ ਵੱਲੋਂ ਲਗਾਇਆ ਗਿਆ ਪਰ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ, ਇਹਦਾ ਕੀ ਪਰਪਸ ਹੈਗਾ ਆ ਤੇ ਕਿਸ ਪਰਪਸ ਲਈ ਲਗਾਇਆ ਗਿਆ? ਹਾਂਜੀ, ਪਹਿਲਾਂ ਤਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਤਾਂ ਵਿਸਾਖੀ ਤੇ ਖਾਲਸਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਤੇ ਜਿਹੜਾ ਅਸੀਂ ਅੱਜ ਬੂਥ ਲਾਇਆ ਹੋਇਆ ਹੈ, ਇਹ ਸਾਡਾ ontario provincial ਪੁਲਿਸ ਹੈ ਨਾ। ਅਸੀਂ ਆਪਣੀ ਸਾਰੇ ਜਿੰਨੇ ਵੀ ਪੰਜਾਬੀ ਮੈਂਬਰਸ ਹੈਗੇ ਆ, ਸਾਰੇ ਐਵਰੀ ਈਅਰ ਐਨੂਅਲੀ ਹਰੇਕ ਨਗਰ ਕੀਰਤਨ ਆਉਂਦੇ ਹੁੰਦੇ ਇੱਥੇ। ਤੇ ਸਾਡਾ ਜਿਹੜਾ ਮੇਨ ਪਰਪਸ ਹੁੰਦਾ ਹੈਗਾ, ਪਹਿਲਾਂ ਤਾਂ ਆਪਣੀ ਕਮਿਊਨਿਟੀ ਦੇ ਨਾਲ ਇੰਗੇਜ ਕਰਨਾ ਹੈ ਨਾ, ਤੇ ਦੂਸਰਾ ਹੁੰਦਾ ਹੈਗਾ ਅਸੀਂ ਇਹਨਾਂ ਨੂੰ ਇਨਫੋਰਮੇਸ਼ਨ ਦੇਣੀ ਆਪਣੀ ਸਰਵਿਸ ਦੇ ਬਾਰੇ। ਤੇ ਨਾਲ ਦੀ ਨਾਲ ਜਿਹੜਾ ਸਾਡਾ ਹੈਗਾ ਆ ਵੀ ਅਸੀਂ ਇੱਥੇ ਆਨੇ ਹੈਗੇ ਆ ਐਵਰੀ ਈਅਰ, ਤੇ ਅਸੀਂ ਲੰਗਰ ਵੀ ਨਾਲ ਲਾਣੇ ਹੈਗੇ ਆ। ਸੋ ਮੇਨ ਸਾਡਾ ਪਰਪਸ ਹੈਗਾ ਅਸੀਂ ਕਮਿਊਨਿਟੀ ਨਾਲ ਇੰਗੇਜ ਕਰੀਏ। ਉਹਨਾਂ ਦੱਸਿਆ ਹੈਗਾ ਕਿ ਮੇਨ ਜਿਹੜਾ ਪਰਪਸ ਹੈ ਇੰਗੇਜਮੈਂਟ ਵਿਦ ਦਾ ਪੀਪਲਸ, ਕਿ ਅਲੱਗ-ਅਲੱਗ ਜਿਹੜੇ ਸਬਜੈਕਟ ਹੈਗੇ ਆ ਕਿ ਲੋਕ ਇਨਵੋਲਵਮੈਂਟ ਆਫ ਦਾ ਪੀਪਲਸ ਵਿਦ ਦਾ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ। ਕਿ ਮੋਸਟਲੀ ਇੱਦਾਂ ਹੁੰਦਾ ਹੈਗਾ ਕਿ ਆਫੀਸਰ ਡਿਊਟੀ 'ਤੇ ਹੁੰਦੇ ਹੈਗੇ ਆ ਅਤੇ ਜਦੋਂ ਫਾਰਮਲ ਗੱਲਬਾਤ ਹੁੰਦੀ ਹੈ ਪਬਲਿਕ ਦੇ ਨਾਲ, ਲੇਕਿਨ ਇਹੋ ਜਿਹੇ ਈਵੈਂਟ ਆਰਗੇਨਾਈਜ਼ ਕਰਨ ਦਾ ਜਿਹੜਾ ਪਰਪਸ ਹੈਗਾ ਮੇਨ ਇਹ ਹੈਗਾ ਕਿ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਇੰਗੇਜ ਕੀਤਾ ਜਾਵੇ, ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਉਹਨਾਂ ਨੂੰ ਅਵੇਅਰ ਵੀ ਕੀਤਾ ਜਾ ਸਕਦਾ ਆ। ਸੋ ਅਸੀਂ ਡੋਲੀ ਮੰਗਟ ਹੋਣਾ ਨੂੰ ਵੀ ਇਹ ਗੱਲ ਪੁੱਛਾਂਗੇ ਕਿ ਉਹ ਇਸ ਕੈਂਪ ਬਾਰੇ ਕੀ ਸੋਚਦੇ ਹੈਗੇ ਆ ਜਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਡੋਲੀ ਮਹਿੰਗਾ ਤੇ ਮੇਰੀ ਜੌਬ OPP ਦੇ ਵਿੱਚ ਹੈ ਕਿ ਮੈਂ ਯੂਨੀਫਾਰਮ ਰਿਕਰੂਟਰ ਹਾਂ ਤੇ ਮੇਰੀ ਰਿਸਪੌਂਸਿਬਿਲਿਟੀ ਹੈ ਕਿ ਰਿਕਰੂਟਿੰਗ, ਹਾਇਰਿੰਗ, ਸਾਰੀ ਉਹਦੀ ਸਿਲੈਕਸ਼ਨ ਪ੍ਰੋਸੈਸ ਦੇਖਣੀ। ਤੇ ਇੱਥੇ ਜਿਹੜਾ ਰਿਕਰੂਟਮੈਂਟ ਬੂਥ ਆ, ਮੇਰਾ ਪਰਪਸ ਇਹੀ ਹੁੰਦਾ ਆ ਕਿ ਕਮਿਊਨਿਟੀ ਇੰਗੇਜਮੈਂਟ ਆਬਵੀਅਸਲੀ, ਤੇ ਆਪਣੇ ਲੋਕਾਂ ਨੂੰ ਮੋਰ ਐਜੂਕੇਟ ਕਰਨਾ, ਉਹਨਾਂ ਨੂੰ ਦੱਸਣਾ ਕਿ OPP ਅਸੀਂ ਹਮੇਸ਼ਾ ਹਾਇਰ ਕਰਦੇ ਹਾਂ। ਸਾਡੀਆਂ ਸਾਲ 'ਚ 3 ਕਲਾਸਾਂ ਹੁੰਦੀਆਂ ਆ ਤੇ ਅਸੀਂ ਆਪਣੇ ਚਾਹੁੰਦੇ ਹਾਂ ਕਿ ਸਾਡੇ ਆਪਣੇ ਜਿਹੜੇ ਮੈਂਬਰਸ ਆ ਉਹ ਅਪਲਾਈ ਕਰਨ, ਤੇ ਜੇ ਕਿਸੇ ਹੋਰ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ opp.ca/careers ਤੇ ਜਾ ਸਕਦੇ ਆ ਤੇ ਉੱਥੇ ਸਾਰੀ ਇਨਫੋਰਮੇਸ਼ਨ ਹੈਗੀ ਆ। ਅਸੀਂ ਹਮੇਸ਼ਾ ਹਾਇਰ ਕਰਦੇ ਹਾਂ। ਓਕੇ, ਐਂਡ ਵੀ ਜਸਟ ਵਾਂਟ ਟੂ ਆਸਕ ਦੈਟ would you like to give any message to youths here about the provincial police? How can they join, how can they touch? ਸੋ ਜੇ ਕਿਸੇ ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਆ, ਸਾਡੇ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਹੁੰਦੇ ਆ, ਅਸੀਂ ਫੇਸਬੁੱਕ 'ਤੇ ਆ, ਇੰਸਟਾਗ੍ਰਾਮ 'ਤੇ ਆ, ਟਵਿੱਟਰ 'ਤੇ ਆ, ਤੇ ਹੁਣ ਰੀਸੈਂਟਲੀ ਟਿਕਟੌਕ 'ਤੇ ਵੀ ਆ। ਤੇ ਸਾਡੀ ਈਮੇਲ ਹੈਗੀ ਆ uniformrecruitment@opp.ca। ਜੇ ਕੋਈ ਵੀ ਕੁਐਸਚਨ ਆ ਐਪਲੀਕੇਸ਼ਨ ਪ੍ਰੋਸੈਸ ਦੇ ਬਾਰੇ, ਕੋਈ ਵੀ ਇਨ ਜਨਰਲ ਕੁਐਸਚਨ ਆ, ਉਹ ਉੱਥੇ ਈਮੇਲ ਕਰ ਸਕਦੇ ਆ ਤੇ somebody is very quick ਕਿ ਅਸੀਂ ਰਿਸਪੌਂਡ ਕਰ ਦਿੰਦੇ ਹੁੰਦੇ ਆ। Jivanjot ji, how long you are organizing this booth or awareness, any events just in Ontario?
ਦੇਖੋ ਜੀ, ਮੈਨੂੰ ontario ਪ੍ਰੋਵਿੰਸ਼ੀਅਲ ਪੁਲਿਸ ਨਾਲ 10 ਸਾਲ ਹੋ ਗਏ ਆ। ਸੋ ਸਾਨੂੰ ਲਾਸਟ 2 ਸਾਲ ਕੋਵਿਡ ਕਰਕੇ ਮਿਸ ਹੋ ਗਏ ਸੀਗੇ। ਅਦਰ ਦੈਨ ਦੈਟ ਐਵਰੀ ਈਅਰ ਅਸੀਂ ਇੱਥੇ ਬੂਥ ਲਾਣੇ ਹੈਗੇ ਆ ਜੀ। ਸੋ ਯੂ ਕੈਨ ਸੇ ਲਾਸਟ 10 ਸਾਲ ਤਾਂ ਮੈਨੂੰ ਹੋ ਗਏ, ਪਰ ਉਹ ਤੋਂ ਪਹਿਲਾਂ ਵੀ ਲਗਾਉਂਦੇ ਹੁੰਦੇ ਸੀਗੇ ਜੀ। ਸੋ ਅਸੀਂ ontario ਪ੍ਰੋਵਿੰਸ਼ੀਅਲ ਪੁਲਿਸ ਦੇ ਨਾਲ ਸੀਗੇ। ਮੋਸਟਲੀ ਜਿਹੜੀ ਕੋਆਪਰੇਸ਼ਨ ਹੈਗੀ ਆ ontario ਪ੍ਰੋਵਿੰਸ਼ੀਅਲ ਪੁਲਿਸ ਦੀ, ਪਬਲਿਕ ਦੇ ਓਪੀਨੀਅਨ ਦੇ ਉੱਪਰ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਫੋਕਸ ਹੁੰਦਾ ਹੈ ਕਿ ਕਿਸ ਤਰ੍ਹਾਂ ਪਬਲਿਕ ਓਪੀਨੀਅਨ ਨੂੰ ਬਣਾਇਆ ਜਾਵੇ, ਕਿ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਉਹਨਾਂ ਨੂੰ ਫਾਲੋ ਕਿਸ ਤਰ੍ਹਾਂ ਕਰਨਾ ਹੈਗਾ ਆ। ਇਹਨਾਂ ਨੂੰ ਉਹਨਾਂ ਦਾ ਮੰਨਣਾ ਹੈਗਾ ਕਿ ਮੋਸਟਲੀ ਇਹ ਤਾਂ ਹੀ ਪੋਸੀਬਲ ਹੈਗਾ ਆ ਰੂਲਸ ਨੂੰ ਫਾਲੋ ਕਰਨਾ ਜੇ ਪਬਲਿਕ ਨੂੰ ਮੈਸੇਜ ਜਿਹੜਾ ਵਾ ਅਵੇਅਰਨੈਸ ਬਕਾਇਦਾ ਕੀਤੀ ਜਾਵੇ, ਤਾਂ ਹੀ ਜਿਹੜੀ ਪਬਲਿਕ ਹੈ ਉਹ ਰੂਲਸ ਨੂੰ ਫਾਲੋ ਕਰਦੀ ਹੈਗੀ ਆ। ਇੰਗੇਜਮੈਂਟ ਉਹਨਾਂ ਦਾ ਮੇਨ ਪਰਪਸ ਹੈਗਾ ਕਿ ਕਿਸ ਤਰ੍ਹਾਂ ਇੰਗੇਜ ਕਰਕੇ ਪਬਲਿਕ ਨੂੰ ਆਪਣੇ ਦੇ ਨਾਲ ਉਹ ਮੈਸੇਜ ਬੈਟਰ ਦੇ ਸਕਦੇ ਹੈਗੇ ਆ। ਸੋ ਤੁਸੀਂ ਜੁੜੇ ਰਹਿਣਾ ਪੰਜਾਬ ਨਗਾਰਾ ਦੇ ਨਾਲ। ਅਸੀਂ ਹੋਰ ਵੀ ਈਵੈਂਟ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਡੋਲੀ ਮਹਿੰਗਾ ਜੀ ਤੇ ਆਪਣਾ ਜੀਵਨ ਜੋਤ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਇਨਫੋਰਮੇਸ਼ਨ ਦੇਣ ਵਾਸਤੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਸੋ ਮਚ। ਇਸ ਮੌਕੇ ਆਰਮੀ ਵੱਲੋਂ ਵੀ ਇੱਕ ਅਵੇਅਰਨੈਸ ਕੈਂਪ ਲਗਾਇਆ ਗਿਆ ਕੈਨੇਡਾ ਆਰਮੀ ਵੱਲੋਂ। ਸੋ ਉਹਨਾਂ ਵੱਲੋਂ ਬਕਾਇਦਾ ਆਪਣੇ ਲਿੰਕ ਵੀ ਜਾਰੀ ਕੀਤੇ ਗਏ, ਇੱਕ ਪੈਂਫਲੇਟ ਵੀ ਜਾਰੀ ਕੀਤੇ ਗਏ forces.ca। ਸੋ ਉਸ ਦੇ ਵੱਲੋਂ ਜੋ ਬਕਾਇਦਾ ਅਸੀਂ ਜਿਹੜੀ ਕਵਰੇਜ ਕੀਤੀ ਹੈਗੀ ਆ ਉਹ ਤੁਹਾਨੂੰ ਦਿਖਾਉਂਦੇ ਆ, ਤੁਸੀਂ ਜੁੜ ਸਕਦੇ ਹੋ। ਹੁਣ ਮੈਂ ਤੁਹਾਨੂੰ ਜਿਹੜਾ ਬੂਥ ਦਿਖਾਊਂਗਾ, ਇਹ ਜਿਹੜਾ ਬੂਥ ਹੈਗਾ ਆ ਕੈਨੇਡਾ ਆਰਮੀ ਵੱਲੋਂ, ਕੈਨੇਡਾ ਫੋਰਸ ਜੌਬ EMPLOYEES ਕੈਨੇਡਾ, ਇਹ ਬੂਥ ਬਕਾਇਦਾ ਲਗਾਇਆ ਗਿਆ ਹੈਗਾ। ਥੱਲੇ ਲਿਖਿਆ ਹੋਇਆ ਜਿਹੜਾ ਲਿੰਕ ਉਹਨਾਂ ਦਿੱਤਾ ਹੋਇਆ forces.ca। ਸੋ ਉਹਨਾਂ ਦਾ ਅਲੱਗ-ਅਲੱਗ ਪਰਪਸ ਜਿਹੜਾ ਹੈਗਾ ਇਹਨਾਂ ਦਾ ਹੈਗਾ ਆ, ਜਿਹੜੇ ਆਰਮੀ ਵੱਲੋਂ ਬਕਾਇਦਾ ਇਹ ਕੈਂਪ ਲਗਾਇਆ ਗਿਆ ਆ। ਅਸੀਂ ਜਿਹੜਾ ਉਹਨਾਂ ਦੇ PRO ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਜਿਹੜੀ ਪਹਿਲਾਂ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਸਾਨੂੰ ਬਕਾਇਦਾ ਕਿਹਾ ਕਿ ਉਹ ਅਪਾਇੰਟਮੈਂਟ ਲੈ ਕੇ ਗੱਲਬਾਤ ਕਰ ਸਕਦੇ ਆ। ਸੋ ਤੁਸੀਂ ਦੇਖ ਸਕਦੇ ਹੋ ਜਿਹੜੀ ਪਬਲਿਕ ਹੈਗੀ ਆ ਬਕਾਇਦਾ ਫੋਟੋਗ੍ਰਾਫਸ ਜਿਹੜੀ ਆ ਉਹ ਆਰਮੀ ਜਵਾਨ ਦੇ ਨਾਲ ਲੈ ਰਹੀ ਹੈਗੀ ਆ। ਬੜਾ ਵਧੀਆ ਈਵੈਂਟ ਜਿਹੜਾ ਇੱਥੇ ਹੈਗਾ ਕਿ ਪਬਲਿਕ ਇੰਗੇਜ ਹੋ ਰਹੀ ਆ ਕੈਨੇਡਾ ਫੋਰਸ ਦੇ ਨਾਲ ਤੇ ਕੈਨੇਡਾ ontario ਪ੍ਰੋਵਿੰਸ਼ੀਅਲ ਪੁਲਿਸ ਦੇ ਨਾਲ। ਸੋ ਉਹਨਾਂ ਵੱਲੋਂ ਬਕਾਇਦਾ ਜਿਹੜੇ ਬੂਥ ਇਹ ਲਗਾਏ ਗਏ ਹੈਗੇ ਆ। ਮੈਂ ਤੁਹਾਡੇ ਨਾਲ ਇੱਕ ਪੈਂਫਲੇਟ ਜਿਹੜਾ ਹੈਗਾ ਆ ਉਹ ਸਾਂਝਾ ਕਰੂੰਗਾ ਕਿ ਆਓ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ ਆ। ਸੋ ਇਹ ਅਲੱਗ-ਅਲੱਗ ਜਿਹੜੇ ਪੈਂਫਲੇਟ ਹੈਗੇ ਆ ਤੁਸੀਂ ਦੇਖ ਸਕਦੇ ਹੋ। ਇਹਦੇ ਉੱਪਰ ਉਹਨਾਂ ਨੇ ਬਕਾਇਦਾ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਸਾਂਝੀ ਕਰਨ ਵਾਸਤੇ ਜਿਹੜੀ ਹੈਗੀ ਆ ਉਹ ਰੱਖੀ ਹੋਈ ਆ। ਇਸ ਦੇ ਨਾਲ ਹੀ ਇਸ ਮੌਕੇ ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਬੈਲਵੈਲ, ਜੋ ਕਿ ਨਵਾਂ ਬਣ ਰਿਹਾ ਹੈਗਾ ਸੰਗਤਾਂ ਵਾਸਤੇ, ਟੋਰਾਂਟੋ ਤੋਂ ਕੋਈ 200-250 ਕਿਲੋਮੀਟਰ ਦੂਰ ਹੈਗਾ ਹੈ, ਐਗਜ਼ਿਟ 243B ਦੇ ਬਿਲਕੁਲ ਨੇੜੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਦਿੱਤੀ ਗਈ। ਸੋ ਉਹਨਾਂ ਵੱਲੋਂ ਸਾਰੀ ਜਾਣਕਾਰੀ ਕੀ ਦਿੱਤੀ ਗਈ, ਪੰਜਾਬ ਨਗਾਰਾ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ। ਆਓ ਸੁਣਦੇ ਹਾਂ। ਪੰਜਾਬ ਨਗਾਰਾ ਨਾਲ ਜੁੜੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਮੈਂ ਗੁਰਮੁਖ ਸਿੰਘ ਬਾਰੀਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਹਾਜ਼ਰ ਹਾਂ ਇੱਥੇ ਅੱਜ ਖਾਲਸਾ ਸਾਜਨਾ ਦਿਵਸ ਟੋਰਾਂਟੋ ਸ਼ਹਿਰ, ਕੈਨੇਡਾ ਦੇ ਪ੍ਰਮੁੱਖ ਸ਼ਹਿਰ ਟੋਰਾਂਟੋ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਕਾਇਦਾ ਬਿਰਾਜਮਾਨ ਹੈਗੇ ਆ। ਸੰਗਤਾਂ ਇੱਥੇ ਜਿਹੜੀਆਂ ਨਤਮਸਤਕ ਹੋ ਕੇ ਖਾਲਸਾ ਸਾਜਨਾ ਦਿਵਸ ਵਿੱਚ ਆਪਣੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਜਿਵੇਂ ਅਸੀਂ ਤੁਹਾਨੂੰ ਪਹਿਲਾਂ ਪੰਜਾਬ ਨਗਾਰਾ ਵੱਲੋਂ ਅਲੱਗ-ਅਲੱਗ ਜਿਹੜੇ ਈਵੈਂਟ ਇੱਥੇ ਕਵਰ ਕੀਤੇ ਜਾ ਰਹੇ ਹੈਗੇ ਆ, ਸੰਸਥਾਵਾਂ ਕੰਮ ਕਰ ਰਹੀਆਂ ਹੈਗੀਆਂ ਨੇ ਇੱਥੇ ਵਲੰਟੀਅਰਲੀ, ਉਹਨਾਂ ਬਾਰੇ ਗੱਲਬਾਤ ਕਰ ਰਹੇ ਹਾਂ। ਹੁਣ ਅਸੀਂ ਹੈਗੇ ਆ ਜਿਹੜਾ ਬੂਥ ਲੱਗਾ ਹੈਗਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਬੈਲਵੈਲ, ਜਿਹੜਾ ਹੈਗਾ ਗੁਰੂ ਘਰ ਜਿਹੜਾ ਬਣਾਇਆ ਜਾ ਰਿਹਾ ਹੈਗਾ ਆ। ਜਲਦੀ ਹੀ ਉਸਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਸਦੇ ਮੁੱਖ ਸੇਵਾਦਾਰ ਸਾਡੇ ਨਾਲ ਬਲਵਿੰਦਰ ਸਿੰਘ ਰੰਧਾਵਾ ਜੀ ਐਂਡ ਭਰਤਿੰਦਰ ਸਿੰਘ ਅਜੇ ਡਾਕਟਰ ਭਰਤਿੰਦਰ ਸਿੰਘ ਜੀ ਸਾਡੇ ਨਾਲ ਖੜੇ ਹੈਗੇ ਆ। ਗੁਰਦੁਆਰਾ ਸਾਹਿਬ ਬਾਰੇ 2 ਮਿੰਟ ਆਪਾਂ ਵਿਚਾਰ ਕਰਾਂਗੇ ਕਿ ਕਦੋਂ ਤੋਂ ਬਣ ਰਿਹਾ ਹੈਗਾ ਆ, ਇਨੀਸ਼ੀਏਟਿਵ ਲਿਆ ਜਾ ਰਿਹਾ ਹੈਗਾ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਨਹੀਂ, ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਮੈਂ ਬਲਵਿੰਦਰ ਸਿੰਘ ਰੰਧਾਵਾ ਜੀ, ਆਪਣਾ ਬੈਲਵਲ ਤੋਂ, ਨਾਲ ਮੇਰੇ ਡਾਕਟਰ ਸਾਹਿਬ ਡਾਕਟਰ ਭਰਤਿੰਦਰ ਸਿੰਘ ਜੀ ਖੜੇ ਨੇ। ਅਸੀਂ ਇੱਥੇ ਅੱਜ ਪੂਰਾ ਜਿੱਦਾਂ ਸਮਾਗਮ ਹੋ ਰਹੇ ਨੇ, ਪਰੇਡ ਹੋ ਰਹੀ ਹੈ ਆਪਣਾ ਗੁਰੂ ਘਰ ਦੇ ਵਿੱਚ। ਇੱਥੇ ਇਹਨਾਂ ਦੇ ਗੁਰਦੁਆਰਾ ਸਾਹਿਬ ਜਿਹੜਾ ਮੇਨ ਇਹਨਾਂ ਦੱਸਿਆ ਹੈਗਾ ਕਿ ਇੱਥੇ ਸਮਾਗਮ ਵਿੱਚ ਆਏ ਆ। ਇਹ ਗੁਰੂ ਘਰ ਜੋ ਬੈਲਵਲ ਬਣ ਰਿਹਾ ਹੈਗਾ। ਮੈਂ ਇਹ ਪੁੱਛਣਾ ਚਾਹੂੰਗਾ ਕਿ ਅੱਜ ਤੁਸੀਂ ਜਿਹੜਾ ਬੂਥ ਲਗਾਇਆ ਹੈਗਾ ਬੇਸਿਕਲੀ ਇੱਥੇ ਸੰਗਤਾਂ ਨੂੰ ਅਵੇਅਰ ਕਰਨ ਵਾਸਤੇ, ਸੋ ਸੰਗਤਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ, ਪਲੱਸ ਜਿਹੜਾ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋ ਰਿਹਾ ਨਵਾਂ,
ਉਹਦੇ ਬਾਰੇ ਸੰਗਤਾਂ ਨੂੰ ਦੱਸਣਾ ਚਾਹੋਗੇ ਕਿ ਕਿੱਥੇ ਨਿਰਮਾਣ ਹੋ ਰਿਹਾ ਤੇ ਕਦੋਂ ਤੋਂ ਹੋ ਰਿਹਾ ਗੁਰਦੁਆਰਾ ਸਾਹਿਬ? ਇਹ ਜੀ ਆਪਣਾ ਟੋਰਾਂਟੋ ਤੋਂ ਜਦੋਂ ਮੌਂਟਰੀਅਲ ਨੂੰ ਜਾਈਏ ਤਾਂ ਐਗਜ਼ਿਟ 543B ਤੇ ਉੱਥੇ ਬਹੁਤੇ ਤੇ ਜਿਹੜੇ ਆਪਣੇ ਟਰੱਕ ਵੀਰ ਜਾਂਦੇ ਨੇ ਮੌਂਟਰੀਅਲ ਨੂੰ ਜਾਂ ਆਟਵਾ ਨੂੰ ਜਾਂ ਹੋਰ ਸੰਗਤ ਵੀ ਜਾਂਦੀ ਆ। ਤੇ ਲੋਜ਼ ਐਂਡ ਜਿਹੜਾ ਵਾਲਮਾਰਟ ਉਹਦੇ ਪਲਾਜ਼ੇ ਦੇ ਨਾਲ ਹੀ ਬਿਲਕੁਲ ਜਗ੍ਹਾ ਅਸੀਂ ਲੈ ਲਈ ਆ। ਉਹ ਪੁਰਾਣੀ ਚਰਚ ਸੀ, ਅਸੀਂ ਚਰਚ ਲੈ ਚੁੱਕੇ ਹਾਂ ਤੇ ਉਹਨੂੰ ਅਸੀਂ ਰੈਨੋਵੇਟ ਕਰ ਰਹੇ ਹਾਂ ਜੀ। ਤੇ ਸਾਡਾ 3 ਤੋਂ 4 ਮਹੀਨੇ ਦਾ ਟਾਰਗੇਟ ਹੈਗਾ ਵੀ ਉਹ 3 ਜਾਂ 4 ਮਹੀਨੇ 'ਚ ਤਿਆਰ ਹੋ ਜਾਊਗਾ। ਤੇ ਬੈਲਵਲ ਦੇ ਵਿੱਚ ਐਕਚੁਅਲੀ ਸਟੂਡੈਂਟਸ ਬਹੁਤ ਆ ਗਏ ਆ ਤੇ ਜਿੱਦਾਂ ਬਾਕੀ ਟਾਊਨਾਂ 'ਚ ਵੀ ਆ। ਕਿੰਨਾ ਕੁ ਪੰਜਾਬੀ ਭਾਈਚਾਰਾ ਉੱਥੇ ਪਹਿਲਾਂ ਤੋਂ ਵਸ ਰਿਹਾ ਹੈ ਤੇ ਹੁਣ ਜਿਹੜਾ ਪੰਜਾਬੀ ਭਾਈਚਾਰਾ ਕਿੰਨਾ ਕੁ ਹੈਗਾ? ਪਹਿਲਾਂ ਜੀ ਵਹੀਕਲ ਕੋਈ 15 ਕੁ ਫੈਮਲੀਆਂ ਹੋਣਗੀਆਂ ਜੀ ਤੇ ਉਹਦੇ ਵਿੱਚੋਂ ਜਿੱਦਾਂ ਜ਼ਿਆਦਾ ਜਿਹੜੀ ਐਕਟਿਵ ਫੈਮਲੀਆਂ ਨਹੀਂ ਉਹ 5-6 ਹੀ ਨੇ ਜਿਹੜੀਆਂ ਅਸੀਂ ਸਾਰਾ ਰਲ ਮਿਲ ਕੇ ਅਸੀਂ ਕਰ ਰਹੇ ਹਾਂ। ਤੇ ਬਾਕੀ ਦੀਆਂ ਵੀ ਹੌਲੀ ਹੌਲੀ ਜਦੋਂ ਨਿਸ਼ਾਨ ਸਾਹਿਬ ਲੱਗ ਗਏ ਇਹ 401 ਤੋਂ ਨਿਸ਼ਾਨ ਸਾਹਿਬ ਦੇ ਦਰਸ਼ਨ ਹੋਣਗੇ। ਤੇ ਉਹ ਸਾਰੇ ਜਿਹੜੀ ਸੰਗਤ ਜਿਹੜੀ ਮੌਂਟਰੀਅਲ ਨੂੰ ਜਾਂਦੀ ਆ ਜਾਂ ਆਟਵਾ ਨੂੰ ਵੀ ਜਾਂਦੀ ਆ ਤੇ ਉੱਥੇ ਰੁਕ ਸਕਦੀ ਆ, ਸਾਨੂੰ ਮਿਲ ਸਕਦੀ ਆ। ਸਾਡੇ ਫੋਨ ਨੰਬਰ ਹੈਗਾ 343-367-0151 ਤੇ ਕੋਈ ਵੀ ਮੈਨੂੰ ਕਾਲ ਕਰ ਸਕਦਾ ਤੇ ਕੋਈ ਵੀ ਫਰਦਰ ਇਨਫੋਰਮੇਸ਼ਨ ਲੈ ਸਕਦਾ। ਸਿੱਖ ਜਿੱਥੇ ਵੀ ਗਏ ਹੈਗੇ ਆ, ਚਾਹੇ ਉਹ ਟੋਰਾਂਟੋ ਦੇ ਕਿਸੇ ਸਮੇਂ ਆਏ ਸੀ ਜਾਂ ਸਰੀ 'ਚ ਆਏ ਸੀਗੇ, ਇੱਥੇ ਗੁਰਦੁਆਰਾ ਸਾਹਿਬ ਗੁਰੂ ਘਰ ਦਾ ਨਿਰਮਾਣ ਹੋਇਆ ਜਾਂ ਹੁਣ ਜਿਹੜੇ ਲਾਗਲੇ ਸ਼ਹਿਰ ਹੈਗੇ ਟੋਰਾਂਟੋ ਤੋਂ ਕਿੰਨੀ ਵੀ ਦੂਰੀ ਤੇ ਹੈਗੇ ਆ, ਉੱਥੇ ਵੀ ਜਿਹੜੇ ਹੁਣ ਟਾਊਨ ਹੈਗੇ ਆ ਜਾਂ ਵੱਡੇ ਸ਼ਹਿਰ ਹੈਗੇ ਆ, ਉੱਥੇ ਸਾਡਾ ਭਾਈਚਾਰਾ ਬਕਾਇਦਾ ਉੱਥੇ ਵਸਿਆ ਹੈਗਾ ਆ। ਜਿੱਥੇ ਵੀ ਸਿੱਖ ਗਏ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂ ਘਰ ਦਾ ਨਿਰਮਾਣ ਜ਼ਰੂਰ ਕੀਤਾ ਹੈਗਾ ਆ। ਸੋ ਉਹਨਾਂ ਨੇ ਦੱਸਿਆ ਹੈਗਾ ਕਿ ਕਾਫੀ ਫੈਮਲੀਆਂ ਪਹਿਲਾਂ ਵੀ ਇੱਥੇ ਰਹਿ ਰਹੀਆਂ ਸੀਗੀਆਂ। ਬੈਲਵਿਲ ਸ਼ਹਿਰ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ 401 ਈਸਟ ਤੇ ਲਗਭਗ 2 ਘੰਟੇ ਦੀ ਵਾਟ ਤੇ ਹੈਗਾ ਆ। ਸੋ ਮੈਂ ਇਹਨਾਂ ਕੋਲ ਐਗਜ਼ੈਕਟ ਜਿਹੜਾ ਵਾ ਐਗਜ਼ਿਟ ਤੇ ਲੋਕੇਸ਼ਨ ਬਾਰੇ ਜ਼ਰੂਰ ਪੁੱਛੂੰਗਾ ਕਿ ਕਿੰਨੇ ਐਗਜ਼ਿਟ ਤੇ ਜਿਹੜਾ ਪੈਂਦਾ ਹੈਗਾ ਜਾਂ ਲੋਕੇਸ਼ਨ ਮੇਨ ਬੜੀ ਆ ਉਹ ਕੀ ਹੈਗੀ ਆ। ਹਾਂਜੀ, ਆਪਣਾ ਐਗਜ਼ਿਟ 543B ਤੁਸੀਂ ਉਹ ਨਾਰਥ ਸਾਈਡ ਨੂੰ ਕੱਢਣਾ ਜੀ ਤੇ ਆਪਣਾ ਐਡਰੈਸ ਹੈਗਾ 151 ਕਲੋਵਰ ਲੀਫ 151 ਕਲੋਵਰ ਲੀਫ ਡਰਾਈਵ ਡਰਾਈਵ ਤੇ ਉਹ ਤੁਸੀਂ ਗੂਗਲ ਕਰ ਲਓ ਤੇ ਉਹਦੇ ਤੇ ਐਡਰੈਸ ਆ ਜਾਣਾ। ਤੇ ਕੋਈ ਵੀ ਉੱਥੋਂ ਤੁਸੀਂ ਲੋਸ ਦਾ ਤੇ ਆਮ ਜਿਹੜੇ ਵੱਡੇ ਸਟੋਰ ਨੇ ਉਹਨਾਂ ਦੇ ਨਾਲ ਹੈਗਾ ਤੇ ਬਹੁਤ ਹੀ ਗੁੱਡ ਲੋਕੇਸ਼ਨ ਦੇ ਵਿੱਚ ਹੈਗਾ। ਜਿੱਦਾਂ 401 ਦੇ ਜਿਹੜਾ ਮੇਨ ਤੇ 401 ਦੇ ਬਹੁਤ ਨੇੜੇ ਹੈਗਾ ਤੇ ਬਹੁਤ ਜ਼ਿਆਦਾ ਮਤਲਬ ਕਿ ਸਹੂਲਤ ਹੋਊਗੀ, ਖਾਸ ਕਰਕੇ ਬੱਚਿਆਂ ਵਾਸਤੇ ਬਹੁਤ ਗੁੱਡ ਥਿੰਗ ਹੈਗੀ ਆ। ਸਾਰੀ ਫੈਮਿਲੀ ਸਾਡੇ ਵਾਸਤੇ ਵੀ ਆ ਤੇ ਬੱਚਿਆਂ ਵਾਸਤੇ ਵੀ ਆ। ਕਦੋਂ ਤੱਕ ਗੁਰਦੁਆਰਾ ਸਾਹਿਬ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਸਕੇ? ਅਸੀਂ ਜੀ ਮਤਲਬ ਇਹਨੂੰ ਮਿਨੀਮਮ ਲਾ ਕੇ ਦੇਖੀਏ ਤੇ 4 ਕੁ ਮਹੀਨੇ ਤੇ ਮੈਕਸੀਮਮ ਮੇਰੇ ਕੋਲ 6 ਕੁ ਮਹੀਨੇ ਤੇ 6 ਮਹੀਨੇ ਤੋਂ ਪਹਿਲਾਂ ਸ਼ੁਰੂ 100% ਹੋ ਜਾਊਗਾ ਤੇ 4 ਕੁ ਮਹੀਨੇ ਲੱਗ ਜਾਣਗੇ। ਤੇ ਕਿਉਂਕਿ ਸਿਟੀ ਤੋਂ ਪਰਮਿਸ਼ਨ ਸਭ ਕੁਝ ਲੈਣੀਆਂ ਨੇ, ਉਹ ਲੈ ਕੇ ਤੇ ਅਸੀਂ ਉਹਦਾ ਨਿਰਮਾਣ ਕਰਨਾ ਜੀ। ਆਪਣਾ ਲੰਗਰ ਹਾਲ ਬਣਨਾ, ਪਾਲਕੀ ਸਾਹਿਬ ਬਣਨਾ, ਕਾਰਪੇਟ ਵਗੈਰਾ ਚੇਂਜ ਹੋਣੇ ਆ, ਨਿਸ਼ਾਨ ਸਾਹਿਬ ਲੱਗਣੇ ਨੇ ਤੇ ਸਾਰੀਆਂ ਚੀਜ਼ਾਂ ਦੀ ਪ੍ਰੋਵੀਜ਼ਨ ਕਰਕੇ ਤੇ ਫਿਰ ਇਹ ਸ਼ੁਰੂ ਕਰਨਾ। ਨਿਸ਼ਾਨ ਸਾਹਿਬ ਦਿਖਾਈ ਦੇਊਗਾ 401 ਤੋਂ? ਹਾਂਜੀ ਨਿਸ਼ਾਨ ਸਾਹਿਬ ਦਿਖਾਈ ਦੇਊਗਾ। ਉਹਨਾਂ ਦਾ ਕਹਿਣਾ ਹੈਗਾ ਕਿ ਜਦੋਂ ਤੁਸੀਂ ਟੋਰਾਂਟੋ ਤੋਂ ਮੌਂਟਰੀਅਲ ਨੂੰ ਜਾਓਗੇ 543B ਐਗਜ਼ਿਟ ਦੇ ਨੇੜੇ ਬਕਾਇਦਾ ਨਿਸ਼ਾਨ ਸਾਹਿਬ ਗੁਰੂ ਘਰ ਦਾ ਦਿਖਾਈ ਦੇਗਾ। ਸੰਗਤਾਂ ਦੇ ਲਈ ਬਕਾਇਦਾ ਲੰਗਰ ਹਾਲ, ਜਿਹੜਾ ਮੇਨ ਹਾਲ ਜਾਂ ਇਸ ਤੋਂ ਇਲਾਵਾ ਨਿਸ਼ਾਨ ਸਾਹਿਬ ਹਰ ਇੱਕ ਅਵਸਥਾ ਜਿਹੜੀ ਆ ਉਸ ਗੁਰੂ ਘਰ ਵਿੱਚ ਕੀਤੀ ਜਾਏਗੀ। ਮੈਂ ਇੱਕ ਸਵਾਲ ਇਹਨਾਂ ਨੂੰ ਹੋਰ ਪੁੱਛਣਾ ਚਾਹੂੰਗਾ ਕਿ ਜਿਹੜੇ ਉੱਥੋਂ ਦੀ ਕਮਿਊਨਿਟੀ ਰਹਿਣ ਵਾਲੀ ਹੈਗੀ ਆ, ਖਾਸ ਕਰਕੇ ਆਨੰਦ ਕਾਰਜ ਜਦੋਂ ਹੁੰਦੇ ਆ, ਹੁਣ ਤੱਕ ਆਨੰਦ ਕਾਰਜ ਫਿਰ ਇਹ ਇੱਥੇ ਆਉਣਾ ਪੈਂਦਾ ਸੀ ਜਾਂ ਲੋਕਲ ਗੁਰਦੁਆਰਾ ਹੋਰ ਵੀ ਹੈਗਾ? ਨਹੀਂ ਜੀ, ਇੱਥੇ ਹੀ ਆਉਣਾ ਪੈਂਦਾ ਸੀ, ਟੋਰਾਂਟੋ ਹੀ ਆਉਣਾ ਪੈਂਦਾ ਸੀ। ਤੇ ਮੈਂ ਤੁਹਾਨੂੰ ਹੁਣੇ ਦੱਸਦਾ ਵੀ ਅੱਜ ਸਾਡੀ ਰੈਨੋਵੇਸ਼ਨ ਚੱਲ ਰਹੀ ਆ ਤੇ ਆਲਰੇਡੀ ਕਿਸੇ ਨੇ ਬੁੱਕ ਕਰਵਾਤਾ ਸਾਡੇ ਕੋਲ ਆਨੰਦ ਕਾਰਜ। ਉਸ ਕਰਕੇ ਪਹਿਲਾਂ ਸਾਡੇ ਕੋਲ ਸਟੇਜ ਸੀਗੀ ਤੇ ਅਸੀਂ ਸਟੇਜ ਕੱਢ ਨਹੀਂ ਸੀ ਰਹੇ। ਅਸੀਂ ਹੁਣ ਇਸੇ ਕਰਕੇ ਸਟੇਜ ਕੱਢੀ ਆ ਕਿ ਉਹਦੇ ਰਾਤ 4 ਚੁਫੇਰੇ ਲਾਵਾਂ ਲਈ ਲੈ ਲਿੱਤੀਆਂ ਜਾਣ। ਤੇ ਇਹ ਪਹਿਲਾ ਗੁਰਦੁਆਰਾ ਹੋਊਗਾ ਟੋਰਾਂਟੋ ਤੋਂ ਮੌਂਟਰੀਅਲ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਤੁਹਾਨੂੰ 401 ਤੋਂ ਦਿਸੂਗਾ। ਟੋਰਾਂਟੋ ਤੋਂ ਮੌਂਟਰੀਅਲ ਦੇ ਵਿਚਕਾਰ ਇਹ ਪਹਿਲਾ ਗੁਰੂ ਘਰ ਹੋਊਗਾ ਜਿਹੜਾ ਇਹ ਨਿਰਮਾਣ ਹੋ ਰਿਹਾ ਆ। ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਬੈਲਵਿਲ ਤੇ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿੰਨੇ ਪਰਿਵਾਰ ਰਹਿੰਦੇ ਸੀ ਉਹਨਾਂ ਨੂੰ ਆਪਣੇ ਆਨੰਦ ਕਾਰਜਾਂ ਵਾਸਤੇ ਟੋਰਾਂਟੋ ਜਾਂ ਖਾਸ ਕਰਕੇ ਟੋਰਾਂਟੋ ਤੇ ਹੀ ਆਉਣਾ ਪੈਂਦਾ ਸੀਗਾ। ਸੋ ਹੁਣ ਜਦੋਂ ਗੁਰੂ ਘਰ ਉੱਥੇ ਬਕਾਇਦਾ ਸ਼ੁਰੂ ਹੋਊਗਾ, ਇੱਕ ਤਾਂ ਸੰਗਤਾਂ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਤਮਸਤਕ ਹੋ ਸਕਣਗੀਆਂ। ਇਸ ਤੋਂ ਇਲਾਵਾ ਜਿੰਨੇ ਵੀ ਉਹਨਾਂ ਦੇ ਕਾਰਜ ਹੈਗੇ ਆ ਹਰ ਤਰ੍ਹਾਂ ਦੇ, ਹਾਂਜੀ,
ਉਹ ਗੁਰੂ ਘਰ ਵਿੱਚ ਉਹ ਨਿਭਾ ਸਕਣਗੇ। ਸੋ ਮੈਂ ਡਾਕਟਰ ਸਾਹਿਬ ਤੁਹਾਡੇ ਭਰਤਿੰਦਰ ਸਿੰਘ ਹਾਂ ਡਾਕਟਰ ਭਰਤਿੰਦਰ ਸਿੰਘ ਉਹਨਾਂ ਨਾਲ ਵੀ 2 ਮਿੰਟ ਗੱਲ ਕਰਾਂਗੇ ਕਿ ਗੁਰੂ ਘਰ ਜਿਹੜਾ ਹੈਗਾ ਆ ਉਹ ਕਮਿਊਨਿਟੀ ਵਾਸਤੇ ਉਸ 'ਤੇ ਕਿਸ ਤਰ੍ਹਾਂ ਜਿਹੜਾ ਉੱਥੇ ਸੇਵਾ ਕਰੂਗਾ ਜਾਂ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਜਿਹੜਾ ਕਮਿਊਨਿਟੀ ਆ ਜੁੜ ਸਕਦੀ ਹੈ ਗੁਰਦੁਆਰਾ ਸਾਹਿਬ ਨਾਲ। ਹਾਂਜੀ ਵਾਹਿਗੁਰੂ ਜੀ, ਹੁਣ ਤੱਕ ਅਸੀਂ ਜਿਵੇਂ ਪਾਠ ਕਰਦੇ ਸੀਗੇ ਵੀ ਸੈਟਰਡੇ ਜਾਂ ਸੰਡੇ ਘਰਾਂ ਦੇ ਵਿੱਚ ਇਕੱਠੇ ਹੋ ਕੇ ਪਾਠ ਕਰ ਲਈਦਾ ਸੀ। ਹੁਣ ਸਟੂਡੈਂਟ ਪੰਜਾਬ ਤੋਂ ਲਾਇਲਿਸਟ ਕਾਲਜ ਦੇ ਵਿੱਚ ਅਪਰੋਕਸੀਮੇਟਲੀ 500 ਐਵਰੀ ਈਅਰ ਆ ਰਿਹਾ ਤੇ ਉਹ ਸਾਨੂੰ ਪੁੱਛਦੇ, ਸਟੋਰ 'ਚ ਜਾਂਦੇ ਗਰੋਸਰੀ ਸਟੋਰ ਸਾਨੂੰ ਪੁੱਛ ਲੈਂਦੇ ਸੀ ਵੀ ਗੁਰਦੁਆਰਾ ਸਾਹਿਬ ਹੈ। ਤੇ ਇਹ ਇੱਕ ਕਮਿਊਨਿਟੀ ਦੀ ਲੋੜ ਸੀਗੀ ਉੱਥੇ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦਾ। ਤੇ ਬੱਸ ਸਟਾਪ ਨੇੜੇ ਹੈ ਗੁਰਦੁਆਰਾ ਸਾਹਿਬ ਤੋਂ, ਸਟੂਡੈਂਟ ਵੀ ਆ ਸਕਦੇ ਆ। ਤੇ ਲਾਇਲਿਸਟ ਕਾਲਜ ਦੇ ਵਿੱਚੋਂ ਜਦੋਂ ਸਟੂਡੈਂਟ ਨਵੇਂ ਆਉਂਦੇ ਸੀਗੇ ਇਨੀਸ਼ੀਅਲੀ ਤਾਂ ਕਈ ਵਾਰ ਇਸ ਤਰ੍ਹਾਂ ਹੋਇਆ ਵੀ ਉਹ ਮਾਲ ਦੀ ਜਿਹੜੇ ਅੰਦਰ ਹੈਗੇ ਉਹਨਾਂ ਨੂੰ ਜਗ੍ਹਾ ਨਹੀਂ ਮਿਲੀ ਤੇ ਇੱਕਦਮ ਇਨਫਲਕਸ ਹੋ ਜਾਂਦਾ ਸੀਗਾ। ਤੇ ਇੱਕ ਮੀਟਿੰਗ ਪੁਆਇੰਟ ਬਣੇਗਾ, ਇਨਕੁਆਇਰੀ ਵੀ ਸਟੂਡੈਂਟਸ ਨੇ ਜਿਹੜਾ ਪੰਜਾਬ ਤੋਂ ਆਉਣਾ ਜਿਨ੍ਹਾਂ ਦਾ ਬੈਲਵਿਲ ਦੇ ਵਿੱਚ ਨਹੀਂ ਹੈਗਾ ਕੋਈ ਜਾਣਕਾਰ, ਤੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਸਪੋਰਟ ਗਰੁੱਪ ਮਿਲੇਗਾ ਇੱਥੇ। ਜੀ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜਿੰਨੇ ਸਟੂਡੈਂਟ ਆ ਰਹੇ ਹੈਗੇ ਬੱਚੇ ਸਾਡੇ ਪੜ੍ਹਨ ਆਉਂਦੇ ਹੈਗੇ ਆ, ਬੇਸਿਕਲੀ ਜਦੋਂ ਵੀ ਕਿਤੇ ਕੋਈ ਬਾਹਰ ਆਪਾਂ ਜਾਂਦੇ ਹੈਗੇ ਆ ਤੇ ਜੇ ਕਿਤੇ ਸਾਨੂੰ ਕੋਈ ਜਗ੍ਹਾ ਨਹੀਂ ਮਿਲਦੀ ਹੈਗੀ ਜਾਂ ਕੋਈ ਸਾਨੂੰ ਇਹ ਲੱਗਦਾ ਹੈ ਕਿ ਸਾਨੂੰ ਇਨਫੋਰਮੇਸ਼ਨ ਚਾਹੀਦੀ, ਜੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਸਾਨੂੰ ਦੂਰੋਂ ਦਿਸਦਾ ਹੈਗਾ ਆ ਤੇ ਇਹ ਨਹੀਂ ਇਕੱਲੇ ਸਿੱਖ ਹੀ, ਹਰ ਭਾਈਚਾਰੇ ਦੇ ਲੋਕ ਹੀ ਉਹ ਨਿਸ਼ਾਨ ਸਾਹਿਬ ਵੱਲ ਵੇਖ ਕੇ ਉਹਨਾਂ ਦਾ ਇਹ ਹੌਸਲਾ ਵੱਧਦਾ ਹੈਗਾ ਕਿ ਐਟ ਲੀਸਟ ਇੱਥੇ ਗੁਰੂ ਘਰ ਹੈਗਾ, ਅਸੀਂ ਉੱਥੇ ਚੱਲਾਂਗੇ, ਸਾਨੂੰ ਪ੍ਰਸ਼ਾਦਾ ਵੀ ਮਿਲ ਜਾਏਗਾ ਜਾਂ ਜਾਣਕਾਰੀ ਵੀ ਮਿਲ ਜਾਏਗੀ। ਹਾਂਜੀ, ਇਹ ਉਹਨਾਂ ਵੱਲੋਂ ਜਿਹੜੀ ਵਡਮੁੱਲੀ ਸੇਵਾ ਹੁਣ ਜਿਹੜੀ ਉੱਥੇ ਸ਼ੁਰੂ ਕੀਤੀ ਜਾ ਰਹੀ ਆ। ਅਸੀਂ ਉਮੀਦ ਕਰਦੇ ਹਾਂ ਕਿ ਜਿੰਨਾ ਵੀ ਭਾਈਚਾਰਾ ਆਸ-ਪਾਸ ਰਹਿੰਦਾ ਜਾਂ ਟੋਰਾਂਟੋ ਦੇ ਜਿੰਨੇ ਲੋਕ ਉਸ ਸਾਈਡ ਦੇ ਜਾਂਦੇ ਹੈਗੇ ਆ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਸਿੱਖ ਭਾਈਚਾਰਾ ਜਾਂ ਸਮੁੱਚੀ ਮਾਨਵਤਾ ਵਾਸਤੇ ਜਿਹੜੀ ਆਉਣ ਜਾਣ ਵਾਲੀ ਸੰਗਤ ਟੋਰਾਂਟੋ ਨੂੰ ਹੈਗੀ ਆ, ਵੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਹਾਂਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਇਸ ਵੇਲੇ ਤਾਂ ਸਾਰਿਆਂ ਦਾ ਸਾਨੂੰ ਯੋਗਦਾਨ ਚਾਹੀਦਾ, ਕਿਉਂਕਿ ਆਪਣੀ ਸਾਰਿਆਂ ਤੋਂ ਪਹਿਲਾਂ ਇਨੀਸ਼ੀਅਲੀ ਤਾਂ ਮਾਇਆ ਦੀ ਜ਼ਰੂਰਤ ਆ। ਟਾਈਮ ਤਾਂ ਅਸੀਂ ਕੱਢ ਹੀ ਰਹੇ ਹਾਂ ਤੇ ਮਾਇਆ ਦੇ ਨਾਲ ਹੀ ਸਾਰੇ ਕਾਰਜ ਹੁੰਦੇ ਆ। ਤੇ ਇਨੀਸ਼ੀਅਲੀ ਅਸੀਂ ਇਹ 3-4 ਮਹੀਨੇ ਤੇ ਜਿਹੜਾ ਰੈਨੋਵੇਸ਼ਨ ਹੋਣੀ ਆ, ਜਿਹੜੀ ਅਸਾਂ ਜਗ੍ਹਾ ਲਿੱਤੀ ਆ ਉਹ ਤਾਂ 8-10 ਫੈਮਲੀਆਂ ਨੇ ਆਪਣਾ ਰਲ ਕੇ ਆਪਣੇ ਫੰਡਸ ਪਾ ਕੇ ਲੈ ਲਏ ਆ। ਹੁਣ ਅਸੀਂ ਉਹਦੀ ਰੈਨੋਵੇਸ਼ਨ ਵਾਸਤੇ ਫੰਡ ਇਕੱਠੇ ਕਰ ਰਹੇ ਹਾਂ ਤੇ ਅਸੀਂ ਈ ਟਰਾਂਸਫਰ ਜਾਂ ਕਰ ਸਕਦੇ ਆ, ਜਿੰਨੇ ਵੀ ਆਪਣਾ ਈ ਟਰਾਂਸਫਰ ਕਰਨਾ ਹੋਵੇ $10 $20 $30 $50 $100 ਜਿਹਨੂੰ ਵੀ ਡੋਨੇਸ਼ਨ ਰਸੀਦ ਚਾਹੀਦੀ ਹੈ ਉਹ ਆਪਣਾ ਫ਼ੋਨ ਨੰਬਰ ਤੇ ਆਪਣਾ ਈਮੇਲ ਨਾਲ ਪਾ ਦੇਵੇ, ਉਹਨੂੰ ਉਸੇ ਵੇਲੇ ਡੋਨੇਸ਼ਨ ਰਸੀਦ ਅਸੀਂ ਭੇਜ ਦੇਵਾਂਗੇ। ਸੋ ਉਹਨਾਂ ਦਾ ਕਹਿਣਾ ਹੈਗਾ ਕਿ ਕਿਉਂਕਿ ਇਹ ਇੱਕ ਸਾਂਝਾ ਕਾਰਜ ਹੈਗਾ ਆ, ਗੁਰੂ ਮਹਾਰਾਜ ਦਾ ਕਾਰਜ ਹੈਗਾ, ਜੇ ਕੋਈ ਸੇਵਾ ਕਰਨੀ ਚਾਹੁੰਦਾ ਹੈਗਾ ਆ, ਬਕਾਇਦਾ ਉਹਨਾਂ ਵੱਲੋਂ ਆਪਣਾ ਜਿਹੜਾ ਇਨਫੋਰਮੇਸ਼ਨ ਅਸੀਂ ਬਾਅਦ 'ਚ ਤੁਹਾਡੇ ਨਾਲ ਪ੍ਰੋਪਰ ਸਾਂਝੀ ਕਰਾਂਗੇ, ਵੈਬਸਾਈਟ ਜਾਂ ਉਹਨਾਂ ਦਾ ਫ਼ੋਨ ਨੰਬਰ ਵਗੈਰਾ ਤੁਸੀਂ ਉਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ। ਮੈਨੂੰ ਉਹਨਾਂ ਨੇ ਬਕਾਇਦਾ ਪੈਂਫਲੇਟ ਵੀ ਦਿੱਤਾ ਆ, ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਹੈਗੀ ਆ ਜਿਹੜਾ ਈ ਟਰਾਂਸਫਰ ਕਰਨ ਵਾਸਤੇ info@gurdwarabellville.com ਤੇ ਜਾ ਕੇ ਤੁਸੀਂ ਉਹਨਾਂ ਦਾ ਜੋ ਵੀ ਯੋਗਦਾਨ ਤੁਸੀਂ ਪਾਉਣਾ ਚਾਹੁੰਦੇ ਇੱਛਾ ਮੁਤਾਬਕ, ਇਹ ਉਹਨਾਂ ਦੀ ਜਿਹੜੀ ਹੈਗਾ ਆ ਬੇਨਤੀ ਹੈਗੀ ਆ। ਸਾਡਾ ਅਦਾਰਾ ਜਿਹੜਾ ਹੈਗਾ ਆ ਆਪਣੀ ਵੱਲੋਂ ਇਹ ਤੁਹਾਨੂੰ ਕਹਿੰਦਾ ਹੈਗਾ ਕਿ ਜੇ ਤੁਹਾਡੀ ਇੱਛਾ ਹੈਗੀ ਤੁਸੀਂ ਉਹਦੇ ਮੁਤਾਬਕ ਆਪਣਾ ਜਿਹੜਾ ਸਰਵਿਸ ਆ ਉਹ ਦੇ ਸਕਦੇ ਹੈਗੇ ਹੋ। ਸੋ ਪੰਜਾਬ ਨਗਰਾਂ ਨਾਲ ਜੁੜੇ ਰਹਿਣਾ। ਅਸੀਂ ਸਾਰੀ ਸੰਗਤ ਨੂੰ ਇਹ ਗੱਲ ਕਹਾਂਗੇ ਕਿ ਜਿਹੜਾ ਟੋਰਾਂਟੋ ਤੋਂ ਜੇ ਤੁਸੀਂ ਮੌਂਟਰੀਅਲ ਨੂੰ ਜਾਂਦੇ ਹੈਗੇ ਹੋ 401 ਈਸਟ ਲੈ ਕੇ ਤੇ ਵੈਸਟ ਲੈ ਕੇ ਜਦੋਂ ਤੁਸੀਂ ਆਉਂਦੇ ਹੋ 543 ਐਗਜ਼ਿਟ ਜਿਹੜਾ ਨਿਕਲਦਾ ਹੈਗਾ, ਇੱਕ ਬੜੀ ਵੱਡੀ ਰਾਹਤ ਜਿਹੜੀ ਆ ਉਹਨਾਂ ਲੋਕਾਂ ਨੂੰ ਮਿਲੂਗੀ, ਖਾਸ ਕਰਕੇ ਜਿਹੜੇ ਲੋਕ ਕਈ ਵਾਰੀ ਥਕਾਵਟ ਹੋ ਜਾਂਦੀ ਆ ਸਫ਼ਰ ਦੇ ਵਿੱਚ, ਉਧਰੋਂ ਮੌਂਟਰੀਅਲ ਤੋਂ ਜਾਂ ਮੌਂਟਰੀਅਲ ਈਸਟ ਤੋਂ ਆਉਂਦਿਆਂ ਜੇ ਸੰਗਤ ਨੇ ਉੱਥੇ ਰੁਕਣਾ ਹੋਵੇ ਉੱਥੇ ਰੁਕ ਸਕਦੀ ਹੈਗੀ ਆ, 2 ਮਿੰਟ ਉੱਥੇ ਦਰਸ਼ਨ ਕਰ ਸਕਦੀ, ਗੁਰੂ ਮਹਾਰਾਜ ਦੇ ਪ੍ਰਸ਼ਾਦਾ ਛਕ ਸਕਦੀ। ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੱਸਿਆ ਕਿ ਕਦੋਂ ਤੱਕ ਗੁਰੂ ਘਰ ਜਿਹੜਾ ਤਿਆਰ ਹੋ ਜਾਏਗਾ। ਸੋ ਉਹਨਾਂ ਵੱਲੋਂ ਬਕਾਇਦਾ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਨਾਲ ਸਾਂਝੀ ਜਿਹੜੀ ਬਾਅਦ ਵਿੱਚ ਵੀ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਨਗਰਾਂ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ। ਹਾਂਜੀ, ਸੋ ਮੈਂ ਅਗੇਨ ਉਹੀ ਬੇਨਤੀ ਕਰਦਾ ਜੀ, ਜਿੰਨਾ ਵੱਧ ਚੜ੍ਹ ਕੇ ਆਪੋ ਆਪਣਾ ਤਿਲ ਫੁੱਲ ਜਿੰਨਾ ਵੀ ਆਪਣਾ ਗੁਰੂ ਘਰ ਵਾਸਤੇ ਉਹ ਪਾਉਣ ਤੇ ਆਪਣਾ ਛੇਤੀ ਤੋਂ ਛੇਤੀ ਮਤਲਬ ਕਿ ਆਪਣਾ ਸਾਡੇ ਕਾਰਜ ਜਿਹੜੇ ਨੇ ਸਾਰੇ ਆਨੰਦ ਕਾਰਜ ਹੋਇਆ ਜਾਂ ਹੋਰ ਫੰਕਸ਼ਨ ਜਿੰਨੇ ਵੀ ਆਪਣੇ ਧਾਰਮਿਕ ਹੁੰਦੇ ਨੇ। ਪਹਿਲਾਂ ਤਾਂ ਸਾਡਾ ਪਲਾਨ ਸੀ ਵਿਸਾਖੀ 'ਤੇ ਖੋਲ੍ਹਣ ਦਾ, ਪਰ ਕਿਸੇ ਰੀਜ਼ਨ ਕਰਕੇ ਡਿਲੇ ਹੋ ਗਿਆ ਤੇ ਵਾਹਿਗੁਰੂ ਜਾਣੇ ਤੇ ਗੁਰੂ ਨਾਨਕ ਦੀ ਖੇਡ ਤੇ ਉਹਨੇ ਆਪੇ ਕਰਨਾ, ਉਹਦੇ ਕਾਰਜ ਨੇ ਤੇ ਆਪੇ ਹੀ ਕਰਨਾ ਉਹਨੇ।
ਤੇ ਅਸੀਂ ਉਮੀਦ ਕਰਦੇ ਹਾਂ ਸਾਰੀ ਸੰਗਤ ਕੋਲੋਂ ਕਿ ਉਹ ਆਪੋ ਆਪਣਾ ਜਦੋਂ ਵੀ ਮਰਜ਼ੀ ਆਪਣਾ ਫੋਨ ਕਰਨ, ਅਸੀਂ ਹਾਜ਼ਰ ਹਾਂ ਉੱਥੇ ਮਿਲਣ ਵਾਸਤੇ। ਅਸੀਂ ਦਿਖਾ ਸਕਦੇ ਹਾਂ ਅਸੀਂ ਕੀ ਕਰ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਮਿਲ ਵੀ ਸਕਦੇ ਹਾਂ। ਅਸੀਂ ਬਹੁਤਾ ਦੂਰ ਨਹੀਂ ਹੈਗੇ, ਛੋਟਾ ਟਾਊਨ ਆ, 5-10 ਮਿੰਟ ਤੇ ਇੱਧਰ ਉੱਧਰ ਜਾਣਾ ਪੈਂਦਾ ਤੇ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਉਹਨਾਂ ਦਾ ਕਹਿਣਾ ਹੈਗਾ ਕਿ ਕਿਸੇ ਵੀ ਗੱਲ ਵਾਸਤੇ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਬਕਾਇਦਾ ਫੋਨ ਨੰਬਰ ਉਹਨਾਂ ਵੱਲੋਂ ਜਾਰੀ ਕੀਤੇ ਗਏ ਆ। ਫੋਨ ਨੰਬਰ ਹੈਗਾ ਆ 343 ਬੋਲ 343 367 367 0151 ਇਹ ਫੋਨ ਨੰਬਰ ਹੈਗਾ। ਇਹਦੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇਹ ਗੁਰਦੁਆਰਾ ਸਾਹਿਬ ਦਾ ਨੰਬਰ ਹੈਗਾ, ਬਕਾਇਦਾ ਤੁਸੀਂ ਗੁਰਦੁਆਰਾ ਸਾਹਿਬ ਜਾ ਸਕਦੇ ਹੈਗੇ ਹੋ। ਇਸ ਤੋਂ ਇਲਾਵਾ ਇਹਨਾਂ ਨੇ ਜਿਹੜੀ ਈਮੇਲ ਆਪਣਾ ਜਿਹੜਾ ਦਿੱਤਾ ਹੈਗਾ ਆ ਟ੍ਰਾਂਸਫਰ ਵਾਸਤੇ info@guruduarabellville.com। ਇਹ ਅਸੀਂ ਸਕਰੀਨ ਦੇ ਉੱਤੇ ਵੀ ਬਕਾਇਦਾ ਤੁਹਾਨੂੰ ਇਹ ਈਮੇਲ ਅਸੀਂ ਦਿਖਾ ਦਾਂਗੇ। ਸੋ ਤੁਸੀਂ ਜੁੜੇ ਰਹੋ ਪੰਜਾਬ ਨਗਾਰਾਂ ਦੇ ਨਾਲ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਸੁਣਿਆ ਗੁਰਦੁਆਰਾ ਗੁਰੂ ਨਾਨਕ ਦਰਬਾਰ ਬੈਲਵਿਲ, ਉਹਨਾਂ ਦੇ ਪ੍ਰਬੰਧਕਾਂ ਵੱਲੋਂ ਜੋ ਜਾਣਕਾਰੀ ਦਿੱਤੀ ਗਈ, ਸਹਿਯੋਗ ਵੀ ਮੰਗਿਆ ਗਿਆ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਟੋਰਾਂਟੋ ਤੋਂ ਲੈ ਕੇ ਮੌਂਟਰੀਅਲ ਤੱਕ ਕੋਈ ਵੀ ਗੁਰਦੁਆਰਾ ਹੁਣ ਤੱਕ ਨਹੀਂ ਸੀਗਾ। ਸੋ ਜੋ ਵੀ ਸੰਗਤਾਂ ਮੌਂਟਰੀਅਲ ਨੂੰ ਜਾਂਦੀਆਂ ਜਾਂ ਮੌਂਟਰੀਅਲ ਤੋਂ ਅੱਗੇ ਨੂੰ ਵੀ ਜਾਂਦੀਆਂ, ਰਸਤੇ ਦੇ ਵਿੱਚ ਉਹ ਨਮਸਕਾਰ ਵੀ ਕਰ ਸਕਦੀਆਂ ਆ। ਇਸ ਤੋਂ ਇਲਾਵਾ ਜਿਹੜੇ ਬੈਲਵਿਲ ਦੇ ਆਸ-ਪਾਸ ਦੇ ਜਿੰਨੇ ਏਰੀਏ ਦੇ ਲੋਕ ਸੀਗੇ, ਉਹ ਆਪਣੇ ਧਾਰਮਿਕ ਹਰ ਤਰ੍ਹਾਂ ਦੇ ਸਮਾਗਮ ਜਿਹੜੇ ਉੱਥੇ ਕਰ ਸਕਦੇ ਹੈਗੇ ਆ। ਸੋ ਕੁਝ ਸਮੇਂ ਤੱਕ ਇਹ ਗੁਰਦੁਆਰਾ ਸਾਹਿਬ ਉਹਨਾਂ ਵੱਲੋਂ ਕਿਹਾ ਗਿਆ ਕਿ ਤਿਆਰ ਹੋਏਗਾ। ਇਸ ਦੇ ਨਾਲ ਹੀ ਵਿਸ਼ੇਸ਼ ਤੌਰ ਤੇ ਅਸੀਂ ਦਸਤਾਰ ਮੁਕਾਬਲੇ ਦੀ ਗੱਲ ਕਰੀਏ ਤਾਂ ਦਸਤਾਰ ਮੁਕਾਬਲੇ ਮੌਕੇ ਸਾਡੀ ਇਸ ਮੌਕੇ ਕੁਝ ਯੂਥ ਹੈਗੇ ਸੀਗੇ, ਉਹਨਾਂ ਦੇ ਨਾਲ ਗੱਲਬਾਤ ਹੋਈ। ਉਹ ਯੂਥ ਵੱਲੋਂ ਕੀ ਕਿਹਾ ਗਿਆ, ਸੋ ਕਿਰਨਪਾਲ ਕੌਰ ਉਹਦੇ ਨਾਲ ਸਾਡੀ ਬਕਾਇਦਾ ਗੱਲਬਾਤ ਹੋਈ। ਹਰਿਆਣੇ ਤੋਂ ਲੜਕੀ ਸੀਗੀ, ਉਹਦੇ ਵੱਲੋਂ ਬੜਾ ਪਿਆਰਾ ਇੱਕ ਦਮਾਲਾ ਸਜਾਇਆ ਗਿਆ ਸੀਗਾ। ਸੋ ਵਿਸ਼ੇਸ਼ ਤੌਰ ਤੇ ਪੰਜਾਬ ਨਗਾਰਾਂ ਨਾਲ ਉਸ ਦੇ ਨਾਲ ਗੱਲਬਾਤ ਕੀਤੀ ਗਈ। ਆਓ ਸੁਣਦੇ ਹਾਂ ਉਹਨੇ ਕੀ ਕਿਹਾ। ਵੈਲਕਮ ਪੰਜਾਬ ਨਗਾਰਾ ਤੇ ਅਸੀਂ ਆ ਇੱਥੇ ਖਾਲਸਾ ਸਾਜਨਾ ਦਿਵਸ ਦੇ ਉੱਪਰ ਸਾਰੀਆਂ ਸੰਗਤਾਂ ਇੱਥੇ ਆਈਆਂ ਹੋਈਆਂ। ਇੱਥੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇੱਕ ਦਸਤਾਰ ਜਿਹੜਾ ਸਜਾਉਣ ਦਾ ਇੱਕ ਕੈਂਪ ਵਗੈਰਾ ਲਗਾਇਆ ਗਿਆ ਸੀਗਾ, ਜਿਹੜੇ ਇੱਥੋਂ ਦੇ ਜਿਹੜੇ ਯੂਥ ਹੈਗੇ ਆ ਉਹਨਾਂ ਨੂੰ ਅਵੇਅਰ ਕਰਨ ਵਾਸਤੇ। ਸਾਡੇ ਨਾਲ ਅੰਮ੍ਰਿਤਪਾਲ ਹੈਗੇ ਆ, ਇਹਨਾਂ ਵੀ ਬੜੀ ਸੋਹਣਾ ਜਿਹੜਾ ਇੱਥੇ ਦਮਾਲਾ ਸਜਾਇਆ ਹੈਗਾ। ਬੱਚਿਆਂ ਨੂੰ ਇੱਥੇ ਬੜਾ ਪਿਆਰ ਹੈਗਾ ਆਪਣੇ ਕਲਚਰ ਦੇ ਨਾਲ। ਸੋ ਜੇ ਮੈਂ ਕਹਾਂ ਕਿ ਮੈਨੂੰ 2 ਸਵਾਲ ਪੁੱਛਣੇ ਚਾਹੂੰਗਾ ਕਿ ਹਾਊ ਦੇ ਲਵ ਦੇਅਰ ਕਲਚਰ, ਲਾਈਕ ਕਿ ਇੱਥੇ ਆਪਣਾ ਜਿਹੜਾ ਸਾਡਾ ਦਮਾਲਾ ਹੈਗਾ ਸੀਗਾ ਅਸੀਂ ਸਜਾਉਂਦੇ ਸੀਗੇ, ਬੀਬੀਆਂ ਵੀ ਦਮਾਲਾ ਬਕਾਇਦਾ ਸਜਾਉਂਦੀਆਂ ਹੈਗੀਆਂ ਨੇ। ਸੋ ਇੱਥੇ ਆ ਕੇ ਉਹਨਾਂ ਨੂੰ ਕਿਸ ਤਰ੍ਹਾਂ ਫੀਲ ਹੋ ਰਿਹਾ। ਵੈਲਕਮ ਤੁਹਾਡਾ ਪੰਜਾਬ ਨਗਾਰਾ ਤੇ। ਥੈਂਕ ਯੂ ਵੈਰੀ ਮਚ। ਇੱਕ ਬਹੁਤ ਸੋਹਣੀ ਫੀਲਿੰਗ ਹੈਗੀ, ਜਿੱਦਾਂ ਸਾਰੇ ਪੱਗ ਬੰਨ ਰਹੇ ਸੀਗੇ ਤੇ ਦੇਖ ਕੇ ਸਾਡਾ ਵੀ ਮਨ ਕੀਤਾ ਵੀ ਅਸੀਂ ਵੀ ਪੱਗ ਬਣਾਈਏ। ਤੇ ਅਸੀਂ ਉਹਨਾਂ ਵੀਰੇ ਹੋਰਾਂ ਨੂੰ ਪੁੱਛਿਆ, ਉਹਨਾਂ ਨੇ ਸਾਡੇ ਪੱਗ ਬੰਨੀ ਤੇ ਪੱਗ ਬੰਨ ਕੇ ਲਾਈਕ ਇੱਕ ਡਿਫਰੈਂਟ ਕਾਈਂਡ ਇੱਕ ਵਾਈਬ ਆਉਂਦੀ ਹੈ, ਜੋ ਕਿ ਬਹੁਤ ਸੋਹਣਾ ਮਹਿਸੂਸ ਹੋ ਰਿਹਾ। ਤੁਸੀਂ ਪਹਿਲਾਂ ਸੁਣਿਆ ਸੀਗਾ ਇਸ ਦਮਾਲੇ ਬਾਰੇ ਜਾਂ ਦਸਤਾਰ ਬਾਰੇ, ਜਿਸ ਤਰ੍ਹਾਂ ਕਿ ਸਟਾਈਲ ਨਾਲ ਜਿਸ ਤਰ੍ਹਾਂ ਬੰਨਿਆ ਹੈਗਾ ਆ? ਪਹਿਲਾਂ ਕਦੀ ਲਾਈਫ 'ਚ ਤੁਸੀਂ ਇੱਥੋਂ ਦੇ ਗਰੋਨ ਅਪ ਹੈਗੇ ਹੋ? ਨਹੀਂ, ਮੈਂ ਐਕਚੁਅਲੀ ਹਰਿਆਣਾ ਤੋਂ ਹਾਂ, ਇੰਡੀਆ ਤੋਂ। ਹਾਂਜੀ। ਤੇ ਤੁਸੀਂ ਪਹਿਲਾਂ ਕਦੀ ਸੁਣਿਆ ਸੀ ਦਮਾਲੇ ਬਾਰੇ ਕਿ ਇਦਾਂ ਦਸਤਾਰ ਸਜਾਉਂਦੇ ਹੈਗੇ ਆ? ਸਾਡੇ ਜਿਹੜੇ ਪੁਰਾਣੇ ਐਨਸੈਸਟਰਲ ਸਾਡੇ ਲੇਡੀਜ਼ ਹੈਗੀਆਂ ਉਹ ਦਸਤਾਰ ਸਜਾਉਂਦੀਆਂ। ਹਾਂਜੀ, ਦਮਾਲੇ ਬਾਰੇ ਸੁਣਿਆ ਸੀ ਪਰ ਕਦੇ ਬੰਨਿਆ ਨਹੀਂ ਸੀਗਾ। ਪਹਿਲੀ ਵਾਰੀ ਮੌਕਾ ਮਿਲਿਆ ਤੇ ਬਹੁਤ ਸੋਹਣਾ ਲੱਗ ਰਿਹਾ ਬਣਵਾ ਕੇ। ਉਹ ਵੀਰੇ ਨੇ ਦੱਸਿਆ ਵੀ ਟਾਈਗਰ ਸਟਾਈਲ ਦਮਾਲਾ ਬੰਨਿਆ ਉਹਨਾਂ ਨੇ। ਹਾਂਜੀ। ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਮੈਂ ਪੁੱਛਾਂ ਕਿ ਤੁਸੀਂ ਜਿਹੜੇ ਦਮਾਲਾ ਸਜਾਉਣ ਦਾ ਉਹਨਾਂ ਦੱਸਿਆ ਸੀ ਕਿ ਸਾਡਾ ਮੇਨ ਮਕਸਦ ਹੈਗਾ ਕਿ ਜਿਹੜੇ ਉੱਥੋਂ ਦੇ ਬੱਚੇ ਹੈਗੇ ਆ, ਜਿੱਦਾਂ ਹੇਅਰ ਕਟਿੰਗ ਸਮੇਂ ਦੇ ਹਿਸਾਬ ਨਾਲ ਬੜੀ ਹੈਗੀ ਆ, ਹੈ ਨਾ, ਲੇਕਿਨ ਜਿਹੜੇ ਸਾਡੇ ਪੁਰਖੇ ਹੈਗੇ ਉਹਨਾਂ ਨੇ ਇਹਦੇ ਲਈ ਬੜੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ। ਸੋ ਆਉਣ ਵਾਲੇ ਸਮੇਂ 'ਤੇ ਤੁਸੀਂ ਕਮਿਟਮੈਂਟ ਆਪਣੇ ਨਾਲ ਜਾਂ ਕਰਨੀ ਚਾਹੋਗੇ ਜਾਂ ਨੌਜਵਾਨ ਨੂੰ ਮੈਸੇਜ ਕੀ ਦੇਣਾ ਚਾਹੋਗੇ? ਹਾਂਜੀ, ਲਾਈਕ ਸਾਨੂੰ ਆਪਣੇ ਕਲਚਰ ਬਾਰੇ ਦੂਜਿਆਂ ਨੂੰ ਵੀ ਦੱਸਣਾ ਚਾਹੀਦਾ। ਜੇ ਅਸੀਂ ਖੋਦੇ ਦੇ ਰਾਹ 'ਤੇ ਚੱਲਦੇ ਹਾਂ, ਇੱਕ ਬਹੁਤ ਵੱਡੀ ਗੱਲ ਹੈਗੀ। ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ। ਜੇ ਅਸੀਂ ਇਹ ਸਟੈਪ ਚੱਕਦੇ ਹਾਂ ਤੇ ਸਾਨੂੰ ਲਾਈਕ ਤਨੋ ਮਨੋ ਇਹਨੂੰ ਨਿਭਾਉਣਾ ਚਾਹੀਦਾ ਵਾ। ਤੇ ਇੱਥੇ ਆ ਕੇ ਲਾਈਕ ਲਾਈਫ 'ਚ ਬਹੁਤ ਚੇਂਜਸ ਆਉਂਦੇ। ਇਸ ਰੂਪ ਨੂੰ ਸਾਂਭ ਕੇ ਰੱਖਣਾ ਬਹੁਤ ਔਖਾ ਵਾ, ਲਾਈਕ ਜਿੱਦਾਂ ਦਾ ਇੱਥੇ ਮਾਹੌਲ ਹੁੰਦਾ ਉਹ ਚੀਜ਼ਾਂ ਨੂੰ ਦੇਖਦੇ ਹੋਏ। ਬਟ ਹਾਂ, ਲਾਈਕ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਇਹਨਾਂ ਕਦਮ ਵੱਲ ਤੁਰਾਂ। ਉਹਨਾਂ ਦਾ ਕਹਿਣਾ ਹੈਗਾ ਕਿ ਇੱਥੇ ਬਹੁਤ ਉਹ ਪ੍ਰੇਰਿਤ ਹੋਇਆ, ਇਨਸਪਾਇਰ ਹੈਗੇ ਤੇ ਉਹਨਾਂ ਦੀ ਕੋਸ਼ਿਸ਼ ਹੋਏਗੀ, ਹਾਂਜੀ, ਕਿ ਇੱਕ ਮਨ 'ਚ ਉਹਨਾਂ ਦੇ ਭਾਵਨਾ ਜ਼ਰੂਰ ਹੈਗੀ ਆ, ਫੀਲਿੰਗ ਜ਼ਰੂਰ ਹੈਗੀ ਆ ਕਿ ਕੋਸ਼ਿਸ਼ ਹੋਏਗੀ। ਕਿਉਂਕਿ ਕਾਲਜ ਵਿੱਚ ਤੁਸੀਂ ਕਾਲਜ 'ਚ ਪੜ੍ਹ ਰਹੇ ਹੋ? ਹਾਂਜੀ। ਓਕੇ, ਇੱਥੇ ਕਦੋਂ ਆਏ ਕੈਨੇਡਾ 'ਚ ਤੁਸੀਂ? ਕੈਨੇਡਾ 2017 ਐਜ ਏ ਸਟੂਡੈਂਟ ਆਏ ਸੀ? ਹਾਂਜੀ। ਓਕੇ, ਐਜ ਏ ਸਟੂਡੈਂਟ ਇਹ ਹਰਿਆਣਾ ਤੋਂ ਹੈਗੇ ਆ। ਹਰਿਆਣਾ 'ਚ ਕਿਹੜਾ ਪਿੰਡ ਹੈ ਤੁਹਾਡਾ? ਪਾਣੀਪਤ। ਪਾਣੀਪਤ ਤੋਂ ਬਿਲੋਂਗ ਕਰਦੇ ਹੈਗੇ ਆ।
ਸੋ ਆਪਣੇ ਰਿਲੀਜਨ ਦੇ ਨਾਲ ਤੇ ਆਪਣੇ ਜਿਹੜੇ ਹੈਗੇ ਜਿਹੜੀ ਸਾਡੀਆਂ ਰਿਚੁਅਲਸ ਹੈਗੀਆਂ ਨੇ ਉਹਨਾਂ ਇੰਨਾ ਪਿਆਰ ਹੈਗਾ ਕਿ ਉਹਨਾਂ ਨੇ ਅੱਜ ਬਕਾਇਦਾ ਇੱਥੇ ਕੈਂਪ ਦੇ ਵਿੱਚ ਆਪਣੀ ਦਸਤਾਰ ਸਜਵਾਈ ਹੈਗੀ ਆ। ਸੋ ਉਹਨਾਂ ਦਾ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਸਾਡੇ ਕੋਲੋਂ? ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ, ਲਾਈਕ ਆਪਣੇ ਕਲਚਰ ਨੂੰ ਪ੍ਰਮੋਟ ਕਰੋ। ਲਾਈਕ ਹੁਣ ਜਿੱਦਾਂ ਇਹ ਟੋਰਾਂਟੋ ਡਾਊਨਟਾਊਨ 'ਚ ਹੋ ਰਿਹਾ, ਕਿੰਨੀ ਵੱਡੀ ਗੱਲ ਹੈਗੀ, ਦੂਜੇ ਕਲਚਰ ਦੇ ਲੋਕੀ ਆ ਕੇ ਦੇਖ ਰਹੇ, ਲਾਈਕ ਪ੍ਰਾਈਡ ਟਾਈਪ ਫੀਲ ਹੁੰਦਾ ਹੈ ਨਾ। ਸੋ ਬਹੁਤ ਸੋਹਣੀ ਗੱਲ ਆ। ਸੋ ਆਪਣੇ ਕਲਚਰ ਦੇ ਰਾਹ 'ਤੇ ਤੁਰੋ। ਪੱਗ ਵਾਲਾ ਲਾਈਕ ਕਿੱਦਾਂ ਇੱਕ ਕਿੰਗ ਟਾਈਪ ਆ। ਹੁਣ ਜਿੱਦਾਂ ਉੱਧਰ ਆਰਮੀ ਵਾਲੇ ਖੜੇ, ਪੁਲਿਸ ਵਾਲੇ ਖੜੇ, ਸਾਰੇ ਉਹਨਾਂ ਨਾਲ ਜਾ ਕੇ ਫੋਟੋ ਖਿਚਾ ਰਹੇ ਬਿਕੋਜ਼ ਉਹਨਾਂ ਨੇ ਪੱਗ ਬੰਨੀ ਹੋਈ, ਸਾਰਿਆਂ ਤੋਂ ਸੋਹਣੇ ਲੱਗ ਰਹੇ ਆ। ਤੁਸੀਂ ਸਮਝਦੇ ਹੋ ਕਿ ਸਾਡਾ ਜਿਹੜਾ ਰਿਲੀਜਨ ਹੈਗਾ ਜਾਂ ਕੋਈ ਵੀ ਇਨਸਾਨ ਜਿਹੜਾ ਪੱਗ ਸਜਾਉਂਦਾ ਹੈਗਾ ਉਹਦੀ ਆਪਣੀ ਇੱਕ ਵੱਖਰੀ ਪਹਿਚਾਣ? ਹਾਂਜੀ, ਬਹੁਤ ਸੋਹਣੀ ਟੋਰ ਹੁੰਦੀ ਸਭ। ਲਾਈਕ ਜਿੱਦਾਂ ਕਿ ਆਪਣੇ ਗੁਰੂ ਸਾਹਿਬ ਨੇ ਵੀ ਕਿਹਾ ਵੀ ਦੂਰੋਂ ਦਿਖਦਾ ਸਿੰਘ ਗੁਰੂ ਦਾ, ਹੈ ਨਾ। ਕਿੰਨੀ ਮਰਜ਼ੀ ਭੀੜ, ਆਪਣਾ ਸਿੰਘ ਦੂਰੋਂ ਲਸ਼ਕਾਰੇ ਮਾਰਦਾ ਦੂਜਿਆਂ ਦੇ, ਇੱਦਾਂ ਪਤਾ ਚੱਲਦਾ ਵਾ ਜੀ। ਸੋ ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜੇ ਯੂਥ ਹੈਗੇ ਆ ਕਿ ਜਦੋਂ ਤੁਸੀਂ ਆਪਣੇ ਕਲਚਰ ਨੂੰ ਪਿਆਰ ਕਰੋ, ਜਿਹੜੀ ਅਸੀਂ ਦਸਤਾਰ ਸਜਾਉਂਦੇ ਹੈਗੀ ਇਹਦੀ ਵਿਲੱਖਣ ਪਹਿਚਾਣ ਹੈਗੀ ਆ ਦੁਨੀਆ ਦੇ ਵਿੱਚ। ਸਾਨੂੰ ਇਸ ਦਸਤਾਰ ਕਰਕੇ ਪਹਿਚਾਣਿਆ ਜਾਂਦਾ ਹੈਗਾ ਆ। ਈਵੈਂਟ ਤੇ ਸਹੀ ਆਪਣੇ ਆਪ ਨੂੰ ਤੁਸੀਂ ਇਸ ਦਸਤਾਰ ਨੂੰ ਜ਼ਰੂਰ ਸਮਰਪਿਤ ਕਰੋ ਕਿ ਜਦੋਂ ਤੁਸੀਂ ਈਵੈਂਟ ਤੇ ਇਸ ਚੀਜ਼ ਨੂੰ ਸਜਾਓਗੇ ਤੇ ਤੁਹਾਨੂੰ ਲੱਖਾਂ ਲੋਕ ਦੇਖਣਗੇ ਤੇ ਉਹ ਵੀ ਇਨਸਪਾਇਰ ਹੋਣਗੇ। ਜਿਹੜੀ ਇੱਥੋਂ ਦੀ ਯੂਥ ਜਿਹੜੀ ਜਨਰੇਸ਼ਨ ਹੈਗੀ ਆ ਤੇ ਉਹ ਇਸ ਵੱਲ ਆਏਗੀ ਕਿ ਸਾਡੇ ਜਿਹੜੀ ਦਸਤਾਰ ਹੈਗੀ ਇੱਕ ਅੱਛੀ ਚੀਜ਼ ਹੈਗੀ ਆ, ਸਾਨੂੰ ਬੰਨਣੀ ਚਾਹੀਦੀ ਹੈ, ਸਾਨੂੰ ਸਜਾਉਣੀ ਚਾਹੀਦੀ ਹੈਗੀ ਆ। ਤੁਸੀਂ ਕਾਲਜ ਦੇ ਵਿੱਚ ਈਵਨ ਕਿ ਜਦੋਂ ਤੁਸੀਂ ਕਾਲਜ ਵਿੱਚ ਜਦੋਂ ਵਿਚਰਦੇ ਹੈਗੇ ਜੇ ਤੇ ਮੋਸਟਲੀ ਜਿਹੜੇ ਸਟੂਡੈਂਟ ਹੈਗੇ ਆ, ਹੁਣ ਜਿੱਦਾਂ ਦਾ ਕਲਚਰ ਹੈਗਾ ਮੈਂ ਸਮਝਦਾ ਹੈਗਾ ਹੈ ਨਾ, ਲੇਕਿਨ ਫਿਰ ਵੀ ਉੱਥੇ ਕੋਈ ਬੱਚੇ ਇਦਾਂ ਦੇ ਤੁਸੀਂ ਦੇਖੇ ਕਦੀ ਕਿ ਨਾ ਦਸਤਾਰ ਸਜਾਈ ਹੋਵੇ ਜਾਂ ਲੇਡੀਜ਼ ਪਾਰਟਿਕੂਲਰ ਲੜਕੀਆਂ ਦੇ ਬਾਰੇ ਵਿੱਚ? ਹਾਂਜੀ, ਬਲਕਿ ਜਿਹੜੇ ਕੁੜੀਆਂ ਮੁੰਡੇ ਪੱਗ ਬੰਨ੍ਹਦੇ ਆ ਉਹਨਾਂ ਨੂੰ ਸਾਰੇ ਰਿਸਪੈਕਟ ਦਿੰਦੇ ਆ। ਡਜ਼ਨਟ ਮੈਟਰ ਲਾਈਕ ਹੁਣ ਜਿੱਦਾਂ ਉਹਨਾਂ ਨੂੰ ਹਰ ਕੋਈ ਵੀਰਾ ਜਾਂ ਦੀਦੀ ਕਹਿ ਕੇ ਬੁਲਾਉਂਦਾ, ਦੂਜਿਆਂ ਨੂੰ ਬੁਲਾਉਣ ਲੱਗਿਆ ਹਰ ਕੋਈ ਹੈਜ਼ੀਟੇਸ਼ਨ ਫੀਲ ਕਰਦਾ ਵੀ ਪਤਾ ਨਹੀਂ ਕਿੱਦਾਂ ਦਾ ਪਰਸਨ ਹੋਊਗਾ। ਪਰ ਪੱਗ ਵਾਲਿਆਂ ਦੀ ਇੱਕ ਵੱਖਰੀ ਪਹਿਚਾਣ ਆ, ਹਰ ਕੋਈ ਉਹਨਾਂ ਨੂੰ ਸਤਿਕਾਰ ਦਿੰਦਾ, ਫਤਿਹ ਬੁਲਾਊਗਾ, ਹੈ ਨਾ। ਸੋ ਉਹ ਇੱਕ ਫੀਲਿੰਗ ਹੀ ਡਿਫਰੈਂਟ ਹੁੰਦੀ ਹੈ। ਓਕੇ, ਸੋ ਥੈਂਕ ਯੂ ਤੁਹਾਡਾ ਇਨਫੋਰਮੇਸ਼ਨ ਦੇਣ ਵਾਸਤੇ, ਆਪਣੀਆਂ ਫੀਲਿੰਗ ਜ਼ਾਹਰ ਕਰਨ ਵਾਸਤੇ। ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ। ਸੋ ਇਹ ਸੀ ਲੜਕੀ ਕਿਰਨਪਾਲ, ਉਸ ਦੇ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਇਸ ਦੇ ਨਾਲ ਇੱਕ ਬੜੀ ਇੰਟਰਸਟਿੰਗ ਗੱਲ ਸੀਗੀ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੂੰਗਾ। ਬੜੀ ਮਨਮੋਹਕ ਗੱਲ ਸੀ ਕਿ ਇੱਕ ਬੱਚੀ ਛੋਟੀ ਜੀ ਲੀਜ਼ਾ, ਉਸ ਦੇ ਵੱਲੋਂ ਪੰਜਾਬ ਨਗਾਰਾ ਦੇ ਨਾਲ ਇੱਕ ਆਪਣੀ ਭਾਵਨਾ ਸਾਂਝੀ ਕੀਤੀ ਗਈ। ਤੇ ਮੈਂ ਜੇ ਵਿਸ਼ੇਸ਼ ਤੌਰ ਤੇ ਗੱਲ ਕਰਾਂ ਕਿ ਉਸ ਦੇ ਵੱਲੋਂ ਜਪਜੀ ਸਾਹਿਬ ਜੀ ਦੀ ਪੌੜੀ ਦਾ ਜਿਹੜਾ ਪਾਠ ਸੀਗਾ ਉਹ ਸੁਣਾਇਆ ਗਿਆ ਪੰਜਾਬ ਨਗਾਰਾ ਦੇ ਉੱਪਰ। ਸੋ ਬੜੇ ਪ੍ਰੇਮ ਦੇ ਨਾਲ ਤੇ ਬੜੇ, ਜੇ ਮੈਂ ਕਹਾਂ ਕਿ ਮਨਮੋਹਕ ਆਪਣੀ ਤੋਦਰੀ ਜ਼ੁਬਾਨ ਤੋਂ ਉਸਨੇ ਜਿਹੜਾ ਪੌੜੀ ਦਾ ਪਾਠ ਵੀ ਸੁਣਾਇਆ। ਸੋ ਉਹ ਕੀ ਦ੍ਰਿਸ਼ ਸੀਗਾ ਆਓ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਇੱਥੇ ਜਿਹੜੀ ਸੰਗਤਾਂ ਆਈਆਂ ਹੋਈਆਂ, ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਬੜੀ ਪਿਆਰੀ ਗੱਲ ਮੈਨੂੰ ਮਿਲੀ ਹੈ ਕਿ ਇੱਕ ਬੱਚੀ ਹੈਗੀ ਆ ਸਾਡੀ ਲੀਜ਼ਾ, ਇਹਨੂੰ ਬਕਾਇਦਾ ਜਪਜੀ ਸਾਹਿਬ ਦਾ ਪਾਠ ਆਉਂਦਾ ਹੈਗਾ ਆ। ਸੋ ਅਸੀਂ ਇਹਦੇ ਕੋਲ ਪਾਠ ਵੀ ਸੁਣਾਂਗੇ ਤੇ ਨਾਲ ਮੈਸੇਜ ਵੀ ਅਸੀਂ ਜ਼ਰੂਰ ਦੇਣਾ ਚਾਹਾਂਗੇ ਕਿ ਜਿਹੜੇ ਬੱਚੇ ਹੈਗੇ, ਇਹੋ ਜਿਹੇ ਬੱਚੇ ਐਗਜ਼ਾਮਪਲ ਹੈਗੇ ਆ ਸਮੁੱਚੀ ਕਮਿਊਨਿਟੀ ਵਾਸਤੇ, ਜਿਹੜੀ ਕੈਨੇਡਾ ਦੇ ਵਿੱਚ ਸਾਡੀ ਕਮਿਊਨਿਟੀ ਜਿਹੜੀ ਰਹਿ ਰਹੀ ਹੈਗੀ ਆ, ਕਿ ਕਿਸ ਤਰ੍ਹਾਂ ਇਹ ਬੱਚੇ ਮੈਸੇਜ ਲੈ ਸਕਦੇ ਹੈਗੇ ਆ। ਸੋ ਪਹਿਲਾਂ ਮੈਂ ਇਹਦਾ ਨਾਮ ਪੁੱਛਾਂਗਾ। ਬੱਚੇ ਕੀ ਨਾਮ ਤੇਰਾ? ਲੀਜ਼ਾ। ਲੀਜ਼ਾ ਨਾਮ ਹੈਗਾ। ਤੁਸੀਂ ਸੁਣਾਓਗੇ ਮੈਨੂੰ ਜਪਜੀ ਸਾਹਿਬ ਦਾ ਪਾਠ? ਤੁਹਾਨੂੰ ਆਉਂਦਾ ਹੈਗਾ? ਥੈਂਕ ਯੂ ਸੋ ਮਚ। ਸੁਣਾਓ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਦੁਖ ਪ੍ਰਸਾਦ ਜਪ ਆਦ ਸਚ ਜੁਦਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸੋਚੇ ਸੋਚ ਨਾ ਹੋਵੇ ਜੇ ਸੋਚੇ ਲਠਵਾਰ ਪੁੱਠਾ ਪੁੱਠ ਨਾ ਉਤਰੀ ਜੇ ਬੰਨਾ ਪੁण्य ਪਾ ਤੈਸੇ ਆਪਣਾ ਸੱਚ ਹੋਏ ਜੇ ਇਤਨਾ ਹੋਵੇ ਨਾਲ। ਵੈਰੀ ਗੁੱਡ, ਬਹੁਤ ਅੱਛੀ ਗੱਲ ਆ। ਦੇਖੋ ਉਹਨੇ ਬੜੇ ਪਿਆਰ ਦੇ ਨਾਲ ਆਪਣੀ ਤੋਦਰੀ ਜ਼ੁਬਾਨ ਦੇ ਵਿੱਚ ਜਪਜੀ ਸਾਹਿਬ ਦੀ ਗੁਰਬਾਣੀ ਦਾ ਜਿਹੜਾ ਪਹਿਲੀ ਪੌੜੀ ਦਾ ਪਾਠ ਸੁਣਾਇਆ ਹੈਗਾ ਆ। ਸੋ ਸਮੁੱਚੀ ਕਮਿਊਨਿਟੀ ਵਾਸਤੇ ਇੱਕ ਮੈਸੇਜ ਹੈਗਾ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਗੁਰਬਾਣੀ ਨਾਲ ਜੋੜ ਸਕਦਾ। ਬੇਸਿਕਲੀ ਇਹ ਪੇਰੈਂਟਸ 'ਤੇ ਡਿਪੈਂਡ ਕਰਦਾ ਕਿ ਪੇਰੈਂਟਸ ਜਿਹੜੇ ਹੈਗੇ ਆ ਉਹ ਆਪਣੇ ਬੱਚਿਆਂ ਨੂੰ ਕੀ ਮੈਸੇਜ ਦੇ ਸਕਦੇ ਆ ਆਉਣ ਵਾਲੀ ਪੀੜ੍ਹੀਆਂ ਦੇ ਲਈ। ਸੋ ਇਹ ਬੱਚੀ ਐਗਜ਼ਾਮਪਲ ਹੈਗੀ ਆ। ਅਸੀਂ ਵੀ ਇਹਨੂੰ ਬੱਚੀ ਲੀਜ਼ਾ ਨੂੰ ਥੈਂਕ ਯੂ ਕਹਿਣਾ ਚਾਹਾਂਗੇ। ਥੈਂਕ ਯੂ ਸੋ ਮਚ ਤੁਹਾਡਾ ਪੰਜਾਬ ਨਗਾਰਾ ਨਾਲ ਜੁੜਨ ਵਾਸਤੇ। ਨੋ ਪ੍ਰੋਬਲਮ, ਥੈਂਕ ਯੂ ਸੋ ਮਚ। ਇਸ ਦੇ ਨਾਲ ਹੀ ਸਮਾਗਮ ਚੱਲਦਿਆਂ ਹੀ ਕੁਝ ਜਿਹੜੇ ਸਾਡੇ ਸਿੱਖ ਭਾਵਨਾਵਾਂ ਰੱਖਦੇ ਹੈਗੇ ਆ, ਖਾਲਸਾ ਰਾਜ ਦੀ ਆਪਣੇ ਮਨਾਂ ਦੇ ਵਿੱਚ ਤਾਂਘ ਰੱਖਦੇ ਹੈਗੇ, ਉਹਨਾਂ ਵੱਲੋਂ
ਖਾਲਿਸਤਾਨ ਜਿੰਦਾਬਾਦ ਦੇ ਜਿਹੜੇ ਮਾਟੋ ਸੀਗੇ ਉਹ ਵੀ ਉੱਥੇ ਲਹਿਰਾਏ ਗਏ, ਨਾਅਰੇ ਵੀ ਲਗਾਏ ਗਏ। ਸੋ ਉਹਨਾਂ ਵੱਲੋਂ ਲਗਾਤਾਰ ਇੱਕ ਪਾਸੇ ਖੜ ਕੇ ਜੋ ਅਨੁਸ਼ਾਸਨ ਤਰੀਕੇ ਦੇ ਨਾਲ ਆਪਣੇ ਜਜ਼ਬਾਤ ਪ੍ਰਗਟ ਕੀਤੇ ਜਾ ਰਹੇ ਸੀ। ਇਹਦੇ ਦਰਮਿਆਨ ਹੀ ਇੱਕ ਸ਼ਰਾਰਤੀ ਅਨਸਰ ਜਿਹੜਾ ਸੀਗਾ ਉਹ ਸਟੇਜ ਦੇ ਲਾਗੇ ਆ ਕੇ ਉਸਨੇ ਸਟੇਜ ਦੀ ਕਾਰਵਾਈ ਨੂੰ ਬਕਾਇਦਾ ਇੰਟਰਪਟ ਕਰਨ ਦੀ ਗੱਲ ਕੀਤੀ ਤੇ ਖਾਲਸਾ ਸਾਜਨਾ ਦਿਵਸ ਦੇ ਪ੍ਰਤੀ ਕੁਝ ਇਤਰਾਜ਼ਯੋਗ ਟਿੱਪਣੀਆਂ ਵੀ ਕਰਨ ਦੀ ਕੋਸ਼ਿਸ਼ ਕੀਤੀ। ਸੋ ਪ੍ਰਬੰਧਕਾਂ ਦੀ ਬੇਨਤੀ ਦੇ ਉੱਪਰ ਅੰਟਾਰੀਓ ਪੁਲਿਸ ਵੱਲੋਂ ਬਕਾਇਦਾ ਉਸ ਨੂੰ ਕਾਬੂ ਕਰਕੇ ਬਾਹਰ ਲਿਜਾਇਆ ਗਿਆ। ਇਸ ਮੌਕੇ ਕੁਛ ਇੱਕ ਸਿੱਖ ਭਾਵਨਾ ਆਹਤ ਹੋਣ ਕਰਕੇ ਉਸ ਨੂੰ ਫਾਲੋ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਪੁਲਿਸ ਵੱਲੋਂ ਬਕਾਇਦਾ ਉਸ ਨੂੰ ਸੇਫ ਬਾਹਰ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਗ੍ਰਿਫਤਾਰ ਵੀ ਕੀਤਾ ਗਿਆ। ਤੁਸੀਂ ਫੋਟੋਆਂ ਤੇ ਵੀਡੀਓ ਦੇਖ ਸਕਦੇ ਹੋ। ਸੋ ਤੁਸੀਂ ਦੇਖਿਆ ਅਲੱਗ-ਅਲੱਗ ਈਵੈਂਟ ਜਿਹੜੇ ਖਾਲਸਾ ਸਾਜਨਾ ਦਿਵਸ ਮੌਕੇ ਕੀਤੇ ਗਏ। ਖਾਲਸਾ ਸਾਜਨਾ ਦਿਵਸ ਦੇ ਮੌਕੇ ਸੰਗਤਾਂ ਵੱਲੋਂ ਭਾਰੀ ਗਿਣਤੀ ਦੇ ਵਿੱਚ ਜੋ ਉੱਥੇ ਨਤਮਸਤ ਹੋਇਆ ਗਿਆ। ਗੁਰੂ ਕੇ ਲੰਗਰ ਵੀ ਟੁੱਟ ਚੱਲੇ। ਵੱਖ-ਵੱਖ ਸੰਸਥਾ ਵੱਲੋਂ ਆਪਣੇ ਅਵੇਅਰਨੈਸ ਕੈਂਪ ਵੀ ਲਗਾਏ ਗਏ। ਸਟੇਜ ਦੀ ਕਾਰਵਾਈ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰੀ ਦੇ ਵਿੱਚ ਹਜ਼ੂਰੀ ਦੇ ਵਿੱਚ ਜਿਹੜਾ ਕੀਰਤਨ ਲਗਾਤਾਰ ਚੱਲਿਆ। ਇਸ ਦੇ ਨਾਲ ਹੀ ਢਾਡੀ ਵਾਰਾਂ ਵੀ ਹੋਈਆਂ। ਆਵੇ ਮਸਤਕ ਦੀਆਂ ਰੇਖਾ ਤੋਂ ਲక్ష్ਮੀ ਵਾਰੀ ਖੋਲੀ ਜਾਵੇ। ਸਿਰ ਸੱਜੇ ਹੀਰਿਆਂ ਦੇ ਪੈਂਦੇ ਦੂਰ ਦੂਰ ਚਮਕਾਰੇ। ਰੱਖ ਲਾਜ ਨਮਾਣਿਆਂ ਦੀ ਚਿੜੀਓ ਬਾਜ ਤੜਾਵਣ ਹਾਰੇ। ਕਾਲੀ ਮਾਲਾ ਗੈਰਤ ਦੀ, ਕਾਲੀ ਮਾਲਾ ਗੈਰਤ ਦੀ ਜੋ ਨਾ ਮਿਲਦੀ ਮੁੱਲ ਬਾਜ਼ਾਰੂ। ਰੱਬ ਰੀਝਾਂ ਲਾ ਕੜਿਆ ਤਿੱਖਾ ਨੱਕ ਖੰਡੇ ਦੀ ਤਾਰ। ਮਨ ਮੋਹਣ ਚਿਹਰੇ ਤੋਂ ਜਾਈਏ ਲੱਖ ਵਾਰੀ ਮਰਹਾਰੇ। ਰੱਖ ਲਾਜਨ ਮਾਣਿਆਂ ਦੀ ਚਿੜੀਓ ਬਾਜ ਤੜਾਵਣ ਹਾਰੇ। ਸੱਜੇ ਤੇ ਖੱਬੇ ਦੀ ਸ਼ਸਤਰ ਸ਼ੋਭਾ ਪਾਉਂਦੇ ਜੰਗੀ। ਜਿਹੜੇ ਸਿਆਸੀ ਆਗੂ ਆ ਉਹਨਾਂ ਵੱਲੋਂ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਗਏ। ਸੋ ਪੰਜਾਬ ਨਗਾਰਾ ਵੱਲੋਂ ਓਵਰਆਲ ਕਵਰੇਜ ਦੇ ਰੂਪ ਵਿੱਚ ਉੱਥੇ ਆਪਣੀ ਹਾਜ਼ਰੀ ਲਗਾਈ ਗਈ। ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਾ ਤੁਸੀਂ ਆਪਣੇ ਜਿਹੜੇ ਕਮੈਂਟ ਹੈ ਉਸ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ। ਪੰਜਾਬ ਨਗਾਰਾ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੰਸਥਾਵਾਂ ਦੇ ਨਾਲ ਕੈਨੇਡੀਅਨ ਭਾਈਚਾਰੇ ਨੂੰ ਹੋਰ ਪ੍ਰਫੁੱਲਤ ਕਿਸ ਤਰ੍ਹਾਂ ਕੀਤਾ ਜਾਵੇ, ਸਾਰੀਆਂ ਚੰਗੀਆਂ ਗਤੀਵਿਧੀਆਂ ਨੂੰ ਕਿਸ ਤਰ੍ਹਾਂ ਕਵਰ ਕੀਤਾ ਜਾਏ, ਅਸੀਂ ਯਤਨ ਕਰਦੇ ਰਹਾਂਗੇ। ਤੁਸੀਂ ਜੁੜੇ ਰਹੋ ਪੰਜਾਬ ਨਗਾਰਾ ਦੇ ਨਾਲ। ਮੈਂ ਗੁਰਮੁਖ ਸਿੰਘ ਬਾਰੀਆ ਸਰਬੱਤ ਦੇ ਭਲੇ ਦੀ ਆਸ ਨਾਲ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।